हाँ जी, गुरु प्यारी साध संगत ਜੀਓ, ਜਿਵੇਂ ਕਿ ਮੈਂ ਪਹਿਲਾਂ ਵੀ ਕਦੇ ਚਰਨਾਂ 'ਚ ਬੇਨਤੀ ਕੀਤੀ ਸੀ ਵੀ ਅੱਜ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੇ ਬਾਬਤ ਕੁਝ ਵਿਚਾਰਾਂ ਜਿਹੜੀਆਂ ਵਾ ਉਹ ਸਾਂਝੀਆਂ ਕਰਾਂਗਾ। ਸ਼ਾਇਦ ਆਪ ਜੀ ਨੂੰ ਇਸ ਗੱਲ ਦਾ ਪਤਾ ਹੋਵੇ ਵੀ ਅੱਜ ਦਾ ਜਿਹੜਾ ਦਿਨ ਆ 2 ਮਈ ਦਾ ਦਿਨ, ਅੱਜ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਵਾ। ਹਾਲਾਂਕਿ ਆਪਾਂ ਜਿਹੜਾ ਨਵੀਨ ਨਾਨਕਸ਼ਾਹੀ ਕੈਲੰਡਰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਦਾ ਹੈ ਨਾ ਜੀ, ਉਸ ਕੈਲੰਡਰ ਦੇ ਮੁਤਾਬਕ ਹਾਲਾਂਕਿ ਆਪਾਂ 14 ਤਰੀਕ ਨੂੰ ਜਿਹੜਾ ਵਾ 2 ਵਿਸਾਖ ਨੂੰ ਆਪਾਂ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਪਰ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਸੀ ਜਿਹੜਾ 2000 ਵਿੱਚ ਜਿਹੜਾ ਸੀ ਲਾਗੂ ਕੀਤਾ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ, ਉਸ ਤੋਂ ਬਾਅਦ ਉਹਨੂੰ ਖਾਰਜ ਕਰ ਦਿੱਤਾ ਗਿਆ ਸੀ। ਉਸ ਕੈਲੰਡਰ ਦੇ ਅਨੁਸਾਰ ਕਿਉਂਕਿ ਹਜ਼ਾਰਾਂ ਸਿੱਖ ਸੰਗਤਾਂ तमाम मूल नानकशाही कैलेंडर के अनुसार गुरुआं गुरपुरब ਅਤੇ ਸ਼ਹੀਦੀ ਦਿਹਾੜੇ ਅਤੇ ਸਿੱਖਾਂ ਦੇ ਜਿਹੜੇ ਸ਼ਹੀਦੀ ਦਿਹਾੜੇ ਆ ਉਹ ਮਨਾਉਂਦੇ ਆ। ਤੇ ਉਸੇ ਹੀ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਅੱਜ 19 ਵਿਸਾਖ 2 ਮਈ ਨੂੰ ਜਿਹੜਾ ਹੈ ਗੁਰੂ ਅਰਜਨ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵਾ। ਤੇ ਸਭ ਤੋਂ ਪਹਿਲਾਂ ਜਿੰਨੀਆਂ ਵੀ ਗੁਰਬਤ ਕਲਾਸ ਦੇ ਵਿੱਚ ਸਿੱਖ ਸੰਗਤਾਂ ਹਾਜ਼ਰ ਬੈਠੀਆਂ ਹੋਈਆਂ ਨੇ, ਸਾਰੀਆਂ ਸਿੱਖ ਸੰਗਤਾਂ ਨੂੰ ਮੈਂ ਆਪਣੇ ਵੱਲੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਲੱਖ ਲੱਖ ਵਧਾਈ ਦਿੰਦਾ ਵਾਂ ਜੀ। ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਬੇਨਤੀ ਮੈਂ ਇਹੀ ਕਰਾਂਗਾ ਵੀ ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਬਾਣੀ ਪੜਨ ਦੀ ਸਮਤ ਬੁੱਧੀ ਬਖਸ਼ਣ, ਬਾਣੀ ਦੇ ਨਾਲ ਜੁੜਨ ਦੀ ਬਲ ਬੁੱਧੀ ਬਖਸ਼ਿਸ਼ ਕਰਨ ਤੇ ਬਾਣੀ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਢਾਲਣ ਦੀ ਜਿਹੜੀ ਆ ਉਸ ਮਤ ਬੁੱਧੀ ਬਖਸ਼ਿਸ਼ ਕਰਨ। ਸੋ ਅੱਜ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਸਤ ਸੰਗਤ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਜਿਹੜੀ ਸਿਫਤ ਆ ਉਹ ਸਿਫਤ ਲਿਖਦਿਆਂ ਹੋਇਆਂ ਭੱਟ ਸਾਹਿਬਾਨਾਂ ਨੇ ਆਪਣੇ ਸਵਈਆਂ ਦੇ ਵਿੱਚ 20 ਸਵਈਏ ਵਿਸ਼ੇਸ਼ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਉਚਾਰਨ ਕੀਤੇ ਆ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੀ ਗੱਲ ਭੱਟ ਜੀ ਕਰਦੇ ਆ ਤੇ ਭੱਟ ਸਾਹਿਬਾਨ ਜੀ ਕਹਿੰਦੇ ਆ ਵੀ ਗੁਰੂ ਰਾਮਦਾਸ ਘਰ ਕਿਉ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਬਖਾਣਿਓ। ਇਸ ਸਵਈਏ ਦੇ ਵਿੱਚ ਭੱਟ ਕਲਸਹਾਰ ਜੀ ਕਹਿ ਰਹੇ ਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚੌਥੇ ਗੁਰੂ ਪਿਤਾ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਜਿਹੜਾ ਹੈ ਉਹ ਪ੍ਰਕਾਸ਼ ਧਾਰਨ ਕੀਤਾ ਹੈ। ਜੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਵੀ ਰਹੀ ਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਭੱਟ ਕਲਸਹਾਰ ਜੀ ਕਹਿੰਦੇ ਆ ਵੀ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਵੀ ਹੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੁਸੀਂ ਤਾਂ ਜਨਮ ਤੋਂ ਹੀ ਜਿਹੜਾ ਵਾ ਉਹ ਗੁਰਮਤ ਦੀ ਪਛਾਣ ਕਰ ਲਈ ਸੀ। ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਵੀ ਕਈ ਵਾਰ ਕਈਆਂ ਦੇ ਮਨਾਂ ਵਿੱਚ ਸ਼ਾਇਦ ਇਹ ਸਵਾਲ ਆ ਜਾਵੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਨਮ ਤੋਂ ਹੀ ਕਿਵੇਂ ਗੁਰਮਤ ਦੀ ਪਛਾਣ ਕਰ ਲਈ, ਕਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਉਹਨਾਂ ਨੇ ਪਛਾਣ ਕਰ ਲਈ। ਤੇ ਇਹਦੇ ਪਿੱਛੇ ਇੱਕ ਬਹੁਤ ਵੱਡਾ ਇਤਿਹਾਸ ਹੈ। ਉਹ ਇਤਿਹਾਸ ਇਸ ਇਹਦਾ ਵਾ, ਤੁਸੀਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੱਕ ਦਾ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ 28 ਸਾਲਾਂ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚਦੇ ਆ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਨਗਰ ਵਸਾਇਆ ਤੇ 1532 ਦੇ ਵਿੱਚ ਜਿਹੜਾ ਹੈ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁੜੇ ਗਿਆ ਤੇ ਫਿਰ 7 ਸਾਲ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜ ਕੇ ਉਹਨਾਂ ਨੇ ਸੰਗਤ ਕੀਤੀ ਤੇ ਉਹਦੇ ਤੋਂ ਬਾਅਦ 1541 ਚ ਜਦੋਂ ਗੁਰੂ ਨਾਨਕ ਸਾਹਿਬ ਜੋਤੀ ਜੋ ਸਮਾਏ ਤੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਗੱਦੀ ਦੇ ਮਾਲਕ ਬਣੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਹੜਾ ਮਿਲਾਪ ਹੁੰਦਾ ਹੈ, ਗੁਰੂ ਅਮਰਦਾਸ ਸਾਹਿਬ ਦੀ ਉਮਰ ਸੀ ਸਾਲ ਦੀ ਉਮਰ ਤੇ 62 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਜੁੜਦੇ ਆ ਤੇ ਉਹਦੇ ਤੋਂ ਬਾਅਦ 11 ਸਾਲ ਗੁਰੂ ਅੰਗਦ ਸਾਹਿਬ ਦੀ ਸੰਗਤ ਕਰਨ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ 75 ਵਰਿਆਂ ਦੀ ਉਮਰ ਵਿੱਚ ਜਾ ਕੇ ਜਿਹੜਾ ਵਾ ਬੁੱਢਾ ਗੱਦੀ ਦੇ ਉੱਤੇ ਵਿਰਾਜਮਾਨ ਹੋਏ।
ਜੇ ਆਪਾਂ ਗੱਲ ਕਰੀਏ ਗੁਰੂ ਰਾਮਦਾਸ ਸਾਹਿਬ ਜੀ ਦੀ, ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਜਿਹੜਾ ਉਹਨਾਂ ਦਾ ਮਿਲਾਪ ਹੁੰਦਾ ਹੈ, ਉਹ 7 ਵਰਿਆਂ ਦੀ ਉਮਰ 'ਚ, ਜਦੋਂ ਗੁਰੂ ਰਾਮਦਾਸ ਸਾਹਿਬ 7 ਸਾਲਾਂ ਦੇ ਸੀ, ਜਦੋਂ ਉਹਨਾਂ ਦੇ ਸੀਸ ਚਲਿਆ ਗਿਆ, ਪਿਤਾ ਦਾ ਵੀ ਸਾਇਆ ਚਲਿਆ ਗਿਆ, ਯਤੀਮ ਹੋ ਗਏ। ਤੇ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਲਾਹੌਰ ਤੋਂ ਬਾਸਰ ਕੇ ਆਏ, ਤੇ ਬਾਸਰ ਦੀ ਧਰਤੀ ਤੇ ਗੁਰੂ ਅਮਰਦਾਸ ਸਾਹਿਬ ਦਾ ਮਿਲਾਪ ਪ੍ਰਾਪਤ ਹੋਇਆ। ਤੇ ਉਸ ਸਮੇਂ ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦੀ ਸੰਗਤ ਵਿੱਚ ਮਿਲ ਕੇ 24 ਸਾਲ ਲਗਾਤਾਰ ਜਿਹੜਾ ਵਾ ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਗਤ ਉਹਨਾਂ ਨੇ ਮਾਣੀ ਕੇ ਜਿਹੜਾ ਵਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਆ। ਉਹਨਾਂ ਦੇ ਸਾਹਮਣੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ ਦਾ ਜਿਹੜਾ ਸੀ ਜੀਵਨ ਇਤਿਹਾਸ ਸੀ। ਤੇ ਜਦੋਂ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਲ ਕਰਦੇ ਆ, ਤੇ ਫਿਰ ਇੱਥੇ ਉਹ ਕਹਿੰਦੇ ਵੀ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਇਹਦਾ ਮਤਲਬ ਇਹ ਸੀ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੀ, ਕਿਉਂਕਿ ਗੁਰਦਾਸ ਘਰ ਕਿਉਂ ਪ੍ਰਗਾਸਾ। ਤੇ ਜਨਮ ਤੋਂ ਹੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਸੰਗਤ ਆ, ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਈ। ਕੇਵਲ ਗੁਰੂ ਰਾਮਦਾਸ, ਤੇ ਸਭ ਤੋਂ ਵੱਡੀ ਗੱਲ ਇਹ ਵੀ ਸੀ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਮਿਲਾਪ ਜਿਹੜਾ ਗੁਰੂ ਅਮਰਦਾਸ ਸਾਹਿਬ ਨਾਲ ਕੀਤਾ। ਕਿਉਂਕਿ ਸਾਧ ਸੰਗਤ ਇਹ ਗੱਲ ਆਪਾਂ ਯਾਦ ਰੱਖੀਏ, ਗੁਰੂ ਰਾਮਦਾਸ ਸਾਹਿਬ ਜੀ ਦਾ ਜਿਹੜਾ ਵਿਆਹ ਵਾ ਉਹ ਹੋਇਆ ਵਾ ਸਤਿਕਾਰਯੋਗ ਮਾਤਾ ਭਾਨੀ ਜੀ ਉਹਨਾਂ ਦੇ ਨਾਲ 1553 ਈਸਵੀ ਦੇ ਵਿੱਚ। ਤੇ ਮੈਂ ਆਪ ਸਮੂਹ ਸੰਗਤ ਨੂੰ ਇਹ ਬੇਨਤੀ ਕਰਦਾ ਜਾਵਾਂ, ਇਹਨੂੰ ਸੁਣੋ ਧਿਆਨ ਨਾਲ ਜੀ। ਜਿਹੜੀਆਂ ਕਥਾ ਦੇ ਦੌਰਾਨ ਮੈਂ ਆਪ ਜੀ ਦੇ ਨਾਲ ਤਰੀਕਾਂ ਜਿਹੜੀਆਂ ਵਾ, ਡੇਟਸ ਜਿਹੜੀਆਂ ਵਾ ਉਹ ਸਾਂਝੀਆਂ ਕਰ ਰਿਹਾ ਵਾ, ਇਹਨਾਂ ਨੂੰ ਤੁਸੀਂ ਚੇਤਾ ਰੱਖਿਓ। ਬਾਅਦ ਵਿੱਚ ਜਦੋਂ ਆਪਾਂ ਸਵਾਲ ਜਵਾਬ ਕਰਾਂਗੇ, ਤੇ ਜਿਵੇਂ ਤੁਸੀਂ ਮੇਰੇ ਕੋਲੋਂ ਕੁਐਸਚਨ ਪੁੱਟ ਕਰੋਗੇ, ਤੇ ਮੈਂ ਵੀ ਆਪ ਜੀ ਦੇ ਕੋਲੋਂ ਜਿਹੜਾ ਵਾ ਉਹ ਸਵਾਲ ਜਿਹੜਾ ਵਾ ਉਹ ਕਰਾਂਗਾ। ਤੇ ਤੁਸੀਂ ਜੇ ਧਿਆਨ ਦੇ ਨਾਲ ਇਹ ਸਾਰੀ ਕਥਾ ਵਿਚਾਰ ਨੂੰ ਸੁਣੋਗੇ, ਤੇ ਇਹਦੇ ਨਾਲ ਜਿਹੜਾ ਵਾ ਤੁਹਾਡੇ ਵੀ ਇਤਿਹਾਸ ਦੀ ਨੌਲੇਜ ਦੇ ਵਿੱਚ ਜਿਹੜਾ ਬੜਾ ਵਾਧਾ ਹੋਏਗਾ। ਤੋ ਇਹ ਗੱਲ ਯਾਦ ਰੱਖੋ, 1553 ਦੇ ਵਿੱਚ, 1552 ਵਿੱਚ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਆ ਜੀ। ਤੇ 1553 ਵਿੱਚ 1 ਸਾਲ ਬਾਅਦ ਜਿਹੜਾ ਵਾ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਸੁਪੁੱਤਰੀ ਸੀ ਬੀਬੀ ਭਾਨੀ ਜੀ, ਬੀਬੀ ਭਾਨੀ ਜੀ ਦਾ ਜਿਹੜਾ ਵਿਆਹ ਵਾ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਜਿਹੜਾ ਵਾ ਉਹ ਕਰ ਦਿੰਦੇ ਆ। ਇੱਥੇ ਇੱਕ ਗੱਲ ਨੂੰ ਖਿਆਲ ਵਿੱਚ ਰੱਖੋ, ਹੁਣ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਉਹਨਾਂ ਦਾ ਬੀਬੀ ਭਾਨੀ ਜੀ ਦੇ ਨਾਲ ਵਿਆਹ ਕੀਤਾ, ਤੇ ਤੁਸੀਂ ਦੇਖੋ ਕਿੰਨੀ ਕਮਾਲ ਦੀ ਗੱਲ ਆ। ਇਤਿਹਾਸ ਵਿੱਚੋਂ ਸਾਡੇ ਵਰਗੇ ਲੋਕਾਂ ਵਾਸਤੇ ਕਿੰਨੀ ਵੱਡੀ ਪ੍ਰੇਰਨਾ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜੀ ਆ ਉਹ ਆਪਣੇ ਜੀਵਨ ਦੇ ਵਿੱਚੋਂ ਸਾਡੇ ਸਾਹਮਣੇ ਮਿਸਾਲ ਤੌਰ ਦੇ ਉੱਤੇ ਰੱਖੀ। ਹੁਣ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਉਹਦੇ ਬਾਰੇ ਸਾਰੀ ਜਾਣਦੇ ਸੀ ਵੀ ਗੁਰੂ ਰਾਮਦਾਸ ਸਾਹਿਬ ਨਾ ਤੇ ਉਹਨਾਂ ਦੀ ਮਾਤਾ ਵਾ, ਨਾ ਉਹਨਾਂ ਦਾ ਪਿਤਾ ਵਾ, ਯਤੀਮ ਆ, ਤੇ ਰੋਜ਼ਗਾਰ ਜਿਹੜਾ ਵਾ ਉਹ ਵੀ ਉਹਨਾਂ ਦਾ ਕੋਈ ਵਧੀਆ ਨਹੀਂ ਸੀ। ਕਿਉਂਕਿ ਛੋਟੀ ਉਮਰ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਵੀ ਗੁਰੂ ਰਾਮਦਾਸ ਸਾਹਿਬ ਜੀ ਜਿਹੜੇ ਸਨ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਰਕਾਰ ਦੇ ਪਿਤਾ ਜੀ, ਵੀ ਉਹ ਘੁੰਗਣੀਆਂ ਵੇਚ ਕੇ, ਭੁੱਜੇ ਹੋਏ ਛੋਲੇ ਵੇਚ ਕੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਰਹੇ ਆ। ਹੋ ਸਕਦਾ ਹੈ ਵੀ ਵੱਡੇ ਹੁੰਦਿਆਂ ਤੱਕ ਗੁਰੂ ਰਾਮਦਾਸ ਸਾਹਿਬ ਨੇ ਕੋਈ ਛੋਟੀ ਮੋਟੀ ਜਿਹੜੀ ਆ ਉਹ ਦੁਕਾਨ ਵੀ ਪਾਲੀ ਹੋਵੇ। ਤਾਂ ਕਹਿ ਸਕਦੇ ਆ ਵੀ ਗੁਰੂ ਰਾਮਦਾਸ ਸਾਹਿਬ ਕੋਈ ਬਹੁਤੇ ਅਮੀਰ ਨਹੀਂ ਸੀ, ਗਰੀਬੀ ਵਿੱਚ ਉਹਨਾਂ ਦੀ ਹੋ ਰਿਹਾ ਸੀ। ਪਰ ਗੁਰੂ ਅਮਰਦਾਸ ਸਾਹਿਬ ਜੀ ਜੋ ਉਸ ਸਮੇਂ ਹਜ਼ਾਰਾਂ ਲੱਖਾਂ ਸਿੱਖ ਸੰਗਤਾਂ ਦੇ ਵਿੱਚ ਜਿਨ੍ਹਾਂ ਦਾ ਰੁਤਬਾ ਸੀ ਐਜ਼ ਅ ਗੁਰੂ ਦੇ ਤੌਰ ਦੇ ਉੱਤੇ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਹੈ ਨਾ, ਤੇ ਉਹ ਆਪਣੀ ਸਤਿਕਾਰਯੋਗ ਬੇਟੀ ਬੀਬੀ ਭਾਨੀ ਜੀ ਦਾ ਰਿਸ਼ਤਾ ਗੁਰੂ ਰਾਮਦਾਸ ਸਾਹਿਬ ਨਾਲ ਕਰਦੇ ਆ। ਤੇ ਉਸ ਵਕਤ ਗੁਰੂ ਅਮਰਦਾਸ ਸਾਹਿਬ ਨੇ ਇਹ ਨਹੀਂ ਵੇਖਿਆ ਵੀ ਗੁਰੂ ਰਾਮਦਾਸ ਸਾਹਿਬ ਯਤੀਮ ਆ, ਜਾਂ ਗੁਰੂ ਰਾਮਦਾਸ ਸਾਹਿਬ ਜੀ ਜਿਹੜੀ ਆ ਉਹਨਾਂ ਦੀ ਕਿਰਤ ਵਿਹਾਰ ਛੋਟੀ ਆ, ਉਹਨਾਂ ਦੇ ਘਰ ਜਿਹੜੀ ਆ ਉਹ ਗਰੀਬੀ ਆ। ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਵਿੱਚੋਂ ਸਭ ਤੋਂ ਵੱਡੀ ਗੱਲ ਗੁਰੂ ਅਮਰਦਾਸ ਸਾਹਿਬ ਨੇ ਇਹ ਦੇਖੀ, ਰਾਮਦਾਸ ਪਾਤਸ਼ਾਹ ਜੀ ਉਹਨਾਂ ਦੇ ਜੀਵਨ ਚ ਗੁਣ ਕਿੰਨੇ ਚੰਗੇ ਆ। ਕਿਉਂਕਿ ਹਰ ਸਮੇਂ ਗੁਰੂ ਰਾਮਦਾਸ ਸਾਹਿਬ ਸੇਵਾ ਵਾਸਤੇ ਤਤਪਰ ਰਹਿਣਾ, ਗੁਰਮਤਿ ਦੀ ਗੁਰਤੀ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਵਿੱਚ ਰਹਿ ਕੇ ਪ੍ਰਾਪਤ ਕਰਦੇ ਰਹਿਣਾ, ਗੁਰਬਾਣੀ ਦੀ ਵਿਚਾਰ ਕੋਈ ਨਾ ਕੋਈ ਜਿਹੜੀ ਆ ਗੁਰੂ ਅਮਰਦਾਸ ਸਾਹਿਬ ਜੀ ਤੋਂ ਪ੍ਰਾਪਤ ਕਰਦੇ ਰਹਿਣਾ, ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨੂੰ ਹਮੇਸ਼ਾ ਸੱਤ ਕਰਕੇ ਖਿੜੇ ਮੱਥੇ ਪ੍ਰਵਾਨ ਕਰਨਾ। ਤੋਂ ਉਹਨਾਂ ਦੇ ਸੇਵਾ ਸਿਮਰਨ ਵਾਲੇ ਗੁਣਾਂ ਨੂੰ ਮੁੱਖ ਰੱਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜਾ ਵਾ ਆਪਣੀ ਬੇਟੀ ਬੀਬੀ ਭਾਨੀ ਦਾ ਰਿਸ਼ਤਾ ਗੁਰੂ ਰਾਮਦਾਸ ਸਾਹਿਬ ਨਾਲ ਕੀਤਾ ਸੀ। ਤੇ ਮੈਂ ਹਮੇਸ਼ਾ
ਸੰਗਤ ਵਿੱਚ ਇਹ ਬੇਨਤੀ ਕਰਦਾ ਹੁੰਨਾ ਵੀ ਸਾਡੇ ਵਰਗੇ ਲੋਕਾਂ ਨੂੰ ਇਹ ਚਾਹੀਦਾ ਹੈ ਵੀ ਜਦੋਂ ਅਸੀਂ ਆਪਣੇ ਧੀ ਪੁੱਤਰਾਂ ਦਾ ਜਦੋਂ ਆਪਾਂ ਵਿਆਹ ਕਰਦੇ ਆ, ਆਨੰਦ ਕਾਰਜ ਕਰਦੇ ਆ, ਆਨੰਦ ਕਾਰਜ ਤੋਂ ਪਹਿਲਾਂ ਜਦੋਂ ਆਪਾਂ ਸਾਕ ਦੀ ਚੋਣ ਕਰਦੇ ਆ ਤੇ ਉਸ ਸਮੇਂ ਆਪਾਂ ਚੋਣ ਕਰਨ ਵੇਲੇ ਹਮੇਸ਼ਾ ਇਹ ਗੱਲ ਦੇਖਿਆ ਕਰੀਏ ਵੀ ਇੱਕ ਲੜਕੀ ਆ ਉਹਦੇ ਵਿੱਚ ਗੁਣ ਕਿਹੋ ਜਿਹੇ ਆ, ਲੜਕਾ ਜਿਹੜਾ ਵਾ ਉਹਦੇ ਵਿੱਚ ਗੁਣ ਕਿਹੋ ਜਿਹੇ ਆ। ਕਿਉਂਕਿ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ, ਸ਼ਰੀਰਾਂ ਦੇ ਨਾਲ ਨਹੀਂ ਨਿਭਦਾ ਹੁੰਦਾ। ਜੇ ਆਪਾਂ ਇਹ ਗੱਲ ਆਖੀਏ ਨਾ ਜਿਹੜੇ ਰਿਸ਼ਤੇ ਨੇ ਉਹ ਸ਼ਰੀਰਾਂ ਨਾਲ ਨਿਭਦੇ ਨੇ, ਕਦੀ ਸ਼ਰੀਰਾਂ ਨਾਲ ਰਿਸ਼ਤੇ ਨਹੀਂ ਨਿਭਦੇ। ਰਿਸ਼ਤੇ ਹਮੇਸ਼ਾ ਜਿਹੜੇ ਆ ਉਹ ਗੁਣਾ ਕਰਕੇ ਨਿਭਦੇ ਆ। ਜੇ ਪਤੀ ਪਤਨੀ ਦੇ ਆਪਸ ਵਿੱਚ ਗੁਣ ਉਹਨਾਂ ਦਾ ਜਿਹੜਾ ਰਿਸ਼ਤਾ ਵਾ ਉਹ ਲਾ ਲਓ ਵੀ ਮਰਨ ਤੀਕਰ ਨਾਲ ਤੇ ਜੇ ਗੁਣ ਨਹੀਂ ਆ ਚੰਗੇ, ਨਾ ਲੜਕੀ ਵਿੱਚ ਗੁਣ ਚੰਗੇ ਆ ਨਾ ਲੜਕੇ ਵਿੱਚ ਗੁਣ ਚੰਗੇ ਆ, ਕੇਵਲ ਆਪਾਂ ਉਹਨਾਂ ਦੀ ਪ੍ਰਾਪਰਟੀ ਦੇਖੀਏ, ਉਹਨਾਂ ਦੀ ਐਜੂਕੇਸ਼ਨ ਦੇਖੀਏ ਤੇ ਫਿਰ ਹੋ ਸਕਦਾ ਵੀ ਜਿਵੇਂ ਅੱਜ ਕੱਲ ਦੇ ਮਾਹੌਲ ਵਿੱਚ ਆਪਾਂ ਦੇਖ ਸਕਦੇ ਆ ਵੀ ਬਹੁਤ ਜਗ੍ਹਾ ਦੇ ਉੱਤੇ ਪਹਿਲਾਂ ਵਿਆਹ ਕਰ ਲਏ ਜਾਂਦੇ ਆ, ਫਿਰ 6 ਮਹੀਨੇ ਬਾਅਦ ਜਾਂ ਸਾਲ ਪਾ ਕੇ ਫਿਰ ਜਿਹੜੀ ਆ ਤਲਾਕ ਦੀ ਗੱਲ ਚੱਲ ਪੈਂਦੀ ਆ, ਡਿਵੋਰਸ ਦੀਆਂ ਗੱਲਾਂ ਚੱਲਣ ਲੱਗ ਪੈਂਦੀਆਂ ਵੀ ਹੁਣ ਵੀ ਮੈਂ ਇਹਦੇ ਨਾਲ ਨਹੀਂ ਰਹਿਣਾ, ਉਹ ਕਹਿੰਦਾ ਵੀ ਮੈਂ ਇਹਦੇ ਨਾਲ ਨਹੀਂ ਰਹਿਣਾ। ਸੋ ਖੈਰ ਕਹਿਣ ਤੋਂ ਭਾਵ ਵੀ ਜਿਹੋ ਜੀ ਪਾਰਖੂ ਅੱਖ ਦੇ ਨਾਲ ਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਚੁਣਿਆ ਆਪਣੀ ਧੀ ਵਾਸਤੇ, ਆਪਣੀ ਬੇਟੀ ਵਾਸਤੇ। ਅੱਜ ਸਾਨੂੰ ਵੀ ਲੋੜ ਆ ਵੀ ਅਸੀਂ ਵੀ ਉਸੇ ਹੀ ਪਾਰਖੂ ਅੱਖ ਦੇ ਨਾਲ ਜਿਹੜਾ ਹੈ ਰਿਸ਼ਤਿਆਂ ਦੀ ਚੋਣ ਕਰੀਏ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ 7 ਵਰਿਆਂ ਦੀ ਉਮਰ ਦੇ ਵਿੱਚ ਜਿਹੜਾ ਵਾ ਉਹ ਗੁਰੂ ਅਮਰਦਾਸ ਸਾਹਿਬ ਦੇ ਨਾਲ ਮਿਲਦੇ ਆ। ਪਰ ਭੱਟ ਜੀ ਕਹਿੰਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਆ ਉਹ ਜਨਮ ਤੋਂ ਹੀ ਇੱਕ ਗੁਰੂ ਰਾਮਦਾਸ ਸਾਹਿਬ ਮਹਾਰਾਜ ਨਾਲ ਉਹਨਾਂ ਦਾ ਮਿਲਾਪ ਹੋਇਆ। ਨਾਨਾ ਜੀ ਗੁਰੂ ਅਮਰਦਾਸ ਸਾਹਿਬ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ ਕਿਉਂਕਿ ਗੁਰੂ ਅਮਰਦਾਸ ਸਾਹਿਬ ਦੇ ਦੋਤਾ ਸਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ। ਤੇ ਇਹ ਗੱਲ ਯਾਦ ਰੱਖੋ, ਆਪਣੇ ਨਾਨਾ ਜੀ ਗੁਰੂ ਅਮਰਦਾਸ ਹਾਂਜੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸੰਗਤ ਆ ਉਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਆ ਕਾਫੀ ਸਾਲ ਮਾਰੇ। ਤੇ ਸ਼ਾਇਦ ਇਹੀ ਇੱਕ ਵੱਡਾ ਕਾਰਨ ਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਿਹੜਾ ਜੀਵਨ ਆ ਉਹ ਗੁਰਬਾਣੀ ਦੇ ਸਾਂਚੇ ਦੇ ਵਿੱਚ ਢਲਣਾ ਸ਼ੁਰੂ ਹੋ ਗਿਆ ਸੀ ਉਹਨਾਂ ਦੇ ਬਚਪਨ ਤੋਂ ਹੀ, ਜਨਮ ਤੋਂ ਹੀ। ਕਿਉਂਕਿ ਜਿਵੇਂ ਮਹਾਰਾਜ ਦੀ ਬਾਣੀ ਦਾ ਇੱਕ ਵਾਕ ਆਣਾ ਹੈ ਜੀ ਕਿ ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਮਹਾਰਾਜ ਕਹਿੰਦੇ ਵੀ ਅਸੀਂ ਸ੍ਰੇਸ਼ਟ ਗੁਣਾਂ ਵਾਲੇ ਪੁਰਸ਼ ਦੀ ਸੰਗਤ ਕਰਦੇ ਆ ਤੇ ਸਾਡੇ ਜੀਵਨ ਦੇ ਵਿੱਚ ਵੀ ਸਹਿਜ ਸੁਭਾਵ ਗੁਣ ਜਿਹੜੇ ਆ ਉਹ ਸਾਡੇ ਜੀਵਨ ਚ ਧਾਰਨ ਹੋਣੇ ਸ਼ੁਰੂ ਹੋ ਜਾਂਦੇ ਆ। ਇਸੇ ਕਰਕੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਆ ਵੀ ਕਬੀਰ ਸੰਗਤ ਕਰੀਏ ਸਾਧ ਕੀ ਵੀ ਹਮੇਸ਼ਾ ਭਲੇ ਪੁਰਸ਼ਾਂ ਦੀ, ਚੰਗੇ ਪੁਰਸ਼ਾਂ ਦੀ, ਜਿਨ੍ਹਾਂ ਵਿੱਚ ਚੰਗੇ ਜਿਨ੍ਹਾਂ ਦਾ ਕਿਰਦਾਰ ਚੰਗਾ ਉਹਨਾਂ ਦੀ ਸਾਨੂੰ ਸੰਗਤ ਕਰਨੀ। ਹੈਲੋ ਗੁਰੂ ਅਰਜਨ ਸਾਹਿਬ ਮਹਾਰਾਜ ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਮਰਦਾਸ ਮਹਾਰਾਜ ਆਵਾਜ਼ ਨਹੀਂ ਆਉਂਦੀ ਹੈ। ਹੈਲੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਉਹਨਾਂ ਨੂੰ ਸੰਗਤ ਮਿਲੀ, ਦੂਸਰੀ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਨੂੰ ਸੰਗਤ ਮਿਲੀ। ਤਾਂ ਭੱਟ ਜੀ ਕਹਿੰਦੇ ਵੀ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਾਧ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਬਚਪਨ ਦੇ ਜਿਹੜਾ ਉਹਨਾਂ ਦਾ ਸਮਾਂ ਬਤੀਤ ਹੋਇਆ ਉਹਦੇ ਵਿੱਚ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਇੱਕ ਦੋ ਜਿਹੜੀਆਂ ਵਾ ਸਾਖੀਆਂ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਜਿਹੜੀਆਂ ਵਾ ਉਹ ਪੜ੍ਹਨ ਨੂੰ ਮਿਲਦੀਆਂ ਵਾ। ਉਹਨਾਂ ਵਿੱਚੋਂ ਇੱਕ ਛੋਟੀ ਜਿਹੀ ਸਾਖੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਗਰ ਹਾਲ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਹੇ ਸਨ ਤੇ ਅਚਾਨਕ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਰਿੜਦਿਆਂ ਜਿਹੜਾ ਵਾ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿਹੜੇ ਵਾ ਗੁੱਡੀ ਦੇ ਵਿੱਚ ਆ ਕੇ ਬੈਠ ਗਏ। ਜਦੋਂ ਬੀਬੀ ਭਾਨੀ ਜੀ ਨੂੰ ਪਤਾ ਲੱਗਾ ਤੇ ਉਹ ਜਲਦੀ ਆਏ ਵੀ ਮੈਂ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਆ ਪ੍ਰਸ਼ਾਦਾ ਛਕ ਰਹੇ ਆ ਤੇ ਗੁਰੂ ਅਰਜਨ ਸਾਹਿਬ ਕਿਤੇ ਆ ਕੇ ਉਹਨਾਂ ਨੂੰ ਜਿਹੜਾ ਵਾ ਡਿਸਟਰਬ ਨਾ ਕਰਨ, ਪ੍ਰਸ਼ਾਦਾ ਛਕਦੇ ਆ ਹਨਾ। ਤੇ ਗੁਰੂ ਅਮਰਦਾਸ ਸਾਹਿਬ ਦੀ ਜਦੋਂ ਗੋਦ ਵਿੱਚ ਆ ਕੇ ਗੁਰੂ ਅਰਜਨ ਸਾਹਿਬ ਜੀ ਬੈਠ ਗਏ ਤੇ ਉਸੇ ਸਮੇਂ ਬੀਬੀ ਭਾਨੀ ਜੀ ਆ ਗਏ ਤੇ ਕਹਿੰਦੇ ਵੀ ਇਤਿਹਾਸ ਕਰਕੇ ਵੀ ਸਹਿਜ ਸੁਭਾਵਕ ਉਸ ਸਮੇਂ ਫਿਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਅਸੀਸ ਦਿੰਦੇ ਆ ਤੇ ਬੀਬੀ ਭਾਨੀ ਜੀ ਨੂੰ ਸੰਬੋਧਨ ਹੋ ਕੇ ਗੱਲ ਆਖੀ ਸੀ ਵੀ ਭਾਨੀਏ ਰਹਿਣ ਦੇ ਵੀ ਇਹਨੂੰ ਜਿਹੜਾ ਵਾ ਸਾਡੀ ਗੋਦ ਵਿੱਚੋਂ ਉਠਾਣਾ, ਕਿਉਂਕਿ ਇਹ ਦੋਤਾ ਬਾਣੀ ਕਾ ਬਹੁਤਾ ਹੈ।
ਹਾਲਾਂਕਿ ਪ੍ਰਿੰਸੀਪਲ ਸਤਵੀਰ ਸਿੰਘ ਨੇ ਇਹ ਵੀ ਗੱਲ ਲਿਖੀ ਆ ਵੀ ਜਿਹੜੇ ਡਾਕਟਰ ਮੈਕਾਲਿਫ ਹੋਏ ਆ ਇਤਿਹਾਸਕਾਰ, ਉਹਨਾਂ ਨੇ ਜਿਹੜਾ ਵਾ ਗੁਰੂ ਅਰਜਨ ਸਾਹਿਬ ਜੀ ਦੇ ਬਾਬਤ ਇਹ ਸ਼ਬਦ ਵਰਤੇ ਆ ਵੀ ਦੁਸਤਾ ਪਾਣੀ ਕਾ ਬੋਤਾ। ਠੀਕ ਹੈ ਜੀ। ਇਹਦਾ ਕਹਿਣ ਦਾ ਮਤਲਬ ਇਹ ਸੀ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਹਿਜ ਸੁਭਾਵਕ ਇੱਕ ਤਰ੍ਹਾਂ ਦੇ ਨਾਲ ਇੱਕ ਭਵਿੱਖਬਾਣੀ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਕਾਲ ਪ੍ਰਤੀ ਕੀਤੀ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਆ ਉਹ ਬਾਣੀ ਦੇ ਪੂਰਿਤ ਹੋਣਗੇ। ਕੋਈ ਤਰਕ ਹੁੰਦਾ ਜਹਾਜ਼, ਤੇ ਵਾਕਈ ਸੱਚੀ ਗੱਲ ਆ। ਸਮੁੱਚੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਸਾਧ ਸੰਗਤ ਇਹ ਗੱਲ ਯਾਦ ਰੱਖੋ, ਸਮੁੱਚੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ 31 ਰਾਗਾਂ ਦੇ ਵਿੱਚ ਜਿਹੜੀ ਆ ਉਹ ਦਰਜ ਆ, ਤੇ 31 ਰਾਗਾਂ ਦੇ ਵਿੱਚੋਂ 30 ਰਾਗਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਆ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਸਭ ਤੋਂ ਵਧੇਕ ਬਾਣੀ 6 ਗੁਰੂ ਸਾਹਿਬਾਨਾਂ ਦੇ ਵਿੱਚੋਂ ਸਭ ਤੋਂ ਵਧੇਕ ਬਾਣੀ ਜਿਹੜੀ ਆ ਉਹ ਗੁਰੂ ਅਰਜਨ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸਭ ਤੋਂ ਗੁਰੂ ਅਰਜਨ ਸਾਹਿਬ ਜੀ ਦੀ ਪਹਿਲੇ ਨੰਬਰ ਤੇ ਸਭ ਤੋਂ ਵਧੇਕ ਬਾਣੀ ਹੈ। ਉਹਨਾਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੇ ਨਾਨਾ ਜੀ ਗੁਰੂ ਅਮਰਦਾਸ ਸਾਹਿਬ ਦੀ ਸ਼ੋਭਤ ਮਿਲੀ, ਸੰਗਤ ਮਿਲੀ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਬਚਪਨ ਤੋਂ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਿਹੜਾ ਵਾ ਵਿਸ਼ੇਸ਼ ਖਿਆਲ ਰੱਖਿਆ। ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਵਧੀਆ ਮਹਾਰਾਜ ਜੀ ਨੇ ਕੀਤਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਵਿਦਿਆ ਵਾਸਤੇ, ਵਿਸ਼ੇਸ਼ ਕਰਕੇ ਗੁਰਮਤਿ ਦੀ ਵਿਦਿਆ ਦੇਣ ਵਾਸਤੇ ਭਾਈ ਗੁਰਦਾਸ ਜੀ ਦੀ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਨੇ ਸੇਵਾ ਲਾਈ ਸੀ। ਵੀ ਭਾਈ ਗੁਰਦਾਸ ਜੀ ਨੂੰ ਸੇਵਾ ਇਹ ਲਾਈ ਸੀ ਵੀ ਇਹਨਾਂ ਨੂੰ ਜਿਹੜੀ ਆ ਗੁਰਬਾਣੀ ਦੀ ਵਿਦਿਆ, ਜਿਹੜੀ ਆ ਗੁਰਮਤਿ ਦੀ ਵਿਦਿਆ, ਜਿਹੜੀ ਗੁਰਮਤਿ ਦੇ ਸਿਧਾਂਤਾਂ ਤੋਂ ਜਾਣੂ ਜਿਹੜਾ ਵਾ ਉਹ ਤੁਸੀਂ ਕਰਵਾਉਣਾ ਵਾ। ਉਸ ਤੋਂ ਬਾਅਦ ਜਿਹੜਾ ਵਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਿਸ਼ੇਸ਼ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਜਿਹੜਾ ਵਾ ਗਣਿਤ ਦੀ ਵਿਦਿਆ ਵੀ ਦੇਣ ਵਾਸਤੇ ਪ੍ਰਬੰਧ ਉਚੇਚੇ ਕੀਤੇ, ਸੰਸਕ੍ਰਿਤ ਵਿਦਿਆ ਵਾਸਤੇ ਵੀ, ਅਤੇ ਹਿੰਦੀ ਅਤੇ ਫਾਰਸੀ ਦੀ ਵਿਦਿਆ ਦੇਣ ਵਾਸਤੇ ਵੀ ਜਿਹੜਾ ਵਾ ਮਹਾਰਾਜ ਜੀ ਨੇ ਵਿਸ਼ੇਸ਼ ਪ੍ਰਬੰਧ ਕੀਤੇ। ਇੱਕ ਪੰਡਤ ਬੇਣੀ ਜੀ ਆ, ਜਿਨ੍ਹਾਂ ਦੀ ਵਿਸ਼ੇਸ਼ ਕਰਕੇ ਮਹਾਰਾਜ ਜੀ ਨੇ ਸੇਵਾ ਲਾਈ ਸੀ, ਡਿਊਟੀ ਲਾਈ ਸੀ ਵੀ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੀ ਆ ਉਹ ਸੰਸਕ੍ਰਿਤ ਅਤੇ ਹਿੰਦੀ ਦੀ ਜਿਹੜੀ ਵਿਦਿਆ ਵਾ ਉਹ ਤੁਸੀਂ ਉਹਨਾਂ ਨੂੰ ਪੜ੍ਹਾਉਣੀ ਆ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਕਰਕੇ ਬਾਬਾ ਮੋਹਰੀ ਜੀ ਨੂੰ ਇਹ ਸੇਵਾ ਲਾਈ ਸੀ ਵੀ ਗੁਰੂ ਅਰਜਨ ਸਾਹਿਬ ਜੀ ਨੂੰ, ਕਿਉਂਕਿ ਇਹ ਗੱਲ ਯਾਦ ਰੱਖੋ, ਜਿਹੜੇ ਬਾਬਾ ਮੋਹਰੀ ਜੀ ਹੋਏ ਆ, ਬਾਬਾ ਮੋਹਨ ਤੇ ਬਾਬਾ ਮੋਹਰੀ ਜੀ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿਹੜੇ ਸੀ ਉਹ ਸਪੁੱਤਰ ਸੀ। ਤੇ ਬਾਬਾ ਮੋਹਰੀ ਜੀ ਦੀ ਡਿਊਟੀ ਸੇਵਾ ਲਾਈ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਤੁਸੀਂ ਬਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਵਾ ਉਹ ਗਣਿਤ ਦੀ ਵਿਦਿਆ ਜਿਹੜੀ ਆ ਉਹ ਪੜ੍ਹਾਉਣੀ ਆ। ਸੋ ਇਸ ਢੰਗ ਤਰੀਕੇ ਦੇ ਨਾਲ ਜਿਹੜਾ ਵਾ ਮਹਾਰਾਜ ਜੀ ਨੂੰ ਜਿਹੜਾ ਵਾ ਸੰਸਾਰਿਕ ਵਿਦਿਆ ਦੇਣ ਦਾ ਉਚੇਚਾ ਪ੍ਰਬੰਧ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤਾ। ਜਿੱਥੇ ਸੰਸਾਰਿਕ ਵਿਦਿਆ ਦੇਣ ਦਾ ਉਚੇਚਾ ਪ੍ਰਬੰਧ ਕੀਤਾ ਸੀ, ਉੱਥੇ ਹੀ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਿਹੜੀ ਆ ਸ਼ਸਤਰ ਵਿਦਿਆ ਦੀ ਵੀ ਸਿਖਲਾਈ ਦਿੱਤੀ ਗਈ ਸੀ। ਤੇ ਇਸ ਗੱਲ ਨੂੰ ਅਸੀਂ ਕਦੀ ਨਾ ਭੁੱਲੀਏ, ਜੇਕਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਸਤਰ ਵਿਦਿਆ ਵਿੱਚ ਨਿਪੁੰਨ ਸਨ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਵੀ ਸ਼ਸਤਰ ਵਿਦਿਆ ਦੇ ਵਿੱਚ ਨਿਪੁੰਨ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਸੀ, ਇਕਲੌਤੇ ਸਪੁੱਤਰ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਨੇ ਸ਼ਸਤਰ ਵਿਦਿਆ ਦਿੱਤੀ ਸੀ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵੀ ਆਪਣੇ ਜੀਵਨ ਕਾਲ ਦੇ ਵਿੱਚ ਜਿਹੜੀ ਹੈ ਸ਼ਸਤਰ ਵਿਦਿਆ ਗ੍ਰਹਿਣ ਕੀਤੀ ਸੀ। ਇਤਿਹਾਸ ਵਿੱਚ ਜ਼ਿਕਰ ਵੀ ਹੁੰਦਾ ਵਾ ਵੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਵੱਡੇ ਹੋਏ, ਜਦੋਂ ਉਹਨਾਂ ਦਾ ਵਿਆਹ ਹੋਇਆ 1599 ਦੇ ਵਿੱਚ, ਇਹ ਗੱਲ ਯਾਦ ਰੱਖੋ, 1599 ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਿਹੜਾ ਵਿਆਹ ਵਾ ਉਹ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਨਾਲ ਹੋਇਆ ਸੀ। ਤੇ ਮਾਤਾ ਗੰਗਾ ਜੀ ਜਿਹੜੇ ਸਨ ਫਿਲੌਰ ਦੇ ਰਹਿਣ ਵਾਲੇ ਸੀ। ਸਤਿਕਾਰਯੋਗ ਭਾਈ ਕ੍ਰਿਸ਼ਨ ਚੰਦ ਜੀ, ਉਹਨਾਂ ਦੀ ਸਪੁੱਤਰੀ ਸੀ ਮਾਤਾ ਗੰਗਾ ਜੀ, ਜਿਹੜੇ ਫਿਲੌਰ ਦੇ ਨਿਵਾਸੀ ਸੀ, ਮਊ ਪਿੰਡ ਦੇ ਨਿਵਾਸੀ ਸੀ। ਕਹਿੰਦੇ ਵੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਮਊ ਪਿੰਡ ਦੀ ਧਰਤੀ ਤੇ ਆਏ ਸੀ, ਤੇ ਉੱਥੇ ਜਿਹੜਾ ਵਾ ਜਦੋਂ ਉਹਨਾਂ ਗੁਰੂ ਸਾਹਿਬ ਜੀ ਦੀ ਬਰਾਤ ਉੱਥੇ ਜਾ ਕੇ ਢੁਕੀ, ਤੇ ਉੱਥੇ ਦੇ ਲੋਕਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਇੱਕ ਮਖੌਲ ਕੀਤਾ। ਇੱਕ ਪਾਸੇ ਉਹਨਾਂ ਨੇ ਇਹ ਗੱਲ ਆਖੀ ਵੀ ਸਾਡੇ ਪਿੰਡ ਦੀ ਇਹ ਰੀਤ ਚਲਦੀ ਆ ਰਹੀ ਹੈ ਵੀ ਜਿਹੜਾ ਵੀ ਕੋਈ ਲਾੜਾ ਜਿਹੜਾ ਹੈ ਇੱਥੇ ਜਦੋਂ ਵਿਆਹ ਹੁੰਦਾ ਵਾ ਤੇ ਉਸ ਨੂੰ ਜਿਹੜਾ ਵਾ ਆਪਣੀ ਸ਼ਸਤਰ ਵਿਦਿਆ ਦਾ ਜਿਹੜਾ ਵਾ ਉਹ ਸ਼ਸਤਰ ਵਿਦਿਆ ਦੇ ਜੋਹਰ ਦਿਖਾਉਣੇ ਪੈਂਦੇ ਆ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਵੀ ਅਸੀਂ ਜਿਹੜੇ ਆ ਉਹ ਤੁਹਾਡੀ ਜਿਹੜੀ ਇਹ ਰੀਤ ਆ, ਪਰੰਪਰਾ ਜਿਹੜੀ ਤੁਹਾਡੀ ਚੱਲੀ ਆ ਰਹੀ ਹੈ, ਇਹਨੂੰ ਅਸੀਂ ਜ਼ਰੂਰ ਨਿਭਾਵਾਂਗੇ। ਅਸੀਂ ਆਪਣੀ ਸ਼ਸਤਰ ਵਿਦਿਆ ਦਾ ਜੋਰ ਜ਼ਰੂਰ ਦਿਖਾਵਾਂਗੇ। ਤੇ ਇਤਿਹਾਸ ਦੀ ਤਾਰੀਖ
ਇਹ ਗੱਲ ਯਾਦ ਰੱਖੋ, ਅੱਜ ਵੀ ਇਸ ਗੱਲ ਦੀ ਗਵਾਹੀ ਭਰਦੀ ਆ ਵੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਮਊ ਪਿੰਡ ਦੀ ਧਰਤੀ ਤੇ ਮਾਤਾ ਗੰਗਾ ਜੀ ਨੂੰ ਵਿਆਹੁਣ ਆਏ ਸੀ ਤੇ ਉੱਥੇ ਦੇ ਲੋਕਾਂ ਨੇ ਮਖੌਲ ਕਰਦੇ ਆ ਨਾ, ਇੱਕ ਜੰਡ ਦੇ ਦਰਖਤ ਨੂੰ ਜਿਹੜਾ ਵਾ ਉੱਤੋਂ ਦੀ ਵੱਢ ਕੇ ਜਿਹੜਾ ਵਾ ਇੱਕ ਉਹਦਾ ਨਾ ਛੋਟਾ ਜਿਹਾ ਉਹਦੀਆਂ ਜੜਾਂ ਜਿਹੜੀਆਂ ਸੀ ਧਰਤੀ ਦੇ ਵਿੱਚ ਸਨ, ਪਰ ਉੱਤੋਂ ਦੀ ਮੁੱਢ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੇ ਛਾਗ ਕੇ ਕਿਲੇ ਦਾ ਰੂਪ ਦੇ ਦਿੱਤਾ। ਇੱਕ ਕਿਲਾ ਜਿਹੜਾ ਜਿਵੇਂ ਆਪਾਂ ਕਹਿ ਦਿੰਦੇ ਵੀ ਕਿਲੇ ਦੇ ਨਾਲ ਮੱਝਾਂ ਬੰਨੀ ਦੀਆਂ ਵਾ, ਇੱਕ ਕਿਲੇ ਦਾ ਰੂਪ ਦੇ ਦਿੱਤਾ। ਤੇ ਗੁਰੂ ਅਰਜਨ ਸਾਹਿਬ ਜੀ ਨੂੰ ਆਖਿਆ ਵੀ ਤੁਸੀਂ ਜਿਹੜਾ ਵਾ ਇਹ ਕਿਲਾ ਜਿਹੜਾ ਧਰਤੀ ਦੇ ਵਿੱਚ ਅਸੀਂ ਗੱਡਿਆ ਹੋਇਆ ਹੈ, ਇਹਨੂੰ ਜਿਹੜਾ ਵਾ ਨੇਜੇ ਦੇ ਵਾਰ ਦੇ ਨਾਲ ਜਿਹੜਾ ਵਾ ਜ਼ਮੀਨ ਤੋਂ ਪੁੱਟਣਾ ਵਾ। ਤੇ ਉਸ ਵਕਤ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਨੇਜਾ ਲਿਆ, ਘੋੜੇ ਤੇ ਸਵਾਰ ਹੋਏ ਤੇ ਇਤਨੀ ਫੁਰਤੀ ਦੇ ਨਾਲ ਇਤਿਹਾਸ ਦੀ ਤਾਰੀਖ ਕਹਿੰਦੀ ਆ ਵੀ ਗੁਰੂ ਅਰਜਨ ਸਾਹਿਬ ਜੀ ਨੇ ਘੋੜਾ ਦੌੜਾਇਆ ਅਤੇ ਇਤਨੇ ਜ਼ੋਰ ਦੇ ਨਾਲ ਨੇਜੇ ਦਾ ਵਾਰ ਉਸ ਕਿਲੇ ਦੇ ਉੱਤੇ ਕੀਤਾ ਜਿਹੜਾ ਜੰਡ ਦੇ ਰੂਪ ਵਿੱਚ ਉਹ ਕਿਲਾ ਸੀ। ਕਹਿੰਦੇ ਵੀ ਜੜ ਦੇ ਸਮੇਤ ਹੀ ਗੁਰੂ ਅਰਜਨ ਸਾਹਿਬ ਨੇ ਇੱਕੋ ਨੇਜੇ ਦੇ ਵਾਰ ਦੇ ਨਾਲ ਉਹ ਕਿਲਾ ਜਿਹੜਾ ਸੀ ਧਰਤੀ ਵਿੱਚੋਂ ਜ਼ਮੀਨ ਵਿੱਚੋਂ ਪੁੱਟ ਸੁੱਟਿਆ ਸੀ। ਇਤਨਾ ਕਹਿ ਸਕਦੇ ਵੀ ਬਾਹੂਬਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਰੀਰ ਦੇ ਵਿੱਚ ਸੀ ਅਤੇ ਇਹ ਇਤਨਾ ਜ਼ਿਆਦਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਸਤਰ ਕਲਾ ਦੇ ਵਿੱਚ ਵੀ ਨਿਪੁੰਨ ਸਨ, ਕਿਉਂਕਿ ਉਹਨਾਂ ਨੂੰ ਬਚਪਨ ਦੇ ਵਿੱਚ ਹੀ ਜਿਹੜਾ ਵਾ ਨਾਨਾ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਨਾਲ ਜਿਹੜੀ ਆ ਸ਼ਸਤਰ ਕਲਾ ਦੀ ਵੀ ਟ੍ਰੇਨਿੰਗ ਦਿਵਾਈ ਹੋਈ ਸੀ। ਹਾਲਾਂਕਿ ਉਹ ਗੱਲ ਵੱਖਰੀ ਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਸਮੁੱਚੇ ਜੀਵਨ ਕਾਲ ਦੇ ਵਿੱਚ ਜਿਹੜਾ ਹੈ ਉਹ ਸ਼ਸਤਰ ਲੈ ਕੇ ਕੋਈ ਲੜਾਈ ਕੋਈ ਜੰਗ ਯੁੱਧ ਨਹੀਂ ਕੀਤਾ, ਪਰ ਇੱਕ ਵਾਰ ਸਿੱਖਾਂ ਦੇ ਪੁੱਛਣ ਦੇ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨੂੰ ਇਹ ਜ਼ਰੂਰ ਗੱਲ ਆਖੀ ਸੀ ਵੀ ਇਹ ਸਿੱਖੋ ਇਹ ਗੱਲ ਯਾਦ ਰੱਖੋ ਵੀ ਅਸੀਂ ਸ਼ਸਤਰ ਪਹਿਨਾਂਗੇ ਜ਼ਰੂਰ, ਪਰ ਪਹਿਨਾਂਗੇ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਦੇ ਵਿੱਚ। ਤੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਵਿੱਚ ਕੋਈ ਜੰਗ ਨਹੀਂ ਲੜੀ, ਪਰ ਇਹਦਾ ਮਤਲਬ ਇਹ ਨਹੀਂ ਸੀ ਡਸ ਨੋਟ ਮੀਨ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਸਤਰ ਕਲਾ ਨਹੀਂ ਸੀ ਜਾਣਦੇ। ਜਿੱਥੇ ਗੁਰੂ ਅਰਜਨ ਸਾਹਿਬ ਜੀ ਸ਼ਸਤਰ ਕਲਾ ਜਾਣਦੇ ਸੀ, ਜਿੱਥੇ ਗੁਰੂ ਅਰਜਨ ਸਾਹਿਬ ਸੰਸਾਰਕ ਵਿਦਿਆ ਚ ਨਿਪੁੰਨ ਸੀ, ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਿਹੜੇ ਸੀ ਕੀਰਤਨ ਦੀ ਵਿਦਿਆ ਚ ਵੀ ਬੜੇ ਨਿਪੁੰਨ ਸੀ। ਰਾਗਾਂ ਨੂੰ ਗਾਉਣ ਵਿੱਚ ਬੜੇ ਮਾਹਰ ਸੀ। 30 ਰਾਗਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਾਣੀ ਲਿਖਣਾ ਇਸ ਗੱਲ ਨੂੰ ਸਾਬਤ ਕਰਦਾ ਹੈ ਵੀ ਗੁਰੂ ਅਰਜਨ ਸਾਹਿਬ ਜੀ, ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋ ਵੀ ਰਾਗਾਂ ਵਿੱਚ ਉਹ ਕਿੰਨੀ ਮੁਹਾਰਤ ਹਾਸਲ ਸੀ ਉਹਨਾਂ ਨੂੰ। ਇਹ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜਿਹੜਾ ਵਾ ਸਿਰੰਦਾ ਲੈ ਕੇ ਨਾ ਖੁਦ ਸੰਗਤ ਵਿੱਚ ਬੈਠ ਕੇ ਜਿਹੜਾ ਸੀ ਉਹ ਬੜਾ ਰਸ ਭਿੰਨਾ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕਰਿਆ ਕਰਦੇ ਸੀ। ਵਿਸ਼ੇਸ਼ ਕਰਕੇ ਉਦੋਂ ਜਿਸ ਦਿਨ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਇਹ ਗੱਲ ਯਾਦ ਰੱਖੋ, ਸਾਧ ਸੰਗਤ ਗੁਰੂ ਘਰ ਦੇ ਜਿਹੜੇ ਸਨ ਇਹ ਕੀਰਤਨੀਏ ਸਨ ਤੇ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਨੂੰ ਬੜਾ ਮਾਣ ਵੀ ਬਖਸ਼ਿਸ਼ ਕੀਤਾ, ਬੜਾ ਸਤਿਕਾਰ ਵੀ ਬਖਸ਼ਿਸ਼ ਕੀਤਾ। ਪਰ ਜਿਸ ਦਿਨ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਜਿਹੜੇ ਸਨ ਉਹ ਬਾਬਾ ਪ੍ਰੀਤੀ ਚੰਦ ਦੀਆਂ ਗੱਲਾਂ ਦੇ ਵਿੱਚ ਆ ਕੇ ਜਿਹੜਾ ਵਾ ਉਹਨਾਂ ਨੇ ਕੀਰਤਨ ਕਰਨਾ ਬੰਦ ਕਰ ਦਿੱਤਾ ਸੀ। ਉਹ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਟੁੱਟ ਕੇ ਜਿਹੜੇ ਸੀ ਆਪਣੇ ਘਰ ਜਾ ਬੈਠੇ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਆਪਣੇ ਹੱਥ ਵਿੱਚ ਸਿਰੰਦਾ ਲੈ ਕੇ ਖੁਦ ਦਰਬਾਰ ਸਾਹਿਬ ਜਿਹੜਾ ਵਾ ਸੰਗਤ ਵਿੱਚ ਬਿਰਾਜਮਾਨ ਹੋ ਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਿਆ ਕਰਦੇ ਸੀ। ਤੋਂ ਇੱਥੋਂ ਪਤਾ ਲੱਗਦਾ ਹੈ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੀਰਤਨ ਕਲਾ ਦੇ ਵਿੱਚ ਵੀ ਨਿਪੁੰਨ ਸੀ, ਸ਼ਸਤਰ ਕਲਾ ਵਿੱਚ ਵੀ ਨਿਪੁੰਨ ਸੀ ਤੇ ਸੰਸਾਰਕ ਵਿਦਿਆ ਦੇ ਵਿੱਚ ਵੀ ਮਹਾਰਾਜ ਜੀ ਨਿਪੁੰਨ ਸੀ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਭਰਾਤਾ ਜਿਨ੍ਹਾਂ ਦੇ ਬਾਰੇ ਅਸੀਂ ਜਾਣਦੇ ਹਾਂ ਵੀ ਬਾਬਾ ਪ੍ਰਿਥੀ ਚੰਦ ਸੀ। ਇਹ ਗੱਲ ਯਾਦ ਰੱਖੋ, ਸਤਿਕਾਰਯੋਗ ਮਾਤਾ ਭਾਨੀ ਜੀ ਦੀ ਕੁੱਖੋਂ 3 ਪੁੱਤਰਾਂ ਨੇ ਜਨਮ ਲਿਆ ਵਾ ਜੀ। ਸਭ ਤੋਂ ਵੱਡੇ ਆ ਬਾਬਾ ਪ੍ਰਿਥੀ ਚੰਦ ਜਿਨ੍ਹਾਂ ਦਾ ਜਨਮ ਹੋਇਆ ਵਾ 1558 ਦੇ ਵਿੱਚ। ਬਾਬਾ ਪ੍ਰਿਥੀ ਚੰਦ ਤੋਂ ਬਾਅਦ ਮਾਤਾ ਭਾਨੀ ਜੀ ਦੀ ਕੁੱਖੋਂ ਜਨਮ ਹੋਇਆ ਬਾਬਾ ਮਹਾਦੇਵ ਜੀ ਦਾ। ਇਹ ਗੁਰੂ ਅਰਜਨ ਸਾਹਿਬ ਜੀ ਤੋਂ ਵੱਡੇ ਸੀ ਤੇ ਬਾਬਾ ਮਹਾਦੇਵ ਜੀ ਦਾ ਜਨਮ ਹੁੰਦਾ 1560 ਦੇ ਵਿੱਚ ਤੇ 15 ਅਪ੍ਰੈਲ 1563 ਦੇ ਵਿੱਚ ਸਤਿਕਾਰਯੋਗ ਮਾਤਾ ਭਾਨੀ ਜੀ ਦੀ ਕੁੱਖੋਂ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਹੁੰਦਾ ਵਾ। ਗੁਰੂ ਅਰਜਨ ਸਾਹਿਬ ਜੀ ਦੇ ਜੀ ਪ੍ਰਕਾਸ਼ ਧਾਰਨ ਕਰਦੇ ਆ। ਤੇ ਇੱਕ ਸਭ ਤੋਂ ਵੱਡੀ ਗੱਲ ਇਹ ਆ, ਮੈਂ ਦੇਖ ਰਿਹਾ ਇਤਿਹਾਸ ਦੇ ਵਿੱਚ ਵੀ ਤੁਸੀਂ ਦੇਖੋ ਇੱਕੋ ਮਾਂ ਦੀ ਕੁੱਖੋਂ ਜਿਹੜਾ ਹੈ 3 ਪੁੱਤਰਾਂ ਦਾ ਜਨਮ ਹੋਇਆ ਵਾ, ਪਰ ਤਿੰਨਾਂ ਹੀ ਪੁੱਤਰਾਂ ਦਾ ਜਿਹੜਾ ਸੁਭਾਅ ਹੈ ਤੇ ਤਿੰਨਾਂ ਹੀ ਪੁੱਤਰਾਂ ਦੇ ਜਿਹੜੇ ਗੁਣ ਨੇ ਉਹ ਆਪਸ ਦੇ ਵਿੱਚ ਮਿਲਦੇ ਨਹੀਂ ਆ। ਇਸ ਤੋਂ ਭਾਵ ਵੀ ਤਿੰਨੇ ਬਾਬਾ ਪ੍ਰਿਥੀ ਚੰਦ ਜਿਸ ਸੁਭਾਅ ਦੇ ਮਾਲਕ ਆ, ਬਾਬਾ ਮਹਾਦੇਵ ਜੀ ਉਸ ਸੁਭਾਅ ਦੇ ਮਾਲਕ ਨਹੀਂ ਆ। ਜਿਸ ਸੁਭਾਅ ਦੇ ਮਾਲਕ ਬਾਬਾ ਮਹਾਦੇਵ ਤੇ ਬਾਬਾ ਪ੍ਰਿਥੀ ਚੰਦ ਜੀ ਆ, ਉਸ ਸੁਭਾਅ ਦੇ ਮਾਲਕ ਜਿਹੜੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨਹੀਂ ਆ।
ਬਾਬਾ ਪ੍ਰਿਥੀ ਚੰਦ ਅਤੇ ਬਾਬਾ ਮਹਾਦੇਵ ਜੀ, ਬਾਬਾ ਮਹਾਦੇਵ ਇਹ ਗੱਲ ਯਾਦ ਰੱਖੋ ਜੀ, ਬਾਬਾ ਮਹਾਦੇਵ ਜੀ ਜਿਹੜੇ ਸੀ ਉਦਾਸੀ ਸੁਭਾਅ ਦੇ ਮਾਲਕ ਸੀ। ਜਿਵੇਂ ਬਾਬਾ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸੁਪੁੱਤਰ ਸਨ ਵੱਡੇ, ਉਹ ਉਦਾਸੀ ਸੁਭਾਅ ਦੇ ਮਾਲਕ ਸੀ, ਉਦਾਸੀ ਸੰਪਰਦਾ ਦੇ ਨਾਲ ਜੁੜੇ ਹੋਏ ਸੀ ਬਾਅਦ ਵਿੱਚ। ਇਸੇ ਤਰ੍ਹਾਂ ਬਾਬਾ ਮਹਾਦੇਵ ਵੀ ਉਦਾਸੀ ਸੁਭਾਅ ਦੇ ਮਾਲਕ ਸੀ ਤੇ ਉਹਨਾਂ ਨੇ ਵੀ ਸਾਰੀ ਜ਼ਿੰਦਗੀ ਜਿਹੜਾ ਵਿਆਹ ਨਹੀਂ ਕਰਾਇਆ ਤੇ ਉਦਾਸੀ ਸੰਪਰਦਾ ਦੇ ਨਾਲ ਉਹ ਜੁੜੇ ਰਹੇ ਆ। ਬਾਬਾ ਪ੍ਰਿਥੀ ਚੰਦ ਹਾਲਾਂਕਿ ਉਹ ਗ੍ਰਸਤੀ ਜੀਵਨ ਵਿੱਚ ਰਹੇ, ਪਰ ਬਾਬਾ ਪ੍ਰਿਥੀ ਚੰਦ ਦਾ ਜਿਹੜਾ ਸੁਭਾਅ ਸੀ ਉਹ ਬੜਾ ਖਰਮਾ ਸੁਭਾਅ ਸੀ। ਭਾਈ ਗੁਰਦਾਸ ਜੀ ਨੇ ਬਾਬੇ ਪ੍ਰਿਥੀ ਚੰਦ ਦੇ ਸੁਭਾਅ ਨੂੰ ਦੇਖ ਕੇ ਇਹ ਗੱਲ ਆਖੀ ਸੀ ਵੀ ਮੀਣਾ ਹੋਆ ਪ੍ਰਿਥੀਆ ਕਰ ਕਰ ਟੇਡਕ ਬਰਨ ਚਲਾਇਆ। ਵੀ ਜਿਹੜਾ ਬਾਬਾ ਪ੍ਰਿਥੀ ਚੰਦ ਇਹ ਮੀਣੇ ਸੁਭਾਅ ਦਾ ਮਾਲਕ ਸੀ। ਮੀਣੇ ਦਾ ਅਰਥ ਇਹ ਗੱਲ ਯਾਦ ਰੱਖੋ, ਭਾਈ ਕਾਹਨ ਸਿੰਘ ਜੀ ਨਾਭਾ ਨੇ ਕੀਤਾ ਵਾ ਕਪਟੀ ਸੁਭਾਅ ਦਾ ਮਾਲਕ ਹੋਣਾ। ਜਿਹੜਾ ਬੰਦਾ ਜਿਹੜਾ ਵਾ ਉਤੋਂ ਦਿਖਾਵਾ ਕੁਝ ਹੋਰ ਕਰੇ ਤੇ ਅੰਦਰੋਂ ਮਨ ਕਰਕੇ ਕੁਝ ਹੋਰ ਉੱਤੇ, ਉਹਨੂੰ ਅਸੀਂ ਮੀਣਾ ਕਹਿੰਦੇ ਆ। ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਜਿਹਨੂੰ ਇੰਜ ਆਖਿਆ ਵੀ ਮਨ ਹੋਰ ਮੁਖ ਹੋਰ ਤੇ ਕਾਂਢੇ ਕੱਚੇ ਆ। ਜਿਹੜਾ ਬੰਦਾ ਬਾਹਰੋਂ ਦਿਖਾਵਾ ਚੰਗਾ ਬਣਨ ਦਾ ਕਰੇ ਪਰ ਅੰਦਰੋਂ ਮਨ ਕਰਕੇ ਜਿਹੜਾ ਉਹ ਚੰਗਾ ਨਾ ਹੋਵੇ, ਨੀਅਤ ਵਿੱਚ ਉਹਦੇ ਕਪਟ ਹੋਵੇ, ਨੀਅਤ ਕਰਕੇ ਉਹ ਜਿਹੜਾ ਵਾ ਚੰਗਾ ਨਾ ਹੋਵੇ, ਨੀਅਤ ਉਹਦੀ ਸਾਫ਼ ਨਾ ਹੋਵੇ, ਉਹਨੂੰ ਅਸੀਂ ਕਹਿ ਦਿੰਦੇ ਵੀ ਇਹ ਬੰਦਾ ਮੀਣੇ ਸੁਭਾਅ ਦਾ ਮਾਲਕ ਆ। ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਰਖੂ ਅੱਖ ਨੇ ਦੇਖ ਲਿਆ ਸੀ ਵੀ ਬਾਬਾ ਪ੍ਰਿਥੀ ਚੰਦ ਜਿਹੜਾ ਵਾ ਇਹਦਾ ਸੁਭਾਅ ਮੀਣਿਆਂ ਵਾਲਾ ਵਾ, ਕਪਟੀ ਸੁਭਾਅ ਵਾ। ਇਹ ਜਿਹੋ ਜਿਹਾ ਬਾਹਰੋਂ ਚੰਗਾ ਹੋਣ ਦਾ ਦਿਖਾਵਾ ਕਰਦਾ ਵੈਸਾ ਹੀ ਚੰਗਾ ਹੈ ਨਹੀਂ। ਇਹਦੀ 24 ਘੰਟੇ ਜਿਹੜੀ ਬਿਰਤੀ ਆ ਉਹ ਮਾਇਆ ਵਿੱਚ ਲੱਗੀ ਰਹਿੰਦੀ ਹੈ। ਤੇ ਗੱਲ ਵੀ ਸੱਚੀ ਆ। ਜਦੋਂ ਅਸੀਂ ਬਾਬਾ ਪ੍ਰਿਥੀ ਚੰਦ ਨੂੰ ਦੇਖਦੇ ਆ ਜੀਵਨ ਇਤਿਹਾਸ ਦੀ ਤਵਾਰੀਖ ਵਿੱਚੋਂ, ਤੇ ਇਹ ਗੱਲ ਯਾਦ ਰੱਖੋ ਬਾਬਾ ਪ੍ਰਿਥੀ ਚੰਦ ਨੇ ਸਾਰੀ ਜ਼ਿੰਦਗੀ ਜਿਹੜਾ ਵਾ ਹਮੇਸ਼ਾ ਇਹੀ ਕੋਸ਼ਿਸ਼ ਕੀਤੀ, ਇਸ ਢੰਗ ਦੀਆਂ ਚਾਲਾਂ ਚੱਲੀਆਂ ਵੀ ਜਿਵੇਂ ਕਿਵੇਂ ਵੀ ਹੋਵੇ ਉਹ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਗੁਰਤਾ ਗੱਦੀ ਦਾ ਮਾਲਕ ਬਣੇ। ਤੇ ਮੈਂ ਸੰਗਤ ਵਿੱਚ ਬਾਬੇ ਪ੍ਰਿਥੀ ਚੰਦ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੁਭਾਅ ਦਾ ਇੰਜ ਟਾਕਰਾ ਕਰਦਾ ਹੁੰਨਾ ਕਿ ਦੇਖੋ ਬਾਬਾ ਪ੍ਰਿਥੀ ਚੰਦ ਦਾ ਸੁਭਾਅ ਸੀ ਬਾਂਸ ਵਰਗਾ। ਜਿਵੇਂ ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਲੋਕ ਹੁੰਦਾ ਵਾ ਨਾ ਜੀ, ਜਿੱਥੇ ਭਗਤ ਕਬੀਰ ਸਾਹਿਬ ਕਹਿੰਦੇ ਵੀ ਕਬੀਰ ਬਾਂਸ ਬੁਡਾਈ ਬੂਟਿਆ ਤੂੰ ਮਤ ਬੂਡੋ ਕੋਏ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਈ। ਜਿਹੜੇ ਬਾਂਸ ਦਾ ਦਰਖਤ ਹੁੰਦਾ ਵਾ ਉਹ ਕਹਿੰਦੇ ਆ ਵੀ ਇਤਨਾ ਜਿਹੜਾ ਵਾ ਲਾ ਲਓ ਵੀ ਔਗਣ ਦੇ ਨਾਲ ਭਰਿਆ ਹੋਇਆ ਵਾ ਵੀ ਚੰਦਨ ਵਰਗੇ ਗੁਣਕਾਰੀ ਬੂਟੇ ਦੇ ਨਿਕਟ ਹੋ ਕੇ ਵੀ ਉਹਦੇ ਵਿੱਚ ਚੰਦਨ ਦੀ ਮਹਿਕ ਨਹੀਂ ਤੇ ਕਦੀ ਵੀ ਆ ਪਾਉਂਦੀ। ਤੇ ਬਾਬਾ ਪ੍ਰਿਥੀ ਚੰਦ ਦਾ ਸੁਭਾਅ ਮਾਨੋ ਬਾਂਸ ਵਰਗਾ ਖਰਵਾ ਹੰਕਾਰ ਦਾ ਭਰਿਆ ਹੋਇਆ ਸੀ। ਜਿਹੜੇ ਬੰਦੇ ਬਾਬੇ ਪ੍ਰਿਥੀ ਚੰਦ ਦੇ ਨੇੜੇ ਹੁੰਦੇ ਸਨ ਉਹ ਬੰਦੇ ਵੀ ਜਿਹੜੇ ਸਨ ਬਾਬੇ ਪ੍ਰਿਥੀ ਚੰਦ ਦੇ ਸੁਭਾਅ ਦੇ ਹੀ ਮਾਲਕ ਬਣ ਜਾਂਦੇ ਸੀ। ਤੇ ਜੇ ਆਪਾਂ ਗੁਰੂ ਅਰਜਨ ਸਾਹਿਬ ਦੇ ਸੁਭਾਅ ਦੀ ਗੱਲ ਕਰੀਏ ਵੀ ਗੁਰੂ ਅਰਜਨ ਸਾਹਿਬ ਦਾ ਸੁਭਾਅ ਕਹੋ ਜਿਹਾ ਸੀ, ਇਹ ਗੱਲ ਯਾਦ ਰੱਖੋ ਗੁਰੂ ਅਰਜਨ ਸਾਹਿਬ ਦਾ ਸੁਭਾਅ ਸੀ ਚੰਦਨ ਵਰਗਾ। ਜਿਹਨੂੰ ਭਗਤ ਕਬੀਰ ਸਾਹਿਬ ਆਪਣੀ ਬਾਣੀ ਦੇ ਵਿੱਚ ਇੰਜ ਕਹਿੰਦੇ ਆ ਵੀ ਕਬੀਰ ਚੰਦਨ ਕਾ ਬਿਰਬਾ ਭਲਾ ਵੇੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਵੀ ਚੰਦਨ ਦਾ ਇਹ ਸੁਭਾਅ ਆ ਵੀ ਚੰਦਨ ਆਪਣੇ ਇਰਦ ਗਿਰਦ ਦੀ ਜਿਹੜੀਆਂ ਬੂਟੀਆਂ ਵਾ ਪੇੜ ਪੌਦੇ ਆ ਉਹਨਾਂ ਦੇ ਵਿੱਚ ਵੀ ਮਹਿਕ ਭਰ ਦਿੰਦਾ ਵਾ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸੁਭਾਅ ਸੀ ਚੰਦਨ ਵਰਗਾ। ਜਿਹੜੇ ਮਨੁੱਖ ਮਨ ਦਾ ਹੰਕਾਰ ਤਿਆਗ ਕੇ ਗੁਰੂ ਅਰਜਨ ਸਾਹਿਬ ਜੀ ਦੀ ਚਰਨ ਸ਼ਰਨ ਦੇ ਵਿੱਚ ਜੁੜਦੇ ਸਨ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਉਹਨਾਂ ਨੂੰ ਜਿਹੜੇ ਸਨ ਵੀ ਪਰਮੇਸ਼ਵਰ ਦੇ ਨਾਮ ਦੇ ਨਾਲ, ਨਿਰਮਲ ਕਰਮਾਂ ਦੇ ਨਾਲ ਅਤੇ ਲਾਲੂ ਚੰਗੇ ਗੁਣਾਂ ਦੇ ਨਾਲ ਜੋੜਦੇ ਸੀ। ਸੋ ਸਾਰਾ ਜੀਵਨ ਕਾਲ ਬਾਬੇ ਪ੍ਰਿਥੀ ਚੰਦ ਨੇ ਚਾਲਾਂ ਚੱਲੀਆਂ, ਕੁਝੀਆਂ ਕੋਸ਼ਿਸ਼ਾਂ ਕੀਤੀਆਂ ਗੁਰਤਾ ਗੱਦੀ ਪ੍ਰਾਪਤ ਕਰਨ ਦੀਆਂ, ਪਰ ਉਹ ਗੁਰਤਾ ਗੱਦੀ ਪ੍ਰਾਪਤ ਨਹੀਂ ਕਰ ਪਾਇਆ। ਕਿਉਂਕਿ ਜਿਹੜਾ ਬੰਦਾ, ਇਹ ਗੱਲ ਯਾਦ ਰੱਖੋ ਸਾਧ ਸੰਗਤ, ਦਾਵਾ ਜਤਾਉਂਦਾ ਵਾ ਉਹ ਬੰਦਾ ਕਦੀ ਵੀ ਜਿਹੜਾ ਵਾ ਸਫਲ ਨਹੀਂ ਹੋ ਸਕਦਾ। ਗੁਰੂ ਘਰ ਦੇ ਵਿੱਚ ਜਿਹੜਾ ਵਾ ਧਰਮ ਦੀ ਦੁਨੀਆ ਦੇ ਵਿੱਚ ਉਹੀ ਬੰਦਾ ਸਫਲ ਹੁੰਦਾ ਜਿਹੜਾ ਕਦੀ ਦਾਵਾ ਨਹੀਂ ਜਤਾਉਂਦਾ। ਸ਼ਾਇਦ ਇਹ ਇੱਕ ਵੱਡਾ ਕਾਰਨ ਸੀ। ਗੁਰੂ ਰਾਮਦਾਸ ਸਾਹਿਬ ਜੀ ਅਕਸਰ ਬਾਬੇ ਪ੍ਰਿਥੀ ਚੰਦ ਨੂੰ ਸਮਝਾਇਆ ਕਰਦੇ ਸੀ ਵੀ ਕਾਹੇ ਪੂਤ ਝਗਰਤ ਹੋ ਸੰਗ ਪਾਪ ਜਿਨਕੇ ਜਨ ਬਡੀਰੇ ਤੁਮ ਹੋ ਤਿਨ ਸੋ ਝਗਰਤ ਆਪ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਸੋ ਬਾਬੇ ਪ੍ਰਿਥੀ ਚੰਦ ਨੂੰ ਹਮੇਸ਼ਾ ਗੁਰੂ ਰਾਮਦਾਸ ਸਾਹਿਬ ਨੇ ਮੱਤ ਦੇਣ ਦੀ ਕੋਸ਼ਿਸ਼ ਕੀਤੀ, ਪਰ ਜਿਵੇਂ ਬਾਬੇ ਫਰੀਦ ਸਾਹਿਬ ਦੀ ਬਾਣੀ ਦਾ ਵਾਕ ਆ ਨਾ ਵੀ ਫਰੀਦਾ ਜੋ ਸ਼ੈਤਾਨ ਵੰਝਾਇਆ ਤੇ ਕਿਤ ਪੇਰਾ ਚਿੱਤ, ਕਿ ਜਿਹੜਾ ਬੰਦਾ ਆਪਣੇ ਆਪ ਨੂੰ ਬਦਲਣਾ ਨਾ ਚਾਹੇ ਤੇ ਉਹਨੂੰ ਬਦਲਿਆ ਨਹੀਂ ਜਾ ਸਕਦਾ। ਕਿਉਂਕਿ ਇਹ ਵੀ ਗੱਲ ਸਾਧ ਸੰਗਤ ਹਮੇਸ਼ਾ ਯਾਦ ਰੱਖੋ, ਜੇਕਰ ਸਾਡੇ ਅੰਦਰ
ਅਸੀਂ ਖੁਦ ਚਾਹੁੰਦੇ ਆ ਵੀ ਮੇਰਾ ਜੀਵਨ ਬਦਲ ਜਾਵੇ। ਜਿਵੇਂ ਅੱਜ ਆਪਾਂ ਕਹਿ ਸਕਦੇ ਹਾਂ ਵੀ ਕੋਈ ਬੰਦਾ ਸ਼ਰਾਬ ਪੀਂਦਾ ਹੈ, ਕਈ ਵਾਰ ਕਹਿੰਦੇ ਨੇ ਵੀ ਆਹ ਬੰਦਾ ਜਿਹੜਾ ਸ਼ਰਾਬ ਪੀਂਦਾ ਜੀ ਇਹ ਸ਼ਰਾਬ ਨਹੀਂ ਜੇ ਛੁੱਟ ਸਕਦੀ, ਤੇ ਮੈਂ ਹਮੇਸ਼ਾ ਕਹਿੰਦਾ ਉਹਨਾਂ ਵੀ ਜੇਕਰ ਬੰਦਾ ਆਪਣੇ ਆਪ ਦੇ ਵਿੱਚ ਬਦਲਣਾ ਚਾਹੇ, ਕੋਸ਼ਿਸ਼ ਕਰੇ ਵੀ ਮੈਂ ਸ਼ਰਾਬ ਛੱਡ ਦੇਣੀ ਆ, ਵੀ ਮੈਂ ਆਹ ਮਾੜਾ ਕੰਮ ਕਰਨਾ ਛੱਡ ਦੇਣਾ, ਚੁਗਲੀ ਕਰਨੀ, ਨਿੰਦਿਆ ਕਰਨੀ, ਬੁਰਾਈ ਕਰਨੀ, ਕਿਸੇ ਵੀ ਪੱਖੋਂ ਔਗਣ ਜਿਹੜੇ ਕਰਨੇ ਉਹ ਛੱਡ ਦੇਣੇ ਆ। ਜੇ ਬੰਦਾ ਖੁਦ ਨੂੰ ਬਦਲਣਾ ਚਾਹਵੇ ਤੇ ਉਹ ਬਦਲ ਸਕਦਾ ਵਾ ਆਪਣੇ ਆਪ। ਜੇਕਰ ਬੰਦਾ ਬਦਲਣਾ ਹੀ ਨਾ ਚਾਹਵੇ, ਅੰਦਰ ਚਾਹਤ ਹੀ ਨਾ ਹੋਵੇ ਬਦਲਣ ਦੀ, ਤੇ ਉਹਦੇ ਵਾਸਤੇ ਚਾਹੇ ਇਰਦ ਗਿਰਦ ਕਹੋ ਜਿਹਾ ਵੀ ਮਾਹੌਲ ਅਸੀਂ ਖੜਾ ਕਰ ਦਈਏ ਧਰਮ ਵਾਲਾ, ਉਹ ਬੰਦਾ ਬਦਲ ਨਹੀਂ ਸਕਦਾ। ਸੋ ਬਾਬਾ ਪ੍ਰਿਥੀ ਚੰਦ ਜਿਹੜਾ ਸੀ, ਉਹਦੇ ਅੰਦਰ ਇੱਕੋ ਹੀ ਖਵਾਇਸ਼ ਸੀ ਵੀ ਗੁਰਤਾ ਗੱਦੀ ਮੈਨੂੰ ਮਿਲੇ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਵੱਲ ਜਦੋਂ ਅਸੀਂ ਦੇਖਦੇ ਹਾਂ, ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਦੀ ਵੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਗੁਰਤਾ ਗੱਦੀ ਸੀ ਗੁਰੂ ਰਾਮਦਾਸ ਸਾਹਿਬ ਦੇ ਕੋਲ, ਉਹਦੇ ਤੇ ਕਦੀ ਵੀ ਉਹਨਾਂ ਨੇ ਦਾਅਵਾ ਨਹੀਂ ਜਤਾਇਆ। ਮੈਂ ਤੇ ਹਮੇਸ਼ਾ ਕਹਿਣਾ ਹੁੰਦਾ ਵੀ ਗੁਰੂ ਅਰਜਨ ਸਾਹਿਬ ਦਾ ਜੀਵਨ ਹੈ ਉਹ ਹੁਕਮ, ਰਜ਼ਾ ਅਤੇ ਭਾਣੇ ਦਾ ਜੀਵਨ ਹੈ। ਗੁਰੂ ਅਰਜਨ ਸਾਹਿਬ ਜ਼ਿੰਦਗੀ ਭਰ ਗੁਰੂ ਰਾਮਦਾਸ ਸਾਹਿਬ ਜੀ ਦੇ, ਗੁਰੂ ਅਮਰਦਾਸ ਸਾਹਿਬ ਦੇ ਹੁਕਮ ਦੇ ਵਿੱਚ ਰਹੇ, ਗੁਰੂ ਦੇ ਹੁਕਮ ਵਿੱਚ ਟਿਕੇ ਰਹੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਰਾਜੀ ਰਹੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਕਾਲ ਪੁਰਖ ਪਰਮਾਤਮਾ ਦੇ ਭਾਣੇ ਨੂੰ ਹਮੇਸ਼ਾ ਜੀਵਨ ਦੇ ਵਿੱਚ ਜਿਹੜਾ ਮਿੱਠਾ ਕਰਕੇ ਮੰਨਿਆ। ਇੱਕ ਗੱਲ ਇੱਥੇ ਯਾਦ ਰੱਖੋ, ਜਿਹੜਾ ਹੁਕਮ ਆ, ਰਜ਼ਾ ਵਾ, ਭਾਣਾ ਵਾ, ਜੇ ਆਪਾਂ ਉਤੋਂ ਦੀ ਅਰਥ ਕਰਾਂਗੇ, ਇਹ ਤਿੰਨ ਸ਼ਬਦ ਐਸੇ ਆ ਜਿਨ੍ਹਾਂ ਦੇ ਅਰਥ ਸਾਨੂੰ ਸਮਾਨ ਅਰਥਕ ਹੀ ਲੱਗਦੇ ਆ। ਪਰ ਇਹ ਤਿੰਨ ਸ਼ਬਦ ਹੁਕਮ, ਰਜ਼ਾ, ਭਾਣਾ ਜਿਹੜੇ ਆ ਸਮਾਨ ਅਰਥਕ ਹੋ ਕੇ ਵੀ ਇਹਨਾਂ ਦੇ ਵਿੱਚ ਕੁਝ ਥੋੜਾ ਡਿਫਰੈਂਟ ਆ ਜੀ। ਹੁਕਮ ਆਪਾਂ ਉਹਨੂੰ ਕਹਿੰਦੇ, ਜਿਵੇਂ ਆਪਾਂ ਕਹਿੰਦੇ ਵੀ ਹੁਕਮੀ ਹੋਵਨ ਆਕਾਰ, ਵੀ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਦਾ ਆਕਾਰ ਬਣਿਆ ਹੈ, ਤੇ ਇਸ ਲਈ ਵੀ ਸਾਨੂੰ ਵੀ ਗੁਰੂ ਦੇ ਹੁਕਮ ਦੇ ਵਿੱਚ ਹਮੇਸ਼ਾ ਜਿਹੜਾ ਵਾ ਉਹ ਰਾਜੀ ਰਹਿਣਾ ਚਾਹੀਦਾ ਹੈ। ਹੁਕਮ ਦਾ ਅਰਥ ਕੀ ਹੁੰਦਾ ਜੀ? ਹੁਕਮ ਦਾ ਅਰਥ ਹੈ ਜੀ ਮਰਿਆਦਾ, ਹੁਕਮ ਦਾ ਅਰਥ ਹੈ ਜੀ ਨਿਯਮ। ਜੋ ਪਰਮੇਸ਼ਵਰ ਨੇ ਨਿਯਮ ਬਣਾਇਆ ਹੈ ਇਸ ਕੁਦਰਤ ਦੇ ਵਿੱਚ ਸਾਡੇ ਜੀਵਨ ਨੂੰ ਜੂਣ ਵਾਸਤੇ, ਸਾਨੂੰ ਹਮੇਸ਼ਾ ਉਸ ਨਿਯਮ ਦੇ ਅੰਤਰਗਤ ਰਹਿ ਕੇ ਹੀ ਆਪਣੇ ਜੀਵਨ ਨੂੰ ਜੂਣਾ ਚਾਹੀਦਾ ਹੈ। ਜੋ ਪਰਮੇਸ਼ਵਰ ਨੇ ਇੱਕ ਮਰਿਆਦਾ ਨੂੰ ਘੜਿਆ ਹੈ ਇਸ ਕੁਦਰਤ ਵਿੱਚ, ਇਸ ਸ੍ਰਿਸ਼ਟੀ ਦੇ ਵਿੱਚ ਸਾਡੇ ਜੀਵਨ ਦੇ ਭਲੇ ਵਾਸਤੇ, ਉਸ ਮਰਿਆਦਾ ਦੇ ਅੰਤਰਗਤ ਰਹਿ ਕੇ ਜੀਵਨ ਨੂੰ ਸਾਨੂੰ ਜੂਣਾ ਚਾਹੀਦਾ, ਜੋ ਗੁਰੂ ਨੇ ਸਾਡੇ ਵਾਸਤੇ ਮਰਿਆਦਾ ਬਣਾਈ ਆ। ਤੋਂ ਕਹਿਣ ਤੋਂ ਭਾਵ ਹੁਕਮ ਇੱਕ ਮਰਿਆਦਾ ਵਾ, ਜੋ ਮਰਿਆਦਾ ਗੁਰੂ ਨੇ ਸਾਡੇ ਜੀਵਨ ਵਾਸਤੇ, ਪਰਮੇਸ਼ਵਰ ਨੇ ਸਾਡੇ ਜੀਵਨ ਵਾਸਤੇ ਨਿਸ਼ਚਿਤ ਕੀਤੀ ਹੈ ਜੀ। ਹੁਕਮ ਇੱਕ ਨਿਯਾਮਲੀ ਆ, ਜਿਸ ਨਿਯਾਮਲੀ ਦੇ ਅੰਤਰਗਤ ਸਾਰੀ ਸ੍ਰਿਸ਼ਟੀ ਜਿਹੜੀ ਆ ਵਿਦਮਾਨ ਆ, ਜਿਹਨੂੰ ਮਹਾਰਾਜ ਬਾਣੀ ਚ ਕਹਿੰਦੇ ਵੀ ਭੈ ਵਿੱਚ ਪਵਨ ਵਹਿ ਸਦਭਾਉ, ਭੈ ਵਿੱਚ ਚੱਲੈ ਨਾ ਖਤਰੀ ਜਾਓ। ਰਜ਼ਾ ਜਿਹੜਾ ਹੈ, ਰਜ਼ਾ ਸ਼ਬਦ ਦਾ ਅਰਥ ਹੁੰਦਾ ਵਾ ਜੀ, ਜਿਵੇਂ ਆਪਾਂ ਮਹਾਰਾਜ ਦੀ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਜੀ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਰਜ਼ਾ ਦਾ ਅਰਥ ਹੁੰਦਾ ਵੀ ਅਸੀਂ ਅਕਾਲ ਪੁਰਖ ਪਰਿਪੂਰਨ ਪਰਮੇਸ਼ਵਰ ਦੇ ਉੱਤੇ ਕਿਸੇ ਪ੍ਰਕਾਰ ਦਾ ਕਿੰਤੂ ਨਾ ਕਰੀਏ, ਹਮੇਸ਼ਾ ਅਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਈਏ, ਹਮੇਸ਼ਾ ਪਰਮਾਤਮਾ ਦਾ ਅਸੀਂ ਧੰਨਵਾਦ ਕਰੀਏ। ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਅਸੀਂ ਪਰਮੇਸ਼ਵਰ ਦੀ ਰਜ਼ਾ ਵਿੱਚ ਰਾਜੀ ਰਹਿਣਾ, ਜਿਹਨੂੰ ਆਪਾਂ ਰੋਜ਼ ਪੜ੍ਹਦੇ ਹਾਂ ਵੀ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਵੀ ਪਰਮੇਸ਼ਵਰ ਦੀ ਰਜ਼ਾ, ਮਾਲਕ ਦੀ ਰਜ਼ਾ ਵਿੱਚ ਜਿਹੜਾ ਵਾ ਸਾਨੂੰ ਰਾਜੀ ਰਹਿਣਾ ਚਾਹੀਦਾ, ਉਹਦੀ ਰਜ਼ਾ ਵਿੱਚ ਸਾਨੂੰ ਚੱਲਣਾ ਚਾਹੀਦਾ। ਰਜ਼ਾ ਦਾ ਅਰਥ ਹੁੰਦਾ ਸਾਧ ਸੰਗਤ ਵੀ ਪਰਮੇਸ਼ਵਰ ਦਾ ਹਮੇਸ਼ਾ ਅਸੀਂ ਧੰਨਵਾਦ ਕਰੀਏ, ਉਹਦਾ ਸ਼ੁਕਰਾਨਾ ਕਰੀਏ। ਤੇ ਜਿਹੜਾ ਸ਼ਬਦ ਆ ਭਾਣਾ, ਸ਼ਬਦ ਦਾ ਅਰਥ ਆ ਜੀ ਪਰਮਾਤਮਾ ਨੇ ਜੋ ਕੀਤਾ ਉਹਨੂੰ ਜਿਹੜਾ ਵਾ ਉਹਨੂੰ ਅਸੀਂ ਇੰਜ ਸਵੀਕਾਰ ਕਰਨਾ ਵੀ ਉਹਦੇ ਵਿੱਚ ਹੀ ਸਾਡਾ ਭਲਾ ਵਾ। ਜਿਵੇਂ ਮੈਂ ਬਾਣੀ ਦੇ ਵਿੱਚੋਂ ਸ਼ਬਦ ਆਪ ਜੀ ਦੇ ਨਾਲ ਸਾਂਝਾ ਕਰਾਂ, ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜੋ ਤੁਧ ਭਾਵੈ ਸਾਈ ਭਲੀ ਕਾਰ, ਜਾਂ ਤੇਰਾ ਕੀਆ ਮਿੱਠਾ ਲੱਗੇ, ਜੋ ਗੁਰੂ ਅਰਜਨ ਸਾਹਿਬ ਦਾ ਆਪਾਂ ਸ਼ਬਦ ਪੜ੍ਹਦੇ ਆ। ਕਹਿਣ ਤੋਂ ਭਾਵ ਜੋ ਪਰਮੇਸ਼ਵਰ ਕਰ ਰਿਹਾ ਉਹਨੂੰ ਅਸੀਂ ਇੰਜ ਜਾਣੀਏ ਵੀ ਉਹਦੇ ਵਿੱਚ ਹੀ ਸਾਡਾ ਭਲਾ ਵਾ, ਉਹਦੇ ਵਿੱਚ ਹੀ ਸਾਡੇ ਜੀਵਨ ਦਾ ਜਿਹੜਾ ਵਾ ਨਿਸਤਾਰਾ ਹੋਣਾ ਹੈ। ਤੋਂ ਪਰਮੇਸ਼ਵਰ ਦੇ ਕੀਤੇ ਨੂੰ ਆਪਣੇ ਵਾਸਤੇ ਭਲਾ ਕਰਕੇ ਜੀ ਭਾਣਾ, ਪਰਮੇਸ਼ਵਰ ਦੇ ਕੀਤੇ ਦਾ ਹਮੇਸ਼ਾ ਧੰਨਵਾਦ ਕਰਨਾ, ਇਹ ਹੈ ਜੀ ਰਜ਼ਾ। ਪਰਮਾਤਮਾ ਦੇ ਹੁਕਮ ਨੂੰ ਜਿਹੜਾ ਵਾ, ਉਹਦੀ ਨਿਯਾਮਲੀ ਨੂੰ, ਉਹਦੀ ਮਰਿਆਦਾ ਨੂੰ ਸੱਤ ਕਰਕੇ ਜੀਵਨ ਵਿੱਚ ਮੰਨਣਾ, ਇਹ ਹੈ ਜੀ ਪਰਮੇਸ਼ਵਰ ਦਾ ਹੁਕਮ ਜਾਂ ਗੁਰੂ ਦਾ ਹੁਕਮ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ, ਜੇ ਉਹਨੂੰ ਆਪਾਂ ਦੇਖੀਏ ਤੇ 1563 ਈਸਵੀ ਉਹਨਾਂ ਦੇ ਪ੍ਰਕਾਸ਼ ਵਾਲੇ ਸੰਨ ਤੋਂ ਲੈ ਕੇ
1581 तक ਜਿਹੜਾ ਵਾ 1581 ਨੂੰ ਇਹ ਗੱਲ ਯਾਦ ਰੱਖੋ 28 ਅਗਸਤ 1581 ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ ਜੀ। 1581 ਤੋਂ 81 ਦੇ ਵਿੱਚ 1 ਸਤੰਬਰ 1581 ਚ ਗੁਰੂ ਰਾਮਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿਹੜੇ ਆ ਜੋਤੀ ਜੋਤ ਸਮਾ ਜਾਂਦੇ ਆ। 1563 ਤੋਂ ਲੈ ਕੇ 1581 ਤੱਕ ਜਿਹੜਾ ਵਾ ਗੁਰੂ ਅਰਜਨ ਸਾਹਿਬ ਦਾ ਜਿਹੜਾ ਜੀਵਨ ਆ ਉਹ ਹੁਕਮ ਦੇ ਵਿੱਚ ਆ। ਜੋ ਗੁਰੂ ਰਾਮਦਾਸ ਸਾਹਿਬ ਹੁਕਮ ਕਰਦੇ ਆ ਗੁਰੂ ਅਰਜਨ ਸਾਹਿਬ ਉਹਨੂੰ ਫੋਲੋ ਕਰ ਰਹੇ ਆ, ਉਹਨੂੰ ਸਤ ਕਰਕੇ ਮੰਨਦੇ ਆ। ਫਿਰ 1580 ਤੋਂ ਲੈ ਕੇ ਜੇ ਆਪਾਂ ਦੇਖੀਏ ਵੀ 1606 ਤੱਕ 1606 ਤੱਕ ਦਾ ਮਤਲਬ ਆ ਵੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ 30 ਮਈ 1606 ਨੂੰ ਸ਼ਹੀਦ ਕੀਤਾ ਜਾਂਦਾ ਵਾ। 1606 ਤੱਕ ਗੁਰੂ ਅਰਜਨ ਸਾਹਿਬ ਦਾ ਜਿਹੜਾ ਜੀਵਨ ਕਾਲ ਦਾ ਇਹ ਸਮਾਂ ਵਾ ਇਹਨੂੰ ਇੰਜ ਜਾਣੋ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਿਹੜਾ ਜੀਵਨ ਆ ਉਹ ਰਜ਼ਾ ਦੀ ਵਿਆਖਿਆ ਕਰ ਰਿਹਾ ਵੀ ਰਜ਼ਾ ਵਿੱਚ ਕਿਵੇਂ ਰਾਜੀ ਰਹੀਦਾ ਵਾ। ਉਹ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ। ਤੁਸੀਂ ਦੇਖ ਸਕਦੇ ਹੋ ਇਤਿਹਾਸ ਦੇ ਵਿੱਚੋਂ ਵੀ ਬਾਬੇ ਪ੍ਰਿਥੀ ਚੰਦ ਨੇ ਤੂੰ ਅਰਜਨ ਸਾਹਿਬ ਮਹਾਰਾਜ ਜੀ ਦੇ ਨਾਲ ਇਤਨੀ ਜ਼ਿਆਦਾ ਈਰਖਾ ਰੱਖੀ, ਇਤਨਾ ਜ਼ਿਆਦਾ ਵੈਰ ਵਿਰੋਧਤਾ ਕੀਤੀ, ਜਿਸ ਦਿਨ 1580 ਗੁਰੂ ਅਰਜਨ ਗੱਦੀ ਦੀ ਦਾਤ ਪ੍ਰਾਪਤ ਹੋਈ। ਤੇ ਇਹ ਜਿਹੜੀ ਦਾਤ ਸੀ ਗੁਰੂ ਅਰਜਨ ਸਾਹਿਬ ਨੇ ਚਾਹੀ ਨਹੀਂ ਸੀ। ਯਾਦ ਰੱਖੋ ਜਿਹੜੀ ਗੁਰਤਾ ਗੱਦੀ ਦੀ ਦਾਤ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਗੱਲ ਭਲੀ ਭਾਂਤ ਜਾਣਦੇ ਸੀ ਵੀ ਗੁਰਤਾ ਗੱਦੀ ਦੀ ਦਾਤ ਜਿਹੜੀ ਆ ਇਹ ਇਲਾਹੀ ਦਾਤ ਆ, ਇਹ ਬਖਸ਼ਿਸ਼ ਵਾਲੀ ਦਾਤ ਆ। ਜਿਹੜਾ ਬੰਦਾ ਪਰਮਾਤਮਾ ਦੀ ਨਜ਼ਰ ਵਿੱਚ ਗੁਰੂ ਦੀ ਨਜ਼ਰ ਵਿੱਚ ਪ੍ਰਮਾਣ ਹੋ ਜਾਂਦਾ ਵਾ ਉਸ ਬੰਦੇ ਨੂੰ ਜਿਹੜਾ ਵਾ ਖੁਦ ਜਿਹੜਾ ਵਾ ਗੁਰੂ ਉਹਦੇ ਤੇ ਪ੍ਰਸੰਨ ਹੋ ਕੇ ਉਹਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਦਾ ਵਾ। ਇਹ ਦਾਤ ਜਿਹੜੀ ਆ ਇਹ ਦਾਅਵੇ ਜਤਾਉਣ ਦੇ ਨਾਲ ਕਦੀ ਪ੍ਰਾਪਤ ਨਹੀਂ ਹੁੰਦੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਸ ਗੱਲ ਨੂੰ ਭਲੀ ਭਾਂਤ ਜਾਣਦੇ। ਗੁਰੂ ਸਾਹਿਬ ਨੇ ਦਾਅਵਾ ਨਹੀਂ ਸੀ ਜਤਾਇਆ। ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਰਜਨ ਸਾਹਿਬ ਦੇ ਜੀਵਨ ਨੂੰ ਦੇਖਿਆ, ਉਹਨਾਂ ਦੇ ਚੰਗੇ ਗੁਣਾਂ ਨੂੰ ਦੇਖਿਆ। ਹਾਲਾਂਕਿ ਅਸੀਂ ਇੱਕ ਗੱਲ ਹੋਰ ਇੱਥੇ ਦੇਖਣ ਵਾਲੀ ਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਬਾਬਾ ਬੁੱਢਾ ਜੀ ਵੀ ਸਨ ਤੇ ਭਾਈ ਗੁਰਦਾਸ ਵਰਗੇ ਜਿਹੜੇ ਸਨ ਪੁਰਸ਼ ਵੀ ਉਸ ਸਮੇਂ ਮੌਜੂਦ ਸਨ। ਪਰ ਜਿਵੇਂ ਮਹਾਰਾਜ ਨੇ ਬਾਣੀ ਵਿੱਚ ਇਹ ਗੱਲ ਆਖੀ ਹੈ ਨਾ ਵੀ ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ, ਵੀ ਜਿਹੜਾ ਬੰਦਾ ਤਖਤ ਦੇ ਲਾਇਕ ਹੁੰਦਾ ਯੋਗ ਹੁੰਦਾ ਉਹਨੂੰ ਹੀ ਜਿਹੜੀ ਆ ਪ੍ਰਾਪਤੀ ਹੁੰਦੀ ਆ। ਗੁਰਤਾ ਗੱਦੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਤੋਂ ਚੱਲੀ ਉਹ ਜਿਹੜੀ ਦਾਤ ਸੀ ਗੁਰਤਾ ਗੱਦੀ ਵਾਲੀ ਇਹਦੇ ਲਾਇਕ ਸਨ, ਇਹਦੇ ਯੋਗ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ। ਤੇ ਯੋਗ ਜਾਣ ਕੇ ਹੀ ਗੁਰੂ ਰਾਮਦਾਸ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬੇ ਪ੍ਰਿਥੀ ਚੰਦ ਨੂੰ ਮਹਾਦੇਵ ਨੂੰ ਛੱਡ ਕੇ ਗੁਰੂ ਅਰਜਨ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਤੁਸੀਂ ਇੱਕ ਗੱਲ ਹੋਰ ਕਦੀ ਧਿਆਨ ਦਿਓ, ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ ਆਪਣੇ ਪੁੱਤਰ ਬਾਬੇ ਸ਼੍ਰੀ ਚੰਦ ਨੂੰ ਪਿੱਛੇ ਛੱਡ ਕੇ, ਬਾਬੇ ਲਖਮੀ ਦਾਸ ਨੂੰ ਪਿੱਛੇ ਛੱਡ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਜਿਹੜੇ ਭਾਈ ਲਹਿਣਾ ਜੀ ਦੇ ਰੂਪ ਚ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੇ ਸਨ। ਇੱਕ ਸੇਵਕ ਨੂੰ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦੋ ਪੁੱਤਰ ਸੀ ਬਾਬਾ ਦਾਤੂ ਤੇ ਬਾਬਾ ਦਾਸੂ ਜੀ। ਉਹ ਦਾਅਵੇ ਜਤਾਉਂਦੇ ਸੀ ਵੀ ਸਾਨੂੰ ਗੁਰਤਾ ਗੱਦੀ ਮਿਲੇ, ਪਰ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਪਿੱਛੇ ਰੱਖ ਕੇ ਗੁਰੂ ਅਮਰਦਾਸ ਸਾਹਿਬ ਨੂੰ ਜਿਹੜਾ ਵਾ ਇੱਕ ਸੇਵਕ ਜਾਣ ਕੇ ਉਹਨਾਂ ਨੂੰ ਗੁਰਤਾ ਗੱਦੀ ਦੀ ਦਾਤ ਦਿੱਤੀ। ਹਾਲਾਂਕਿ ਇਹ ਗੱਲ ਯਾਦ ਰੱਖੋ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਮਹਾਰਾਜ ਦਾ ਜਿਹੜਾ ਸੰਸਾਰਕ ਤੌਰ ਤੇ ਰਿਸ਼ਤਾ ਸੀ ਉਹ ਕੁੜਮਾਚਾਰੀ ਦਾ ਰਿਸ਼ਤਾ ਸੀ, ਕਿਉਂਕਿ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਸਪੁੱਤਰੀ ਸੀ ਬੀਬੀ ਅਮਰੋ ਜੀ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿਹੜੇ ਸਨ ਭਤੀਜੇ ਦੇ ਨਾਲ ਵਿਆਹੀ ਹੋਈ ਸੀ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜਵਾਈ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਿਹੜਾ ਵਾ ਉਹ ਗੁਰਤਾ ਗੱਦੀ ਦੀ ਦਾਤ ਦਿੱਤੀ। ਹਾਲਾਂਕਿ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਬਾਬੇ ਮੋਹਨ ਨੇ ਬੜਾ ਜ਼ੋਰ ਲਾਇਆ ਸੀ ਵੀ ਉਹਨਾਂ ਨੂੰ ਗੁਰਤਾ ਗੱਦੀ ਮਿਲੇ, ਪਰ ਗੁਰੂ ਅਮਰਦਾਸ ਸਾਹਿਬ ਨੇ ਯੋਗ ਜਾਣ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ। ਗੁਰੂ ਰਾਮਦਾਸ ਸਾਹਿਬ ਨੇ ਆਪਣੇ ਵੱਡੇ ਸਪੁੱਤਰਾਂ ਨੂੰ ਪਿੱਛੇ ਕਰਕੇ ਗੁਰੂ ਅਰਜਨ ਸਾਹਿਬ ਨੂੰ ਯੋਗ ਜਾਣ ਕੇ ਗੁਰਤਾ ਗੱਦੀ ਦੀ ਦਾਤ ਦਿੱਤੀ। ਫਿਰ ਗੁਰੂ ਅਰਜਨ ਸਾਹਿਬ ਨੇ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੁਸੀਂ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਵੀ ਮੌਜੂਦ ਸੀ। ਗੁਰੂ ਤੇਗ ਬਹਾਦਰ ਸਾਹਿਬ ਛੋਟੇ ਪੁੱਤਰ ਸੀ ਗੁਰੂ ਅਰਜਨ ਸਾਹਿਬ ਦੇ 5 ਪੁੱਤਰਾਂ ਦੇ ਵਿੱਚੋਂ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੋਤਰੇ ਗੁਰੂ ਹਰਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ। ਹਰਰਾਏ ਸਾਹਿਬ ਜੀ ਦੇ ਵੇਲੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ, ਪਰ ਗੁਰੂ ਹਰਰਾਏ ਸਾਹਿਬ ਨੇ ਯੋਗ ਜਾਣ ਕੇ ਉਸ ਸਮੇਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਹੜੇ ਸਨ, ਹਾਲਾਂਕਿ ਰਿਸ਼ਤੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਦਾਦਾ ਜੀ ਲੱਗਦੇ ਸੀ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਿਹੜਾ ਵਾ ਆਪਣੇ
ਦਾਦਾ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਆਪਣੇ ਪੁੱਤਰ ਨੂੰ। ਸੋ ਮੇਰੇ ਕਹਿਣ ਤੋਂ ਭਾਵ ਜੀ, ਸਮੁੱਚਾ ਜਿਹੜਾ ਇਤਿਹਾਸ ਆ ਸਾਡੇ ਗੁਰੂ ਸਾਹਿਬਾਨਾਂ ਦਾ, ਇਹ ਇੱਕ ਸਾਡੇ ਸਾਹਮਣੇ ਮਿਸਾਲ ਆ ਵੀ ਗੁਰੂਆਂ ਨੇ ਹਮੇਸ਼ਾ ਜਿਹੜਾ ਵਾ ਜੋਗ ਜਾਣ ਕੇ ਜਿਹੜਾ ਵਾ ਉਹ ਗੁਰੂ ਸਾਹਿਬਾਨਾਂ ਨੇ ਆਪਣੇ ਤੋਂ ਅੱਗੇ ਜਿਹੜਾ ਵਾ ਗੁਰਤਾ ਗੱਦੀ ਦਾ ਉੱਤਰਾਧਿਕਾਰੀ ਚੁਣਿਆ ਸੀ। ਅੱਜ ਦੇ ਸਾਡੇ ਜਿਹੜਾ ਵਾ ਪੰਥ ਵਿੱਚ, ਸਿੱਖ ਸਮਾਜ ਵਿੱਚ ਸਿਸਟਮ ਜਿਹੜਾ ਬਿਲਕੁਲ ਜਿਹੜਾ ਵਾ ਜੁਦਾ ਹੋ ਚੁੱਕਾ ਹੈ। ਅੱਜ ਜਦੋਂ ਅਸੀਂ ਦੇਖਦੇ ਹਾਂ ਵੀ ਕੌਮ ਦਾ ਕੋਈ ਜਥੇਦਾਰ ਚੁਣਨਾ ਹੈ, ਕੌਮ ਦਾ ਕੋਈ ਜਿਹੜਾ ਵਾ ਲੀਡ ਕਰਨ ਵਾਲਾ ਕੋਈ ਆਗੂ ਚੁਣਨਾ ਹੈ, ਤੇ ਉਸ ਤੋਂ ਆਗੂ ਚੁਣਨ ਵਾਸਤੇ ਅੱਜ ਜਿਹੜਾ ਵੋਟਿੰਗ ਸਿਸਟਮ ਅਪਣਾਇਆ ਗਿਆ ਵਾ, ਜਿਹੜਾ ਅੰਗਰੇਜ਼ ਵੋਟਿੰਗ ਸਿਸਟਮ ਦੇ ਗਏ ਸਨ, ਇਸ ਨੂੰ ਉਹੀ ਵੋਟਿੰਗ ਸਿਸਟਮ ਦੇ ਨਾਲ ਜਿਹੜਾ ਵਾ ਅਸੀਂ ਪੰਥ ਦੇ ਨੁਮਾਇੰਦੇ ਚੁਣਦੇ ਆ। ਪਰ ਇਹ ਸਾਡੀ ਕੌਮ ਦੇ ਵਿੱਚ ਮੈਂ ਸਮਝਦਾ ਬੜੀ ਵੱਡੀ ਘਾਟ ਆ, ਕਿਉਂਕਿ ਗੁਰੂ ਸਾਹਿਬਾਨਾਂ ਨੇ ਜਿਹੜਾ ਵਾ ਸਾਨੂੰ ਵੋਟਿੰਗ ਸਿਸਟਮ ਨਹੀਂ ਸੀ ਦਿੱਤਾ। ਵਾਸਤੇ ਹਮੇਸ਼ਾ ਗੁਣਾਂ ਨੂੰ, ਕਾਬਲੀਅਤ ਨੂੰ, ਯੋਗਤਾ ਨੂੰ ਜਿਹੜਾ ਵਾ ਮੁੱਖ ਰੱਖਿਆ ਜਾਣਾ ਚਾਹੀਦਾ ਹੈ, ਕਿਉਂਕਿ ਪੰਥ ਦਾ ਜਿਹੜਾ ਆਗੂ ਹੁੰਦਾ ਹੈ, ਸਾਧ ਸੰਗਤ, ਉਸ ਆਗੂ ਦੇ ਪਿੱਛੇ ਹੀ ਪੰਥ ਦੇ ਜਿਹੜੇ ਨੁਮਾਇੰਦੇ ਆ, ਪੰਥ ਦੀ ਜਿਹੜੀ ਸੰਗਤ ਆ, ਉਹਨਾਂ ਨੇ ਚੱਲਣਾ ਹੁੰਦਾ। ਜੇ ਆਗੂ ਠੀਕ ਨਾ ਹੋਏਗਾ, ਯੋਗ ਨਾ, ਕਾਬਲ ਨਾ ਹੋਏਗਾ, ਤੇ ਉਹ ਸਾਰੇ ਪੰਥ ਨੂੰ ਜਿਹੜਾ ਵਾ ਉੱਜੜ ਰਾਹ ਪਾ ਦੇਗਾ। ਤੇ ਇਹਦੀ ਅਨੇਕਾਂ ਮਿਸਾਲਾਂ ਜਿਹੜੀਆਂ ਵਾ ਅੱਜ ਤੀਕ ਅਸੀਂ ਦੇਖ ਚੁੱਕੇ ਹਾਂ ਆਪਣੇ ਸਿੱਖ ਸਮਾਜ ਦੇ ਵਿੱਚੋਂ। ਸੋ ਖੈਰ, ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਅਜਿਹੇ ਪੂਰਨੇ ਪਾਏ। ਬਾਬੇ ਪ੍ਰਿਥੀ ਚੰਦ ਨੇ ਜ਼ੋਰ ਲਾਇਆ ਵੀ ਮੈਨੂੰ ਗੁਰਤਾ ਗੱਦੀ ਮਿਲੇ, ਪਰ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ 1581 ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਗਏ। ਗੁਰੂ ਅਰਜਨ ਸਾਹਿਬ ਜਦੋਂ ਗੁਰਤਾ ਗੱਦੀ ਤੇ ਬੈਠੇ, ਉਸ ਸਮੇਂ ਪ੍ਰਿਥੀ ਚੰਦ ਨੇ ਬੜਾ ਰੋਲਾ ਚੱਕਿਆ। ਮਸੰਦਾਂ ਨੂੰ ਆਪਣੇ ਨਾਲ ਗੰਢ ਤੁੱਪ ਕਰਕੇ ਉਹਨੇ ਰੋਲਾ ਉਠਾਇਆ ਵੀ ਜਿਹੜੀ ਗੁਰਤਾ ਗੱਦੀ ਆ ਉਹਦਾ ਮਾਲਕ ਮੈਂ ਆ। ਜਿਹੜੀ ਪੱਗ ਹੈ, ਗੁਰੂ ਰਾਮਦਾਸ ਸਾਹਿਬ ਜੀ ਦੇ ਜਾਣ ਤੋਂ ਬਾਅਦ ਜਿਹੜੀ ਪਗੜੀ ਦੀ ਹੋਣੀ ਸੀ, ਇਹ ਪੱਗ ਦਾ ਵੀ ਉੱਤਰਾਧਿਕਾਰੀ ਮੈਂ ਆ। ਪਰ ਉਸ ਸਮੇਂ ਤੁਸੀਂ ਦੇਖੋ, ਜਿਵੇਂ ਭੱਟ ਜੀ ਕਹਿੰਦੇ ਆ ਨਾ, ਗੁਰੂ ਅਰਜਨ ਸਾਹਿਬ ਦੀ ਸਿਫਤ ਕਰਦੇ ਆ ਵੀ ਧਰਮ ਧੀਰ ਗੁਰਮਤਿ ਗੰਭੀਰ, ਵੀ ਗੁਰੂ ਅਰਜਨ ਸਾਹਿਬ ਦੇ ਧੀਰਜ ਬਹੁਤ ਜ਼ਿਆਦਾ ਸੀ। ਗੁਰੂ ਅਰਜਨ ਸਾਹਿਬ ਦੀ ਸਬਰ ਅਤੇ ਧੀਰਜ ਦੀ ਮੂਰਤ ਸਨ, ਤੇ ਬੜੇ ਠਰਮੇ ਦੇ ਨਾਲ ਹਰ ਇੱਕ ਜਿਹੜਾ ਵਾ ਗੁਰੂ ਅਰਜਨ ਸਾਹਿਬ ਕਾਰਜ ਨਿਭਾਉਂਦੇ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ ਮਿਲੀ, ਪਗੜੀ ਦੀ ਰਸਮ ਜਿਸ ਦਿਨ ਅਦਾ ਹੋਣ ਲੱਗੀ 1581 ਵਿੱਚ, ਉਸ ਸਮੇਂ ਬਾਬੇ ਪ੍ਰਿਥੀ ਚੰਦ ਨੇ ਬੜੀ ਹੁੱਲੜਬਾਜ਼ੀ ਕੀਤੀ, ਬੜਾ ਰੋਲਾ ਸ਼ੋਰਗੁਲ ਕੀਤਾ। ਪਰ ਗੁਰੂ ਅਰਜਨ ਸਾਹਿਬ ਦੀ ਧੀਰਜਤਾ ਦੀ ਮੂਰਤ, ਸਬਰ ਦੀ ਮੂਰਤ ਜਿਹੜੇ ਸਨ, ਉਹ ਇੱਕਦਮ ਸ਼ਾਂਤ ਬੈਠੇ ਰਹੇ। ਉਹਨਾਂ ਨੇ ਇੱਕ ਬੋਲ ਵੀ ਆਪਣੀ ਜ਼ੁਬਾਨ ਦੇ ਵਿੱਚੋਂ ਬਾਬੇ ਪ੍ਰਿਥੀ ਚੰਦ ਦੇ ਬਰ ਖਿਲਾਫ ਨਹੀਂ ਬੋਲਿਆ। ਸ਼ਾਇਦ ਇਹੀ ਇੱਕ ਵੱਡਾ ਕਾਰਨ ਸੀ, ਕਿਉਂਕਿ ਇਹ ਗੱਲ ਯਾਦ ਰੱਖੋ, ਜਿਹੜੇ ਭੱਟਾਂ ਦੇ ਸਵਈਏ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਗੁਰੂ ਉਸਤਤੀ ਦੇ ਉਸਤਤ ਦੇ ਵਿੱਚ ਸਾਹਿਬਾਨ, ਜਿਸ ਦਿਨ ਗੁਰੂ ਅਰਜਨ ਸਾਹਿਬ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਸੀ, ਉਸ ਦਿਨ ਭੱਟ ਸਾਹਿਬਾਨ ਗੁਰੂ ਘਰ ਦੇ ਵਿੱਚ ਆਏ ਸੀ, ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ ਸੀ। ਤੇ ਜਦੋਂ ਉਹਨਾਂ ਨੇ ਦੇਖਿਆ ਵੀ 18 ਵਰ੍ਹਿਆਂ ਦੀ ਉਮਰ ਦੇ ਵਿੱਚ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਦੇ ਮਾਲਕ ਬਣਦੇ ਆ, ਤੇ ਇੱਕ ਪਾਸੇ ਬਾਬਾ ਪ੍ਰਿਥੀ ਚੰਦ ਈਰਖਾ ਵਸ ਰੋਲਾ ਪਾਉਂਦਾ, ਪਰ ਦੂਸਰੇ ਪਾਸੇ ਸ਼ਾਂਤ ਸਭੀ ਮੂਰਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਟਿਕੇ ਹੋਏ ਆ, ਠਰਮ ਵਿੱਚ ਬੈਠੇ ਆ। ਤੇ ਉਸ ਸਮੇਂ ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਦਾ ਇਤਨਾ ਚੰਗਾ ਪ੍ਰਭਾਵ ਸਾਹਿਬਾਨਾਂ ਦੇ ਜੀਵਨ ਉੱਪਰ ਪਿਆ, ਤੇ ਬਾਅਦ ਵਿੱਚ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਖੜ ਕੇ ਜਿਹੜਾ ਵਾ ਗੁਰੂ ਦੀ ਉਸਤਤ ਕੀਤੀ ਸੀ। ਤਾਂ ਹੀ ਉਹਨਾਂ ਨੇ ਗੱਲ ਇਹ ਆਖੀ ਸੀ ਵੀ ਰਹਿਓ ਸੰਤ ਹੋ ਟੋਲ, ਸਾਧਗੋ ਤੇਰੇ ਦਿੱਤੇ, ਜੋਗੀ ਸੰਨਿਆਸੀ ਤਪਸ਼ੀਏ, ਮੁਖੋਏ ਪੰਡਤ ਮਿੱਠੇ, ਏਕ ਬਰਸ ਹੋ ਫਿਰੋ ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਵੀ 1 ਸਾਲ ਹੋ ਗਿਆ ਵੀ ਸਾਨੂੰ, ਅਸੀਂ ਜਿਹੜਾ ਵਾ ਗੁਰੂ ਦੀ ਭਾਲ ਦੇ ਵਿੱਚ ਤੁਰੇ ਹੋਏ ਸੀ, ਪਰ ਕਿਤੋਂ ਵੀ ਸਾਨੂੰ ਜਿਹੜਾ ਵਾ ਗੁਰੂ ਅਰਜਨ ਸਾਹਿਬ ਵਰਗਾ, ਗੁਰੂ ਨਾਨਕ ਸਾਹਿਬ ਵਰਗਾ ਗੁਰੂ ਨਹੀਂ ਜੇ ਪ੍ਰਾਪਤ ਹੋਇਆ। ਤੋਂ ਭੱਟ ਸਾਹਿਬਾਨਾਂ ਨੇ ਵੀ ਇਸ ਗੱਲ ਤੋਂ ਭੱਟ ਸਾਹਿਬਾਨ ਨੇ ਵੀ ਬੜੇ ਪ੍ਰਭਾਵਿਤ ਹੋਏ। ਤੋਂ ਮੇਰੇ ਜਿਹੜੀ ਬੇਨਤੀ ਕਰ ਰਿਹਾ ਸੀ ਵੀ ਅਰਜਨ ਸਾਹਿਬ ਰਜ਼ਾ ਦੀ ਮੂਰਤ ਰਹੇ। ਜਿਹਨੂੰ ਗੁਰੂ ਅਰਜਨ ਸਾਹਿਬ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੁੰਦਾ ਵਾ। ਇਹ ਗੱਲ ਯਾਦ ਰੱਖੋ, 1595 ਦੇ ਵਿੱਚ ਜਿਹੜਾ ਵਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਜੀ, 1595 19 ਜੂਨ 1595 ਦੇ ਵਿੱਚ। ਤੇ ਜਦੋਂ ਮਹਾਰਾਜ ਜੀ ਦੇ ਘਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ, ਮਾਤਾ ਗੰਗਾ ਜੀ ਦੀ ਕੁੱਖੋਂ, ਤੇ ਬਾਬਾ ਪ੍ਰਿਥੀ ਚੰਦ ਜਿਹੜਾ ਪਹਿਲਾਂ ਇਸ ਗੱਲ ਦਾ ਹੌਸਲਾ ਕਰਕੇ ਬੈਠਾ ਹੋਇਆ ਵੀ ਜੇਕਰ ਮੈਂ ਗੁਰਤਾ ਗੱਦੀ ਦਾ ਮਾਲਕ ਨਹੀਂ ਬਣਿਆ, ਤੇ ਮੇਰਾ ਅੱਗੇ ਜਿਹੜਾ ਪੁੱਤਰ ਆ ਬਾਬਾ, ਉਹਦਾ ਜਿਹੜਾ ਪੁੱਤਰ ਸੀ ਮਿਹਰਬਾਨ, ਵੀ ਬਾਬਾ ਮਿਹਰਬਾਨ ਮੇਰਾ ਪੁੱਤਰ ਜਿਹੜਾ, ਮੇਰੀ ਇਕਲੌਤੀ ਔਲਾਦ ਜਿਹੜੀ ਆ,
ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਪਤਾ ਗੱਦੀ ਦੀ ਮਾਲਕ ਬਣੇਗੀ, ਕਿਉਂਕਿ ਉਹਦੇ ਮਨ ਵਿੱਚ ਇਹ ਸੀ ਬੀਬੀ ਕਰਮੋ, ਕਿਉਂਕਿ ਬੀਬੀ ਕਰਮੋ ਦੀ ਘਰ ਵਾਲੀ ਸੀ, ਵੀ ਗੁਰੂ ਅਰਜਨ ਸਾਹਿਬ ਦੇ ਘਰ ਕੋਈ ਔਲਾਦ ਨਹੀਂ ਆ। ਪਰ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ ਵੀ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਝੂਠਾ ਕਿੰਨੀ ਦਾਤ ਦੇ ਮਹਾਵਾਕ ਅਨੁਸਾਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਵੱਡ ਜੋਧਾ ਬੋ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਵਾ ਜਨਮ ਦਿਨ 1595 ਵਿੱਚ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਸਤੀ ਕੱਪੜੇ ਜਿਹੜੀ ਆ ਵੀ ਬਾਬੇ ਪ੍ਰੀਤੀ ਚੰਦ ਤੇ ਉਹਦੀ ਘਰ ਵਾਲੀ ਨੂੰ ਜਿਹੜੀ ਸੀ ਅੱਗ ਲੱਗ ਗਈ ਸੀ। ਈਰਖਾ ਦੀ ਅੱਗ ਵਿੱਚ ਇੰਨੇ ਮੱਚੇ ਤੇ ਬਾਬੇ ਪ੍ਰੀਤੀ ਚੰਦ ਨੇ ਕਹਿੰਦੇ ਇਤਿਹਾਸ ਦੀ ਵਾਰੀ ਕਹਿੰਦੀ 4 ਵਾਰੀ ਜਿਹੜਾ ਵਾ ਗੁਰੂ ਹਰਗੋਬਿੰਦ ਜੀ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ, 4 ਵਾਰ ਉਹਨੇ ਕੀਤੇ, ਪਰ ਹਰ ਵਾਰੀ ਜਿਹੜਾ ਵਾ ਉਹਦਾ ਵਾਰ ਜਿਹੜਾ ਨਾਕਾਮ ਹੋਇਆ। ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਤਾ ਸਨ, ਪਰ ਫਿਰ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਵੱਡੇ ਭਰਾਤਾ ਦੇ ਖਿਲਾਫ ਕਦੀ ਵੀ ਆਪਣੀ ਜ਼ੁਬਾਨ ਤੋਂ ਮੰਦਾ ਬੋਲ ਨਹੀਂ ਸੀ ਬੋਲਿਆ। ਸਾਧ ਸੰਗਤ, ਸਾਡੇ ਵਰਗੇ ਲੋਕਾਂ ਵਾਸਤੇ ਤੁਸੀਂ ਦੇਖੋ ਵੀ ਇਹ ਕਿਤਨੀ ਵੱਡੀ ਪ੍ਰੇਰਨਾ, ਕਿਉਂਕਿ ਦੇਖੋ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਦੀਆਂ ਗੱਲਾਂ ਸੀ, ਘਰ ਦੇ ਮਸਲੇ ਸੀ। ਜਿਸ ਢੰਗ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਨੇ ਆਪਣੇ ਘਰ ਦੇ ਮਸਲਿਆਂ ਨੂੰ ਨਜਿੱਠਿਆ, ਤੇ ਸਾਨੂੰ ਅੱਜ ਲੋੜ ਆ ਵੀ ਸਾਨੂੰ ਵੀ ਆਪਣੇ ਘਰ ਦੇ ਮਸਲਿਆਂ ਨੂੰ ਉਸੇ ਢੰਗ ਤਰੀਕੇ ਦੇ ਨਾਲ ਸਾਨੂੰ ਨਜਿੱਠਣਾ ਚਾਹੀਦਾ। ਛੋਟੇ ਭਰਾ ਨੂੰ ਵੱਡੇ ਭਰਾ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਜਿਸ ਦਿਨ ਬਾਬਾ ਪ੍ਰੀਤੀ ਚੰਦ ਬਿਮਾਰ ਹੋਇਆ ਸੀ, ਉਸ ਦਿਨ ਗੁਰੂ ਅਰਜਨ ਸਾਹਿਬ ਖੁਦ ਗਏ ਸੀ ਬਾਬੇ ਪ੍ਰੀਤੀ ਚੰਦ ਦੇ ਘਰ, ਤੇ ਜਾ ਕੇ ਬਾਬੇ ਪ੍ਰੀਤੀ ਚੰਦ ਜੀ ਦੇ ਵਾਸਤੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕੀਤੀ ਸੀ। ਗੁਰੂ ਅਰਜਨ ਸਾਹਿਬ ਜੀ ਨੇ ਵੀ ਮੇਰੇ ਕੋ ਰਾਖ ਲਿਓ। ਸੋ ਵੀ ਇੱਕ ਤਾਂ ਸਾਨੂੰ ਇੱਥੋਂ ਇਹ ਸਿੱਖਿਆ ਪ੍ਰਾਪਤ ਹੁੰਦੀ ਆ ਵੀ ਅਸੀਂ ਘਰ ਦੇ ਮਸਲਿਆਂ ਨੂੰ ਜਿਹੜਾ ਵਾ ਠਰਮੇ ਨਾਲ ਨਜਿੱਠੀਏ। ਅਸੀਂ ਗਲੀ ਮਹੱਲਿਆਂ ਦੇ ਵਿੱਚ ਰੋਲਾ ਨਾ ਪਾਈਏ ਜੀ। ਇੱਕ ਬੰਦਾ ਅਵਗੁਣਾ ਦਾ ਭਰਿਆ ਹੋਇਆ ਹੈ, ਇੱਕ ਬੰਦਾ ਜਿਹੜਾ ਸਾਡੇ ਨਾਲ ਈਰਖਾ ਰੱਖਦਾ ਹੈ, ਤੇ ਸਾਨੂੰ ਵੀ ਉਹਦੇ ਤਰਫ ਜਿਹੜਾ ਵਾ ਈਰਖਾ ਦਾ ਜਵਾਬ ਈਰਖਾ ਵਿੱਚ ਨਹੀਂ ਕਦੀ ਦੇਣਾ ਚਾਹੀਦਾ। ਉਹਦੀਆਂ ਮੰਦੀਆਂ ਭਾਵਨਾਵਾਂ ਦਾ ਜਵਾਬ ਮੰਦੀਆਂ ਭਾਵਨਾਵਾਂ ਦੇ ਵਿੱਚ ਨਹੀਂ ਦੇਣਾ ਚਾਹੀਦਾ। ਗੁਰੂ ਅਰਜਨ ਸਾਹਿਬ ਵਾਂਗੂ ਠਰਮੇ ਦੇ ਵਿੱਚ, ਸਬਰ ਵਿੱਚ, ਸੰਤੋਖ ਦੇ ਵਿੱਚ ਹਮੇਸ਼ਾ ਆਪਣੇ ਜੀਵਨ ਨੂੰ ਬਤੀਤ ਕਰਨਾ। ਕਿਉਂਕਿ ਇੱਕ ਗੱਲ ਯਾਦ ਰੱਖੋ, ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸੇਵਕ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਦੇ ਆ ਨਾ, ਦਰਜ ਕਰਦੇ ਆ, ਤੇ ਗੁਰੂ ਸਾਹਿਬ ਜੀ ਇਹੀ ਸਾਨੂੰ ਸਮਝਾਉਂਦੇ ਆ ਵੀ ਜਿਹੜਾ ਸੇਵਕ ਹੁੰਦਾ ਵਾ ਨਾ, ਸੇਵਕ ਉਹ ਰੱਬ ਦਾ ਪਿਆਰਾ ਹੁੰਦਾ ਹੈ ਜਿਸ ਸੇਵਕ ਦੇ ਵਿੱਚ ਸਬਰ ਦਾ ਗੁਣ ਹੁੰਦਾ ਵਾ। ਕਿਉਂਕਿ ਜਿਵੇਂ ਗੁਰੂ ਅੰਗਦ ਸਾਹਿਬ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ ਵੀ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਆਇਆ, ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਵੀ ਸੇਵਕ ਦੇ ਜੀਵਨ ਸਭ ਤੋਂ ਵੱਡੀ ਇਹ ਨਿਸ਼ਾਨੀ ਆ ਵੀ ਉਹ ਸਬਰ ਦਾ ਮਾਲਕ ਹੋਵੇ, ਸੰਤੋਖੀ ਜੀਵਨ ਦਾ ਮਾਲਕ ਹੋਵੇ। ਉਹ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਵੀ ਉਹਦਾ ਜਿਹੜਾ ਧਰਮ ਹੈ ਜੀਵਨ ਦਾ, ਉਹ ਚੰਗੇ ਕਰਮ ਕਰਨਾ ਉਹਦੇ ਜੀਵਨ ਦਾ ਧਰਮ ਹੁੰਦਾ ਵਾ ਇੱਕ ਸੇਵਕ ਦਾ। ਤੇ ਜਿਹੜਾ ਸੇਵਕ ਹੁੰਦਾ ਵਾ, ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੂ ਮਾਨਸ ਦੇਹਾ। ਵੀ ਰੱਬ ਦਾ ਸੇਵਕ ਤੇ ਮਹਾਰਾਜ ਕਹਿੰਦੇ ਰੱਬ ਵਰਗਾ ਹੀ ਹੁੰਦਾ ਵਾ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੇ ਅਕਾਲ ਪੁਰਖ ਪਰਮਾਤਮਾ ਵਿੱਚ ਇਸੇ ਕਰਕੇ ਭੱਟ ਜੀ ਕਹਿੰਦੇ ਆ ਵੀ ਕੋਈ ਭੇਦ ਨਹੀਂ, ਵੀ ਜੋ ਪਰਮਾਤਮਾ ਹੈ ਉਹੀ ਗੁਰੂ ਅਰਜਨ ਸਾਹਿਬ ਆ, ਜੋ ਗੁਰੂ ਅਰਜਨ ਸਾਹਿਬ ਆ ਉਹੀ ਜਿਹੜੇ ਵੀ ਪਰਮਾਤਮਾ ਵਾ। ਤੋ ਗੁਰੂ ਅਰਜਨ ਸਾਹਿਬ ਜੀ ਰਜ਼ਾ ਦੀ ਮੂਰਤ। ਬਾਬੇ ਪ੍ਰੀਤੀ ਚੰਦ ਦੇ ਵਾਰਾਂ ਦਾ ਜਵਾਬ ਗੁਰੂ ਸਾਹਿਬ ਨੇ ਨਹੀਂ ਦਿੱਤਾ। ਸੂਲੀ ਖਾਨ ਨੂੰ ਚੜਾ ਕੇ ਲੈ ਕੇ ਆਇਆ ਬਾਬਾ ਪ੍ਰੀਤੀ ਚੰਦ, ਸੁਲਭੀ ਖਾਨ ਨੂੰ ਵੀ ਲੈ ਕੇ ਆਇਆ, ਪਰ ਗੁਰੂ ਅਰਜਨ ਸਾਹਿਬ ਨੇ ਇੱਕੋ ਗੱਲ ਕਹੀ ਵੀ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਸਾਧ ਸੰਗਤ, ਰਜ਼ਾ ਦੀ ਮੂਰਤ ਗੁਰੂ ਅਰਜਨ ਸਾਹਿਬ ਜੀ ਆਪਣੇ ਜੀਵਨ ਕਾਲ ਵਿੱਚ ਰਹੇ। ਤੇ ਮੈਂ ਅਖੀਰ ਦੇ ਉੱਤੇ ਜਿਹੜਾ ਵਾ ਇੱਕ ਦੋ ਬੇਨਤੀਆਂ ਹੋਰ ਆਪ ਜੀ ਨਾਲ ਸਾਂਝੀਆਂ ਕਰਕੇ ਸਮਾਪਤੀ ਵਾਲੇ ਪਾਸੇ ਆਉਣ ਲੱਗਾ ਵਾਂ ਜੀ। ਕਿਉਂਕਿ ਗੱਲ ਯਾਦ ਰੱਖੋ ਵੀ ਜੇਕਰ ਆਪਾਂ ਸਾਰੀ ਰਾਤ ਵੀ ਲੱਗੇ ਰਹੀਏ, ਸਾਰਾ ਦਿਨ ਵੀ ਲੱਗੇ ਰਹੀਏ, ਗੁਰੂ ਅਰਜਨ ਸਾਹਿਬ ਦੀਆਂ ਜਿਹੜੀਆਂ ਸਿਫਤਾਂ ਵਾ ਉਹਨਾਂ ਦੇ ਜੀਵਨ ਇਤਿਹਾਸ ਵਿੱਚੋਂ ਉਹ ਖਤਮ ਨਹੀਂ ਹੋਣਗੀਆਂ। ਕਿਉਂਕਿ ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਹੀਂ ਦਾਤਾ। ਸਾਧ ਸੰਗਤ, ਜਿਹੜੀ ਮੈਂ ਬੇਨਤੀ ਕਰਨ ਲੱਗਾ ਇਹਨੂੰ ਸੁਣੋ ਧਿਆਨ ਨਾਲ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਆਪਣੇ ਜੀਵਨ ਕਾਲ ਦੇ ਵਿੱਚ ਜਿਹੜਾ ਵਾ ਲੋਕ ਭਲਾਈ ਦੇ ਕਾਰਜ ਜਿਹੜੇ ਆ ਉਹ ਬੜੀ ਨਿਪੁੰਨਤਾ ਦੇ ਨਾਲ ਕੀਤੇ। ਇੱਕ ਧਰਮ ਪ੍ਰਚਾਰ ਤੇ ਦੂਸਰਾ ਲੋਕ ਭਲਾਈ ਦੇ ਕਾਰਜ। ਤੇ ਮੈਂ ਅੱਜ ਇਹ ਗੱਲ ਮਹਿਸੂਸ ਕਰ ਰਿਹਾ ਸੀ ਜਦੋਂ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਪੜ੍ਹ ਰਿਹਾ ਸੀ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਸਨ, ਉਹਨਾਂ ਦੇ ਦੁਆਰਾ ਜਿਹੜੇ ਲੋਕ ਭਲਾਈ ਦੇ ਕਾਰਜ ਕੀਤੇ ਗਏ ਸੀ। ਜਿਵੇਂ ਲਾ ਲਓ ਵੀ ਅੱਜ ਕਰੋਨਾ ਵਾਇਰਸ ਅਸੀਂ ਦੇਖ ਸਕਦੇ ਹਾਂ ਵੀ ਪੂਰੀ ਦੁਨੀਆ ਤੇ ਹਾਵੀ ਹੋਇਆ ਪਿਆ।
ਤੇ ਗੁਰੂ ਕਾਲ ਸਮੇਂ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਮੇਂ ਇੱਕ ਸਮਾਂ ਐਸਾ ਹੁੰਦਾ ਵਾ ਇਤਿਹਾਸ ਵਿੱਚ ਸਾਨੂੰ ਪੜ੍ਹਨ ਨੂੰ ਮਿਲਦਾ ਵੀ 1595 ਦੇ ਵਿੱਚ ਜਿਹੜਾ ਵਾ ਪੰਜਾਬ ਦੀ ਧਰਤੀ ਤੇ ਦੂਸਰੇ ਪਾਸੇ ਲਾਹੌਰ ਦੀ ਧਰਤੀ ਤੇ ਇੱਕ ਬਹੁਤ ਭਿਅੰਕਰ ਕਾਲ ਪੈ ਗਿਆ। ਜਦੋਂ ਕਾਲ ਪਿਆ, ਅਨਾਜ ਦੀ ਥੁੜ ਹੋ ਗਈ, ਉਸ ਸਮੇਂ ਕਹਿੰਦੇ ਵੀ ਮਹਾਮਾਰੀਆਂ ਨੇ ਆ ਕੇ ਘੇਰਾ ਪਾ ਲਿਆ ਪੰਜਾਬ ਦੇ ਲੋਕਾਂ ਨੂੰ, ਲਾਹੌਰ ਦੇ ਲੋਕਾਂ ਨੂੰ। ਵੈਸੇ ਤੇ ਪਹਿਲਾਂ ਪਾਕਿਸਤਾਨ ਤੇ ਜਿਹੜਾ ਆਪਣਾ ਹੋਣ ਵਾਲਾ ਪੰਜਾਬ ਹੈ ਇਕੱਠਾ ਹੀ ਹੁੰਦਾ ਸੀ, ਸਮੁੱਚੇ ਨੂੰ ਹੀ ਇਲਾਕੇ ਨੂੰ ਅਸੀਂ ਪੰਜਾਬ ਕਹਿੰਦੇ ਸੀ। ਤੇ ਲਾਹੌਰ ਤੱਕ ਜਿਹੜਾ ਵਾ ਕਹਿੰਦੇ ਵੀ ਕਾਲ ਨੇ, ਭਿਅੰਕਰ ਕਾਲ ਨੇ ਜਿਹੜਾ ਵਾ ਉਹ ਮਾਰ ਮਾਰੀ। ਦੂਸਰੇ ਪਾਸੇ ਜਿਹੜੀਆਂ ਬਿਮਾਰੀਆਂ ਫੈਲ ਗਈਆਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਉਸ ਸਮੇਂ ਨਾ ਮਾਝੇ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਕਰਨ ਵਾਸਤੇ ਪਹੁੰਚੇ ਹੋਏ ਸੀ। ਜਦੋਂ ਗੁਰੂ ਸਾਹਿਬ ਨੇ ਦੇਖਿਆ ਵੀ ਮਾਝੇ ਦੇ ਇਲਾਕੇ ਦੇ ਵਿੱਚ ਅਤੇ ਇਸ ਤੋਂ ਇਲਾਵਾ ਵੀ ਦੁਆਬੇ ਵਿੱਚ, ਮਾਲਵੇ ਵਿੱਚ ਤੇ ਲਾਹੌਰ ਤੱਕ ਭਿਅੰਕਰ ਕਾਲ ਪੈ ਗਿਆ ਵਾ। ਤੁਸੀਂ ਦੇਖੋ 3 ਸਾਲ ਲਗਾਤਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜਿਹੜਾ ਵਾ ਇੱਧਰ ਦੇ ਇਲਾਕਿਆਂ ਵਿੱਚ ਵਿਚਰੇ, ਆਪਣੇ ਅੰਮ੍ਰਿਤਸਰ ਸ਼ਹਿਰ ਛੱਡ ਕੇ ਇੱਧਰ 3 ਸਾਲ ਲਾਹੌਰ ਤੱਕ, ਲਾਹੌਰ 8 ਮਹੀਨੇ ਗੁਰੂ ਸਾਹਿਬ ਜੀ ਰਹੇ ਸੀ। ਪੰਜਾਬ ਦੇ ਵਿੱਚ ਮਾਝਾ, ਦੁਆਬਾ, ਮਾਲਵਾ ਇੱਧਰ ਦੇ ਇਲਾਕਿਆਂ ਦਾ ਗੁਰੂ ਸਾਹਿਬ ਜੀ ਨੇ ਜਿਹੜਾ ਵਾ ਭ੍ਰਮਣ ਕੀਤਾ ਵਾ। ਇੱਕ ਤਾਂ ਗੁਰੂ ਸਾਹਿਬ ਜੀ ਧਰਮ ਪ੍ਰਚਾਰ ਵਾਸਤੇ ਇੱਧਰ ਇਲਾਕਿਆਂ ਵਿੱਚ ਵਿਚਰੇ, ਦੂਸਰਾ ਗੁਰੂ ਸਾਹਿਬ ਜੀ ਕਾਲ ਪੀੜਤਾਂ ਦੀ ਮਦਦ ਵਾਸਤੇ ਇੱਥੇ ਆਏ। ਜਿਹੜੀ ਅੱਜ ਆਪਾਂ ਦਸਵੰਧ ਦੀ ਪ੍ਰਥਾ ਦੀ ਗੱਲ ਕਰਦੇ, ਦਸਾਂ ਨੂੰਹਾਂ ਦੀ ਕਿਰਤ ਕਮਾਈ ਵਿੱਚੋਂ ਸਾਨੂੰ 10ਵਾਂ ਹਿੱਸਾ ਜਿਹੜਾ ਕੱਢ ਕੇ ਜਿਹੜਾ ਵਾ ਉਹ ਜਿਹੜਾ ਵਾ ਭਲੇ ਲੋਕਾਂ ਦੇ ਆਪਣਾ ਭਲਾਈ ਦੇ ਕਾਰਜਾਂ ਵਾਸਤੇ ਖਰਚਣਾ ਚਾਹੀਦਾ। ਇਹ ਜਿਹੜੀ ਦਸਵੰਧ ਦੀ ਜਿਹੜੀ ਪ੍ਰਥਾ ਸੀ, ਇਹ ਦਸਵੰਧ ਦੀ ਪ੍ਰਥਾ ਗੁਰੂ ਰਾਮਦਾਸ ਸਾਹਿਬ ਜੀ ਨੇ ਤੋਰੀ ਸੀ। ਤੇ ਗੁਰੂ ਰਾਮਦਾਸ ਸਾਹਿਬ ਜਿਹੜੀ ਦਸਵੰਧ ਦੀ ਪ੍ਰਥਾ ਤੋਰੀ ਸੀ, ਇਹਨੂੰ ਪੱਕੇ ਪੈਰੀ ਗੁਰੂ ਅਰਜਨ ਸਾਹਿਬ ਨੇ ਕੀਤਾ ਸੀ। ਜਦੋਂ ਇੱਕ ਪਾਸੇ ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ, ਦੂਸਰੇ ਪਾਸੇ ਜਿਹੜਾ ਵਾ ਕਾਲ ਪੈ ਜਾਂਦਾ ਪੰਜਾਬ ਦੀ ਧਰਤੀ ਤੇ 1595 ਵਿੱਚ, ਉਸ ਸਮੇਂ ਗੁਰੂ ਅਰਜਨ ਸਿੱਖ ਸੰਗਤਾਂ ਦੇ ਵਿੱਚ ਐਲਾਨ ਕਰਦੇ ਆ, ਹੁਕਮਨਾਮੇ ਭੇਜਦੇ ਆ ਵੀ ਸਿੱਖ ਸੰਗਤੋਂ ਵੀ ਇਸ ਸਮੇਂ ਪੰਜਾਬ ਦੇ ਵਿੱਚ ਭਿਅੰਕਰ ਕਾਲ ਪੈ ਚੁੱਕਾ ਵਾ। ਬਿਮਾਰੀਆਂ ਜਿਹੜੀਆਂ ਮਹਾਮਾਰੀ ਦੇ ਰੂਪ ਵਿੱਚ ਫੈਲ ਚੁੱਕੀਆਂ ਵਾ। ਲੋਕ ਜਿਹੜੇ ਆ ਮਰ ਰਹੇ ਆ। ਨਰੂਲ ਹਕ ਇੱਕ ਇਤਿਹਾਸਕਾਰ ਹੋਇਆ ਜੀ ਮੁਸਲਮਾਨ, ਉਹ ਕਹਿੰਦੇ ਵੀ ਲਾਹੌਰ ਵਿੱਚ ਜਦੋਂ ਭਿਅੰਕਰ ਕਾਲ ਪਿਆ ਨਾ ਜੀ, ਉਸ ਕਾਲ ਦੇ ਨਾਲ ਜਿਹੜੇ ਇਤਨੀ ਭੁੱਖਮਰੀ ਫੈਲ ਗਈ, ਇਤਨੀਆਂ ਭਿਅੰਕਰ ਬਿਮਾਰੀਆਂ ਫੈਲ ਗਈਆਂ। ਕਹਿੰਦੇ ਵੀ ਕੋਈ ਗਲੀ ਐਸੀ ਨਹੀਂ ਸੀ, ਕੋਈ ਬਾਜ਼ਾਰ ਐਸਾ ਨਹੀਂ ਸੀ ਜਿੱਥੇ ਜਿਹੜਾ ਵਾ ਮਰੇ ਹੋਏ ਸਰੀਰਾਂ ਦੀਆਂ ਲੋਥਾਂ ਨਾ ਪਈਆਂ ਹੋਣ। ਕਹਿੰਦੇ ਵੀ ਸ਼ਮਸ਼ਾਨ ਭੂਮੀ ਨਹੀਂ ਸੀ ਮਿਲਦੀ ਉੱਥੇ ਵੀ ਲੋਥਾਂ ਦਾ ਸੰਸਕਾਰ ਕਰਨ ਵਾਸਤੇ। ਤੇ ਜਿਸ ਦਿਨ ਗੁਰੂ ਅਰਜਨ ਸਾਹਿਬ ਲਾਹੌਰ ਜਾਂਦੇ ਆ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਆਪਣੇ ਮੋਢਿਆਂ ਦੇ ਉੱਤੇ ਜਿਹੜਾ ਵਾ ਲਾਸ਼ਾਂ ਨੂੰ ਢੋ ਢੋ ਕੇ ਨਗਰ ਤੋਂ ਬਾਹਰ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਵਾ ਸੰਸਕਾਰ ਕਰਦੇ ਰਹੇ ਆ ਲੋਥਾਂ ਦਾ, ਜਿਹੜੇ ਮਰੇ ਹੋਏ ਸ਼ਹੀਦਾਂ ਦਾ। ਤੋਂ ਜਦੋਂ ਇਹ ਭਿਅੰਕਰ ਕਾਲ ਪਿਆ, ਗੁਰੂ ਸਾਹਿਬ ਨੇ ਆਖਿਆ ਵੀ ਦਰਬਾਰ ਸਾਹਿਬ ਜਿੰਨੀਆਂ ਸੇਵਾਵਾਂ ਚੱਲ ਰਹੀਆਂ ਵਾ ਉਹ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣ, ਤੇ ਜਿੰਨਾ ਦਸਵੰਧ ਜਿਹੜਾ ਵਾ ਦਰਬਾਰ ਸਾਹਿਬ ਸੰਗਤ ਲੈ ਕੇ ਆਉਂਦੀ ਆ, ਹੁਣ ਉਹ ਦਰਬਾਰ ਸਾਹਿਬ ਨਾ ਲੈ ਕੇ ਆਵੇ। ਹੁਣ ਉਹ ਜਿਹੜਾ ਦਸਵੰਧ ਜਿਹੜਾ ਵਾ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਇਲਾਕਿਆਂ ਵਿੱਚ ਕਾਲ ਪਿਆ, ਉੱਥੇ ਉੱਥੇ ਉਹ ਦਸਵੰਧ ਦੀ ਸੇਵਾ ਜਿਹੜੀ ਆ ਉਹ ਪਹੁੰਚਾਈ ਜਾਵੇ। ਤੇ ਖੁਦ ਆਪ ਗੁਰੂ ਸਾਹਿਬ ਜੀ ਪਰਿਵਾਰ ਦੇ ਸਮੇਤ ਜਿਹੜਾ ਵਾ ਜਿੱਥੇ ਜਿੱਥੇ ਕਾਲ ਪਿਆ, ਜਿੱਥੇ ਜਿੱਥੇ ਬਿਮਾਰੀਆਂ ਫੈਲੀਆਂ, ਆਪ ਖੁਦ ਆਪਣੀ ਜਾਨ ਸਮੁੱਚੇ ਪਰਿਵਾਰ ਦੀ ਤੁਸੀਂ ਦੇਖੋ ਜਾਨ ਹਥੇਲੀ ਤੇ ਰੱਖ ਕੇ ਗੁਰੂ ਸਾਹਿਬ ਜੀ ਉੱਥੇ ਵਿਚਰਦੇ ਰਹੇ। ਜਿਹੜੇ ਜਿਹੜੇ ਕਾਲ ਪੀੜਤ ਲੋਕ ਸਨ ਉਹਨਾਂ ਦੀ ਖੁਦ ਜਾ ਕੇ ਘਰ ਘਰ ਜਾ ਕੇ ਗੁਰੂ ਸਾਹਿਬ ਨੇ ਉਹਨਾਂ ਦੀ ਸੇਵਾ ਕੀਤੀ। ਉਹ ਜਿੱਥੇ ਲੋੜ ਸੀ ਲੰਗਰ ਲਗਾਉਣ ਦੀ, ਗੁਰੂ ਸਾਹਿਬ ਨੇ ਉੱਥੇ ਲੰਗਰ ਦਾ ਪ੍ਰਬੰਧ ਕੀਤਾ। ਜਿੱਥੇ ਲੋੜ ਸੀ ਦਾਰੂ ਦੀ, ਗੁਰੂ ਸਾਹਿਬ ਨੇ ਉੱਥੇ ਦਵਾ ਦਾਰੂ ਦਾ ਪ੍ਰਬੰਧ ਕੀਤਾ, ਮੈਡੀਸਿਨ ਦਾ ਪ੍ਰਬੰਧ ਕੀਤਾ। ਜਿੱਥੇ ਪਾਣੀ ਦੀ ਲੋੜ ਸੀ ਉੱਥੇ ਗੁਰੂ ਸਾਹਿਬ ਨੇ ਖੂਹ ਲਵਾਏ। ਆਪਾਂ ਅੰਮ੍ਰਿਤਸਰ ਨੂੰ ਜਦੋਂ ਜਾਂਦੇ ਹਾਂ ਤੇ ਇੱਕ ਸ਼ਹਿਰੱਟਾ ਸਾਹਿਬ ਗੁਰਦੁਆਰਾ ਸਾਹਿਬ ਆ, ਉਹ ਸ਼ਹਿਰੱਟਾ ਸਾਹਿਬ ਦਾ ਇਤਿਹਾਸ ਸੀ। ਸਾਹਿਬ ਨੇ ਉੱਤੇ 6 ਹੱਟਾ ਖੂਹ ਸੀ ਵੀ ਇੱਕ ਖੂਹ ਤੋਂ 6 ਖੂਹਾਂ ਦਾ ਦਵਾ ਦਾਰੂ ਦਾ ਪ੍ਰਬੰਧ, ਮੈਡੀਸਿਨ ਦਾ ਪ੍ਰਬੰਧ ਕੀਤਾ। ਗੁਰੂ ਸਾਹਿਬ ਜੀ ਨੇ ਜਿੱਥੇ ਲੋੜ ਸੀ ਅਨਾਜ ਦੀ ਉੱਤੇ ਖੁੱਲੇ ਤੌਰ ਦੇ ਉੱਤੇ ਮਹਾਰਾਜ ਜੀ ਨੇ ਲੰਗਰ ਲਵਾਏ। ਫਿਰ ਦੂਸਰੇ ਪਾਸੇ ਜਿਹੜੇ ਬੇਰੁਜ਼ਗਾਰ ਲੋਕ ਸੀ, ਜਿਵੇਂ ਅੱਜ ਅਸੀਂ ਦੇਖਦੇ ਹਾਂ ਵੀ ਕਰੋਨਾ ਦੀ ਬਿਮਾਰੀ ਦਾ ਜਿਹੜਾ ਭਿਅੰਕਰ ਸਮਾਂ ਚੱਲ ਰਿਹਾ, ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਬੇਰੁਜ਼ਗਾਰ ਹੋ ਗਏ ਆ ਜੀ। ਤੁਸੀਂ ਦੇਖੋ ਗੁਰੂ ਸਾਹਿਬ ਦੀ ਸੋਚ ਕੈਸੀ ਸੀ। ਗੁਰੂ ਸਾਹਿਬ ਨੇ ਉਸ ਸਮੇਂ ਲਾਹੌਰ ਜਦੋਂ ਗਏ ਜੀ ਉੱਥੇ
ਉੱਥੇ ਮਹਾਰਾਜ ਜੀ ਨੇ ਜਿਸ ਸਥਾਨ ਤੇ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਹੋਇਆ ਸੀ, ਮੰਡੀ ਲਾਹੌਰ, ਮਹਾਰਾਜ ਜੀ ਨੇ ਉਸ ਚੂਨਾ ਮੰਡੀ ਵਿਖੇ ਜਿਹੜਾ ਵਾ ਉੱਥੇ ਮਹਾਰਾਜ ਜੀ ਗੁਰੂ ਰਾਮਦਾਸ ਸਾਹਿਬ ਦੇ ਜਨਮ ਸਥਾਨ ਦੀ ਇਮਾਰਤ ਬਣਵਾਉਣੀ ਸ਼ੁਰੂ ਕਰ ਦਿੱਤੀ। ਇਸ ਕਰਕੇ ਇਮਾਰਤ ਬਣਾਉਣੀ ਸ਼ੁਰੂ ਕਰ ਦਿੱਤੀ ਵੀ ਉੱਥੇ ਜਿਹੜੇ ਬੇਰੋਜ਼ਗਾਰ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਤੇ ਜਦੋਂ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਵਿਚਰਦੇ ਆ, ਇੱਥੇ ਵੀ ਗੁਰੂ ਸਾਹਿਬ ਨੇ ਜਿਹੜੇ ਬੇਰੋਜ਼ਗਾਰ ਸਨ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਵਾ ਰੋਜ਼ਗਾਰ ਦੇ ਪ੍ਰਬੰਧ ਮਹਾਰਾਜ ਜੀ ਨੇ ਕਰਵਾ ਕੇ ਦਿੱਤੇ, ਤਾਂ ਜੋ ਉਹਨਾਂ ਦਾ ਜਿਹੜਾ ਆਰਥਿਕ ਪੱਖ ਆ ਉਹ ਵੀ ਨਾਲ ਨਾਲ ਚੱਲਦਾ ਰਹੇ। ਤੇ ਜਦੋਂ ਇਸ ਢੰਗ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰ ਦੇ ਸਮੇਤ ਜਦੋਂ ਕਾਲ ਪੀੜਤਾਂ ਦੀ ਮਦਦ ਕਰ ਰਹੇ ਸੀ, ਤੇ ਮੈਂ ਸਮਝਦਾ ਵੀ ਗੁਰੂ ਸਾਹਿਬ ਦਾ ਇਹ ਜਿਹੜਾ ਢੰਗ ਤਰੀਕਾ ਸੀ ਵੀ ਜਿਵੇਂ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਨੇ ਵੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਕਹੋ ਨਾਨਕ ਬਾਹ ਲੁਟਾਈ ਹੈ। ਆ ਜਿਹੜੀ ਅੱਜ ਅਸੀਂ ਸਾਨੂੰ ਸੇਵਾ ਕਰਨ ਦੀ ਜਿਹੜੀ ਪ੍ਰੇਰਨਾ ਮਿਲਦੀ ਆ, ਜਿਹੜੀ ਇੰਸਪੀਰੇਸ਼ਨ ਮਿਲਦੀ ਆ, ਇਹ ਸਾਡੇ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਸਾਨੂੰ ਪ੍ਰਾਪਤ ਹੁੰਦੀ ਆ। ਤੁਸੀਂ ਦੇਖੋ ਵੀ ਗੁਰੂ ਸਾਹਿਬਾਨ ਜਿਸ ਢੰਗ ਤਰੀਕੇ ਨਾਲ ਕਾਲ ਪੀੜਤਾਂ ਦੀ ਉਸ ਸਮੇਂ ਮਦਦ ਕਰਦੇ ਰਹੇ, ਸੇਵਾਵਾਂ ਨਿਭਾਉਂਦੇ ਰਹੇ, ਉਹਨਾਂ ਦੀਆਂ ਸੇਵਾਵਾਂ ਹਜ਼ਾਰਾਂ ਦੀ ਤਾਦਾਦ ਵਿੱਚ, ਲੱਖਾਂ ਦੀ ਤਾਦਾਦ ਵਿੱਚ ਜਿਹੜੇ ਲੋਕ ਸਨ ਵੱਧੋ ਵੱਧੀ ਜਿਹੜਾ ਵਾ ਗੁਰਸਿੱਖੀ ਦੇ ਸਾਂਚੇ ਵਿੱਚ ਢਲਣੇ ਸ਼ੁਰੂ ਹੋ ਗਏ ਸੀ। ਆ ਭਾਈ ਗੁਰਦਾਸ ਸਾਹਿਬ ਜੀ ਕਿਤੇ ਤਾਂ ਕਹਿੰਦੇ ਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਸਿੱਖਾਂ ਦੀ ਗਿਣਤੀ ਵਿੱਚ ਇਤਨਾ ਜ਼ਿਆਦਾ ਵਾਧਾ ਹੋ ਗਿਆ ਸੀ ਵੀ ਸਿੱਖ ਸੰਗਤ ਆਵੇ ਅਣਗਿਣਤਾ, ਵੀ ਗਿਣਤੀ ਨਹੀਂ ਸੀ ਕੀਤੀ ਜਾ ਸਕਦੀ ਸਿੱਖਾਂ ਦੀ, ਵੀ ਜਿੰਨੀ ਸਿੱਖ ਸੰਗਤ ਜਿਹੜੀ ਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਚਰਨ ਛਣ ਦੇ ਵਿੱਚ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਿਆ ਕਰਦੀ ਸੀ। ਗੁਰੂ ਸਾਹਿਬ ਜੀ ਦੇ ਜੀਵਨ ਦੀ ਸਭ ਤੋਂ ਵੱਡੀ ਇਹ ਵਿਸ਼ੇਸ਼ਤਾ ਸੀ ਵੀ ਗੁਰੂ ਸਾਹਿਬ ਹਰ ਸਮੇਂ ਜਿਹੜਾ ਵਾ ਉਹਨਾਂ ਦੇ ਅੰਦਰ ਧਰਮ ਪ੍ਰਚਾਰ ਦੀ ਲਗਨ ਅਤੇ ਮਨੁੱਖਤਾ ਦੀ ਸੇਵਾ ਕਰਨ ਦੀ ਭਾਵਨਾ ਉਹਨਾਂ ਦੇ ਅੰਦਰ ਤਤਪਰ ਰਹਿੰਦੀ ਸੀ। ਸ਼ਾਇਦ ਇਹੀ ਇੱਕ ਵੱਡਾ ਕਾਰਨ ਸੀ ਵੀ ਰਾਜਾ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੀ ਅਕਬਰ ਬਾਦਸ਼ਾਹ ਵੀ ਗੁਰੂ ਅਰਜਨ ਸਾਹਿਬ ਦੇ ਜੀਵਨ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿ ਸਕਿਆ। 1598 ਦੇ ਵਿੱਚ ਕਹਿੰਦੇ ਵੀ ਗੋਇੰਦਵਾਲ ਸਾਹਿਬ ਜਿਸ ਦਿਨ ਗੁਰੂ ਅਰਜਨ ਸਾਹਿਬ ਠਹਿਰੇ ਹੋਏ ਸਨ, ਤੇ ਉੱਥੇ ਆ ਕੇ ਜਿਹੜਾ ਬਾਦਸ਼ਾਹ ਅਕਬਰ ਗੁਰੂ ਅਰਜਨ ਸਾਹਿਬ ਨੂੰ ਮਿਲਿਆ ਤੇ ਉਹਨੇ ਇਹ ਗੱਲ ਆਖੀ ਸੀ ਵੀ ਮਹਾਰਾਜ ਵੀ ਜਿਸ ਢੰਗ ਤਰੀਕੇ ਨਾਲ ਤੁਸੀਂ ਜਿਹੜਾ ਵਾ ਭਿਅੰਕਰ ਸਮੇਂ ਦੇ ਵਿੱਚ ਕਾਲ ਪੀੜਤਾਂ ਦੀ ਮਦਦ ਕੀਤੀ ਆ, ਮਹਾਮਾਰੀ ਦੇ ਸਮੇਂ ਦੇ ਦੌਰਾਨ ਜਿਸ ਢੰਗ ਨਾਲ ਤੁਸੀਂ ਬਿਮਾਰ ਲੋਕਾਂ ਦੀ ਸੇਵਾ ਕੀਤੀ ਆ, ਵੀ ਸਾਡੇ ਵਾਸਤੇ ਕੋਈ ਹੈਲਪ ਦੀ ਲੋੜ ਹੋਵੇ ਤਾਂ ਤੁਸੀਂ ਦੱਸੋ। ਤੇ ਉਸ ਸਮੇਂ ਗੁਰੂ ਅਰਜਨ ਸਾਹਿਬ ਨੇ ਆਖਿਆ ਸੀ ਵੀ ਇਹ ਬਾਦਸ਼ਾਹ ਅਕਬਰ, ਜੇ ਤੂੰ ਸਾਡੀ ਮਦਦ ਕਰ ਸਕਦਾ ਤੇ ਇਹ ਮਦਦ ਕਰ ਵੀ ਪੰਜਾਬ ਦੇ ਵਿੱਚ ਭਿਅੰਕਰ ਕਾਲ ਹੈ, ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਵਾ, ਹੁਣ ਉਹ 1 ਸਾਲ ਵਾਸਤੇ ਜਿਹੜਾ ਮਾਲੀਆ ਟੈਕਸ ਅਦਾ ਨਹੀਂ ਕਰ ਸਕਦੇ। ਜੇਕਰ ਤੂੰ ਮਦਦ ਕਰਨਾ ਚਾਹੁੰਦਾ ਹੈ, ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਦਾ ਮਾਲੀਆ ਟੈਕਸ ਜਿਹੜਾ ਵਾ 1 ਸਾਲ ਵਾਸਤੇ ਮਾਫ ਕਰ ਦੇ। ਤੇ ਉਸ ਵਕਤ ਕਹਿੰਦੇ ਆ ਵੀ ਬਾਦਸ਼ਾਹ ਅਕਬਰ ਨੇ ਮਾਲੀਆ ਟੈਕਸ ਜਿਹੜਾ ਸੀ ਉਸ ਸਮੇਂ ਪੂਰੇ ਪੰਜਾਬ ਦਾ ਜਿਹੜਾ ਸੀ ਮਾਫ ਕਰ ਦਿੱਤਾ ਸੀ 1 ਸਾਲ ਵਾਸਤੇ। ਤੇ ਸਾਧ ਸੰਗਤ ਸਾਡੇ ਵਰਗੇ ਲੋਕਾਂ ਨੂੰ ਤੁਸੀਂ ਦੇਖੋ ਵੀ ਕਿੰਨੀ ਵੱਡੀ ਪ੍ਰੇਰਨਾ ਵਾ ਅੱਜ ਜਿਹੜੀਆਂ ਅਜੋਕੀਆਂ ਸਰਕਾਰਾਂ ਜਿਹੜੀਆਂ ਕੰਮ ਕਰ ਰਹੀਆਂ ਵਾ, ਕਾਸ਼ ਜੇ ਇਹ ਸਰਕਾਰਾਂ ਸਾਡੇ ਗੁਰੂ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ ਤੇ ਅੱਜ ਪੰਜਾਬ ਦੀ ਧਰਤੀ ਤੇ ਜਿਸ ਢੰਗ ਤਰੀਕੇ ਦਾ ਕਿਸਾਨਾਂ ਦਾ ਹਾਲ ਆ ਤੇ ਕਿਰਸਾਨੀ ਦਾ ਹਾਲ ਆ, ਉਹ ਇਸ ਢੰਗ ਤਰੀਕੇ ਦਾ ਵੱਧ ਤੋਂ ਬੱਤਰ ਹਾਲ ਨਾ ਹੋਵੇ। ਕਿਸਾਨਾਂ ਨੂੰ ਜਿਹੜਾ ਵਾ ਸੜਕਾਂ ਤੇ ਆ ਕੇ ਪ੍ਰੋਟੈਸਟ ਨਾ ਕਰਨਾ ਪਵੇ, ਕਿਸਾਨਾਂ ਨੂੰ ਗਲਾਂ ਦੇ ਵਿੱਚ ਫਾਹੇ ਲੈ ਕੇ ਜਿਹੜਾ ਵਾ ਅੱਜ ਮਰਨਾ ਨਾ ਪਵੇ। ਸੋ ਖੈਰ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਧਰਮ ਪ੍ਰਚਾਰ ਕਰਨ ਦੀ ਜਿਹੜੀ ਸੇਵਾ ਨਿਭਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਤੋਂ ਬਾਹਰ ਜਾ ਕੇ ਅਨੇਕਾਂ ਜਗ੍ਹਾ ਦੇ ਉੱਤੇ ਪਿੰਡਾਂ ਦਾ, ਮਾਝੇ ਮਾਲਵੇ ਦੁਆਬੇ ਤੋਂ ਇਲਾਵਾ ਗੁਰੂ ਸਾਹਿਬ ਰਾਵੀ ਦਰਿਆ ਪਾਰ ਕਰਕੇ ਕਰਤਾਰਪੁਰ ਸਾਹਿਬ ਵੀ ਪਹੁੰਚੇ, ਉੱਥੇ ਤੱਕ ਵੀ ਗੁਰੂ ਸਾਹਿਬ ਜੀ ਨੇ ਜਿਹੜਾ ਵਾ ਧਰਮ ਪ੍ਰਚਾਰ ਦੀ ਮਹਾਰਾਜ ਜੀ ਸੇਵਾ ਨਿਭਾਈ। ਤੇ ਸਭ ਤੋਂ ਵੱਡੀ ਗੱਲ ਇੱਕ ਹੋਰ ਤੇ ਬੇਨਤੀ ਕਰਦਾ ਜਾਵਾਂ, ਜੋ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ, ਇਹ ਜਿਹੜਾ ਕਾਰਜ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਚ ਨਿਭਾਇਆ, ਇਹ ਸਭ ਤੋਂ ਵੱਡੀ ਅਜੋਕੇ ਜ਼ਮਾਨੇ ਦੇ ਵਿੱਚ, ਅਜੋਕੇ ਸਮੇਂ ਵਿੱਚ ਮਨੁੱਖਤਾ ਦੇ ਭਲੇ ਵਾਸਤੇ ਦੇਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਕੇ ਗਏ ਆ। ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ, ਸਾਧ ਸੰਗਤ ਸਮੁੱਚੇ ਗੁਰੂ ਸਾਹਿਬਾਨਾਂ ਦੀ ਬਾਣੀ, ਸਮੁੱਚੇ ਭੱਟ ਸਾਹਿਬਾਨਾਂ ਦੀ, ਸਮੁੱਚੇ ਭਗਤ ਸਾਹਿਬਾਨਾਂ ਦੀ ਸਾਰੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰਕੇ ਸਨ 1604 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਮਹਾਰਾਜ ਜੀ ਨੇ ਜਿਹੜਾ ਵਾ ਉੱਥੇ ਪ੍ਰਕਾਸ਼ ਕਰਾਇਆ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ। ਫਿਰ ਸਭ ਤੋਂ ਵੱਡੀ ਗੱਲ, ਜਿਹੜਾ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਨੇ ਇੱਕ ਕੇਂਦਰੀ ਸਥਾਨ ਸਥਾਪਿਤ ਕੀਤਾ। ਇਹ ਗੱਲ ਯਾਦ ਰੱਖੋ, ਦਰਬਾਰ ਸਾਹਿਬ ਅੰਮ੍ਰਿਤਸਰ ਜਿਹੜੇ ਸਰੋਵਰ ਆ, ਸੰਤੋਖ ਸਰ ਅੰਮ੍ਰਿਤਸਰ ਸਰੋਵਰ,
ਜਿਹੜਾ ਵਾ ਵਿਵੇਕਸਰ ਸਰੋਵਰ, ਇਹ ਸਰੋਵਰ ਗੁਰੂ ਅਰਜਨ ਸਾਹਿਬ ਨੇ ਬਣਾਏ ਸੀ। ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਜਿਹੜਾ ਨਾਮ ਸੀ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਮ ਤੇ ਪਿਆ ਸੀ, ਚੱਕ ਰਾਮਦਾਸ, ਬਾਲਦਾਸਪੁਰਾ ਵੀ। ਪਰ ਜਦੋਂ 1588 ਦੇ ਵਿੱਚ ਅੰਮ੍ਰਿਤਸਰ ਸਰੋਵਰ ਕੰਪਲੀਟ ਹੋਇਆ ਬਣ ਕੇ, ਉਹ ਅੰਮ੍ਰਿਤਸਰ ਸਰੋਵਰ ਬਣਨ ਕਰਕੇ ਜਿਹੜਾ ਵਾ ਚੱਕ ਰਾਮਦਾਸਪੁਰ ਦਾ ਨਾਮ ਬਦਲ ਕੇ ਅੰਮ੍ਰਿਤਸਰ ਸ਼ਹਿਰ ਪੈ ਗਿਆ ਸੀ। 52 ਕੀਤੇ ਦੇ ਲੋਕ ਗੁਰੂ ਰਾਮਦਾਸ ਸਾਹਿਬ ਜੀ ਨੇ, ਵਪਾਰ ਦਾ ਕੇਂਦਰ ਸੀ, ਇਹ ਗੱਲ ਯਾਦ ਰੱਖੋ। ਦਰਬਾਰ ਸਾਹਿਬ ਅੰਮ੍ਰਿਤਸਰ ਸ਼ਹਿਰ ਇੱਕ ਵਪਾਰ ਦਾ ਕੇਂਦਰ ਸੀ। ਇਹ 52 ਪ੍ਰਕਾਰ ਦੇ ਕੀਤੇ, ਵੱਖੋ ਵੱਖਰੇ ਵਪਾਰ ਕਰਨ ਵਾਲੇ ਵਪਾਰੀ ਲੋਕਾਂ ਨੂੰ ਗੁਰੂ ਰਾਮਦਾਸ ਸਾਹਿਬ ਨੇ ਜਿਹੜਾ ਵਾ ਆਪਣੇ ਨਗਰ ਅੰਮ੍ਰਿਤਸਰ ਵਿੱਚ ਵਸਾਇਆ ਸੀ ਤੇ ਉਹਨਾਂ ਨੂੰ ਪੱਕੇ ਪੈਰੀ ਬਣਾ ਕੀਤਾ ਸੀ। ਘੋੜਿਆਂ ਦਾ ਵਪਾਰ ਕਰਨ ਵਾਸਤੇ ਸਿੱਖਾਂ ਨੂੰ ਕਾਬਲ, ਕੰਧਾਰ, ਤੁਰਕਮੇਨਿਸਤਾਨ ਤੱਕ ਗੁਰੂ ਅਰਜਨ ਸਾਹਿਬ ਨੇ ਭੇਜਿਆ। ਇੱਕ ਤੇ ਉੱਥੇ ਸਿੱਖਾਂ ਦੀ ਇੱਕ ਵਪਾਰ ਵਾਲੇ ਪਾਸੋਂ ਸੋਚ ਵਧੀ, ਵਪਾਰੀ ਸਿੱਖ ਬਣੇ। ਦੂਸਰਾ, ਧਰਮ ਪ੍ਰਚਾਰ ਦੇ ਖੇਤਰ ਵਿੱਚ ਵੀ ਸਿੱਖਾਂ ਨੇ ਜਿਹੜਾ ਵਾ ਅਣਥੱਕ ਵਾਧਾ ਕੀਤਾ। ਸੋ ਇਸ ਢੰਗ ਤਰੀਕੇ ਨਾਲ ਦੇਖੀਏ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਅਜਿਹੇ ਮਹਾਨ ਕਾਰਜ ਕੀਤੇ ਲੋਕ ਭਲਾਈ ਵਾਸਤੇ ਅਤੇ ਮਨੁੱਖਤਾ ਦੇ ਭਲੇ ਵਾਸਤੇ, ਜਿਹਦੀ ਦੇਣ ਸਾਧ ਸੰਗਤ ਸਾਡੇ ਵਰਗੇ ਲੋਕ, ਮੈਂ ਸਮਝਦਾ ਵਾਂ ਵੀ ਕਰੋੜਾਂ ਵਾਰੀ ਜਨਮ ਲੈ ਕੇ ਵੀ ਜਿਹੜੀ ਆ ਦੇਣ ਜਿਹੜੀ ਆ ਅਸੀਂ ਗੁਰੂ ਸਾਹਿਬ ਨੂੰ ਨਹੀਂ, ਉਹਦਾ ਕਰਜ਼ ਨਹੀਂ ਅਸੀਂ ਜਿਹੜਾ ਵਾ ਅਦਾ ਕਰ ਸਕਦੇ। ਸੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਇਤਿਹਾਸ ਹੈ, ਇੱਕ ਬੇਮਿਸਾਲ ਜੀਵਨ ਇਤਿਹਾਸ ਆ ਤੇ ਅਨੇਕਾਂ ਪ੍ਰਕਾਰ ਦੀਆਂ ਸਿੱਖਿਆਵਾਂ, ਅਨੇਕਾਂ ਪ੍ਰਕਾਰ ਦੀ ਪ੍ਰੇਰਨਾ ਜਿਹੜੀ ਆ, ਮੋਟੀਵੇਸ਼ਨ ਜਿਹੜੀ ਆ, ਉਹ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਤੋਂ ਜਿਹੜੀ ਆ ਉਹ ਪ੍ਰਾਪਤ ਹੁੰਦੀ ਆ। ਤੇ ਮੈਂ ਇੱਕ ਵਾਰ ਫਿਰ ਤੋਂ ਅਖੀਰ ਤੇ ਸਾਧ ਸੰਗਤ ਆਪ ਸਮੂਹ ਸਿੱਖ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜਿਹੜਾ ਵਾ ਪ੍ਰਕਾਸ਼ ਦਿਹਾੜੇ ਦੀ ਜਿਹੜੀ ਆ, ਪ੍ਰਕਾਸ਼ ਪੁਰਬ ਦੀ, ਉਹ ਲੱਖ ਲੱਖ ਵਧਾਈ ਦਿੰਦਾ ਜੀ। ਤੋਂ ਇੰਨੀਆਂ ਕੁ ਬੇਨਤੀਆਂ ਕਹਿੰਦੇ ਇੰਨੇ ਕੁ ਬਚਨ ਕਰਕੇ ਮੈਂ ਆਪ ਸਮੂਹ ਸਿੱਖ ਸੰਗਤਾਂ ਤੋਂ ਜਿਹੜੀ ਫਤਿਹ ਦੀ ਇਜਾਜ਼ਤ ਲਵਾਂਗਾ ਜੀ। ਮੇਰੀਆਂ ਗਲਤੀਆਂ ਮੇਰੀ ਝੋਲੀ ਦੇ ਵਿੱਚ ਪਾ ਦਿਓ ਤੇ ਜਿਹੜੀ ਵੀ ਗੁਰਬਾਣੀ ਦੀ ਵਿਚਾਰ, ਗੁਰੂ ਦੀ ਗੱਲ ਆ, ਉਹ ਤੁਸੀਂ ਸਾਰਿਆਂ ਨੇ ਆਪਣੇ ਮਨਾਂ ਵਿੱਚ ਵਸਾਉਣੀ ਆ ਜੀ। ਸਾਰੀ ਸੰਗਤ ਤੇ ਕਰੋ ਪ੍ਰਵਾਨ ਫਤਿਹ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ। ਸਾਰੀ ਸੰਗਤਾਂ ਨੇ ਸੁਣ ਲਿਆ ਗਿਆਨੀ ਜੀ ਦੇ। ਤੇ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਹੈਗਾ, ਉਹਦੇ ਬਾਰੇ ਉਹਨਾਂ ਨੇ ਬਹੁਤ ਵਿਸਥਾਰ ਨਾਲ ਆਪ ਜੀ ਦੱਸਿਆ। ਤੇ ਥੋੜਾ ਟੈਕਨੀਕਲ ਪ੍ਰੋਬਲਮ ਪੈਂਦੀ ਸੀਗੀ ਵਿੱਚ ਕੋਈ ਆਵਾਜ਼ ਕੱਟ ਕੇ ਵੀ ਆਉਂਦੀ ਸੀਗੀ। ਤੇ ਮੈਂ ਸ਼ੋਰ ਹਾਂ ਕਿ ਸਾਰਿਆਂ ਨੇ ਜਿੰਨੀ ਕੁ ਵੀ ਸੁਣੀ ਹੈ ਉਹ ਬਹੁਤ ਵਧੀਆ ਗੱਲ ਸੁਣੀ ਹੈ ਜੀ। ਤੇ ਹਮੇਸ਼ਾ ਦੀ ਤਰ੍ਹਾਂ ਮੈਂ ਆਪਣੇ ਜੁੜੇ ਹੋਏ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਅੱਜ ਦੇ ਕਥਾ ਦੇ ਵਿੱਚੋਂ, ਅੱਜ ਦੇ ਜਿਹੜੇ ਵਿਚਾਰ ਹਨ, ਉਹਨਾਂ ਦੇ ਵਿੱਚੋਂ ਜੇ ਕਿਸੇ ਨੇ ਕੋਈ ਵੀ ਗਿਆਨੀ ਜੀ ਨੂੰ ਕੋਈ ਪੁੱਛਣਾ ਹੋਵੇ, ਵਿਚਾਰ ਸਾਂਝੇ ਕਰਨੇ ਹੋ, ਤਾਂ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਆਪ ਅਨਮਿਊਟ ਹੁੰਦੇ ਹੋ, ਤੁਸੀਂ ਅਨਮਿਊਟ ਹੋ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਭੈਣ ਕੁਲਦੀਪ ਕੌਰ ਮੇਰਾ ਖਿਆਲ ਸਭ ਤੋਂ ਪਹਿਲਾਂ ਅਨਮਿਊਟ ਹੋਈ ਹੈ, ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ? ਹਾਂਜੀ ਗਿਆਨੀ ਜੀ, ਜਿਹੜਾ ਅਕਬਰ ਸੀ ਉਹ ਪਹਿਲਾਂ ਗੁਰੂ ਅਮਰਦਾਸ ਨੂੰ ਆ ਕੇ ਮਿਲਿਆ ਸੀ ਤੇ ਫਿਰ ਉਹਨਾਂ ਤੋਂ ਬਾਅਦ ਗੁਰੂ ਰਾਮਦਾਸ ਆਏ, ਫਿਰ ਅਰਜਨ ਸਾਹਿਬ ਆਏ ਤੇ ਉਹ ਇੰਨੀ ਲੰਬੀ ਉਮਰ ਰਹੇ ਤੇ ਸਾਡੇ ਗੁਰੂ ਛੋਟੀ ਉਮਰ 'ਚ ਚਲੇ ਜਾਂਦੇ ਸੀਗੇ। ਫਿਰ ਨਹੀਂ, ਦੁਬਾਰਾ ਕਰਿਓ, ਮੈਨੂੰ ਵਿੱਚ ਨਾ ਤੁਹਾਡੀ ਵੌਇਸ ਕੱਟ ਗਈ ਸੀ। ਦੁਬਾਰਾ ਸਵਾਲ ਪੁੱਛਿਓ ਜੀ। ਜਿਹੜਾ ਹਾਂਜੀ, ਉਹ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀ। ਹਾਂਜੀ ਬਿਲਕੁਲ ਜੀ। ਜਦੋਂ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਆ ਕੇ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਕੇ ਫਿਰ ਮੇਰੇ ਕੋਲ ਆਏ, ਫਿਰ ਸੰਗਤ ਕੋਲ। ਹਾਂਜੀ ਤੁਸੀਂ ਕਿਹਾ ਫਿਰ ਉਹ ਗੁਰੂ ਅਰਜਨ ਦੇਵ ਜੀ ਕੋਲ ਵੀ ਆਇਆ। ਹਾਂਜੀ ਬਿਲਕੁਲ ਜੀ। ਇਹ ਬਾਦਸ਼ਾਹ ਜਿਹੜੇ ਸੀ ਇੰਨੀ ਲੰਬੀ ਉਮਰ ਰਹਿੰਦੇ ਸੀ ਤੇ ਸਾਡੇ ਜਿਹੜੇ ਗੁਰੂ ਸੀਗੇ ਉਹ ਦੇਖੋ, ਉਹਦੇ ਵਿੱਚੋਂ ਫਿਰ ਗੁਰੂ ਰਾਮਦਾਸ ਆਏ, ਗੁਰੂ ਰਾਮਦਾਸ ਚੋਂ ਫਿਰ ਗੁਰੂ ਅਰਜਨ ਦੇਵ ਜੀ ਆਏ। ਇਹ ਛੋਟੀ ਉਮਰ 'ਚ ਫਿਰ ਚਲੇ ਜਾਂਦੇ ਰਹੇ। ਪਤਾ ਗੱਲ ਕੀ ਹੈ ਜੀ, ਦੇਖੋ ਜਿਹੜਾ ਅਕਬਰ ਬਾਦਸ਼ਾਹ ਵਾ, ਇਤਿਹਾਸ ਦੱਸਦਾ 40 ਸਾਲ ਮੁਗਲ ਕਾਲ ਦੇ ਵਿੱਚੋਂ ਜਿੰਨੇ ਵੀ ਮੁਗਲਾਂ ਨੇ ਜਿਹੜਾ ਰਾਜ ਕੀਤਾ, ਚਾਹੇ ਸ਼ਾਹਜਹਾਨ ਨੇ, ਚਾਹੇ ਜਹਾਂਗੀਰ ਨੇ, ਚਾਹੇ ਔਰੰਗਜ਼ੇਬ ਨੇ, ਜਿੰਨਿਆਂ ਨੇ ਵੀ ਮੁਗਲ ਕਾਲ ਦੇ ਵਿੱਚ
ਰਾਜ ਕੀਤਾ ਭਾਰਤ ਵਿੱਚ। ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਅਕਬਰ ਬਾਦਸ਼ਾਹ ਐਸਾ ਸੀ ਜਿਹਨੇ ਸਭ ਤੋਂ ਵਧੇਰੇ ਭਾਰਤ ਵਰਸ਼ ਦੇ ਉੱਤੇ ਰਾਜ ਕੀਤਾ। 40 ਸਾਲ ਉਹਨੇ ਰਾਜ ਕੀਤੇ ਜੀ, 40 ਸਾਲ। ਤੇ ਸਾਡੇ ਗੁਰੂ ਸਾਹਿਬਾਨ ਇਸ ਕਰਕੇ ਦੇਖੋ, ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਉਹ ਤੇ ਸ਼ਹਾਦਤ ਦਿੰਦੇ, ਸ਼ਹੀਦ ਹੁੰਦੇ ਆ। ਉਹ ਸਾਡੇ ਵਰਗੇ ਲੋਕਾਂ ਨੂੰ ਮਰਨ ਦੀ ਜਾਂਚ ਸਿਖਾਉਂਦੇ ਆ, ਠੀਕ ਹੈ ਜੀ। ਉਹਨਾਂ ਜਿਹੜਾ ਬਾਦਸ਼ਾਹ ਵਾ ਉਹ ਇਹ ਦੁਨਿਆਵੀ ਬਾਦਸ਼ਾਹ, ਪਰ ਜਿਹੜੇ ਗੁਰੂ ਸਾਹਿਬ ਸੀ ਉਹ ਤੇ ਰੂਹਾਨੀ ਬਾਦਸ਼ਾਹ ਸੀ। ਉਹਨਾਂ ਦੇ ਨਾਲ ਅਸੀਂ ਤੁਲਨਾ ਨਹੀਂ ਕਰਦੇ। ਮਹਾਰਾਜ ਬਾਣੀ ਚ ਕਹਿੰਦੇ ਵੀ ਇਹ ਭੂਪਤ ਰਾਜੇ ਦਿਨ 400 ਹਾਵੜਾ, ਇਹ ਮਾਇਆ ਰੰਗ ਸੰਭ ਖਿੰਨ। ਇਹ ਜਿਹੜੇ ਦੁਨਿਆਵੀ ਰਾਜੇ ਆ ਇਹ ਐਸ਼ੋ ਪ੍ਰਸਤੀ ਦੇ ਵਿੱਚ ਆਪਣਾ ਜੀਵਨ ਜਿਉਂਦੇ। ਜਿਵੇਂ ਅੱਜ ਕੱਲ ਆਪਾਂ ਦੇਖ ਸਕਦੇ ਹਾਂ ਵੀ ਜਿੰਨੇ ਆ ਸਾਡੇ ਅਕੋਤੀ ਲੀਡਰ ਹਨਾ ਜੀ, ਉਹ ਬੜੇ ਉੱਚਾ ਮਾਰਦੇ ਆ, ਬੜੇ ਐਸ਼ ਪ੍ਰਸਤੀ ਦੇ ਵਿੱਚ ਸਿਕਿਉਰਟੀ ਦੇ ਨਾਲ ਰਹਿੰਦੇ ਆ, ਸਿਕਿਉਰਟੀ ਦੇ ਨਾਲ ਜਿੰਦੇ ਆ। ਸਾਡੇ ਗੁਰੂ ਸਾਹਿਬਾਨਾਂ ਨੇ ਕਦੀ ਸਿਕਿਉਰਟੀ ਪ੍ਰਵਾਹ ਨਹੀਂ ਕੀਤੀ। ਹੁਣ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਵੀ ਜਿੱਥੇ ਕਾਲ ਪਿਆ, ਗੁਰੂ ਅਰਜਨ ਸਾਹਿਬ ਪਰਿਵਾਰ ਦੇ ਸਮੇਤ ਆਪਣੀ ਜਾਨ ਹਥੇਲੀ ਤੇ ਰੱਖ ਕੇ ਕਾਲ ਪੀੜਤਾਂ ਦੀ ਮਦਦ ਦੇ ਉੱਤੇ ਆਣ ਪਹੁੰਚੇ। ਬਿਮਾਰੀ ਦੀ ਗੁਰੂ ਸਾਹਿਬ ਨੇ ਪ੍ਰਵਾਹ ਕੀਤੀ ਵੀ ਇਹ ਬਿਮਾਰੀਆਂ ਮੈਨੂੰ ਲੱਗ ਜਾਣਗੀਆਂ ਹਨਾ, ਪਰ ਰਾਜੇ ਉਸ ਸਮੇਂ ਦੇ ਉਹ ਅਜਿਹੇ ਨਹੀਂ ਸਨ। ਉਹਨਾਂ ਨੂੰ ਤੇ ਆਪਣੀ ਜਾਨਾਂ ਦੀ ਪ੍ਰਵਾਹ ਸੀ। ਉਹ ਜਾਨਾਂ ਨੂੰ ਪਹਿਲਾਂ ਸੋਚਦੇ ਵੀ ਸਾਡੀ ਜਾਨ ਸੇਫ ਰਵੇ। ਇਸ ਕਰਕੇ ਕਿਤੇ ਨਾ ਕਿਤੇ ਉਹ ਆਪਣੀਆਂ ਜਾਨਾਂ ਨੂੰ ਪਿਆਰ ਕਰਨ ਵਾਲੇ, ਐਸ਼ ਪ੍ਰਸਤੀ ਦਾ ਜੀਵਨ ਜੀਉਣ ਵਾਲੇ, ਉਹ ਲੰਮਾ ਜੀਵਨ ਜੀਵੇ ਨੇ। ਪਰ ਸਾਡੇ ਗੁਰੂ ਸਾਹਿਬਾਨ ਨੇ ਆਪਣੀ ਜਾਨ ਤੋਂ ਜ਼ਿਆਦਾ ਮਨੁੱਖਤਾ ਦੇ ਭਲੇ ਦੀ ਜਿਹੜੀ ਆ ਸੋਚ ਰੱਖੀ ਆ, ਤੇ ਮਨੁੱਖਤਾ ਦੇ ਭਲੇ ਵਾਸਤੇ ਉਹ ਜੀਵੇ ਆ। ਜਿੰਨਾ ਵੀ ਸਮਾਂ ਜੀਵੇ ਆ, ਚਾਹੇ ਉਹ ਆਪਣਾ ਗੁਰੂ ਅਰਜਨ ਸਾਹਿਬ ਜੀ ਆ, ਚਾਹੇ ਗੁਰੂ ਰਾਮਦਾਸ ਸਾਹਿਬ ਜੀ ਹੋਏ ਆ, ਚਾਹੇ ਗੁਰੂ ਹਰਗੋਬਿੰਦ ਸਾਹਿਬ ਜੀ ਆ, ਚਾਹੇ ਗੁਰੂ ਹਰਿਰਾਏ ਸਾਹਿਬ, ਤੇ ਚਾਹੇ ਗੁਰੂ ਹਰਕ੍ਰਿਸ਼ਨ, ਤੇ ਚਾਹੇ ਗੁਰੂ ਤੇਗ ਬਹਾਦਰ ਸਾਹਿਬ, ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਆ ਉਹ ਮਨੁੱਖਤਾ ਵਾਲੀ ਸੋਚ ਸੀ ਕਿ ਮਨੁੱਖਤਾ ਦੇ ਭਲੇ ਵਾਸਤੇ ਕਾਰਜ ਕਰਦੇ ਆ, ਜੇਕਰ ਦਾਅ ਤੇ ਲੱਗ ਜੀ ਤੇ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਆ। ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਬਾਰੇ ਅਸੀਂ ਦੇਖ ਸਕਦੇ ਹਾਂ, ਉਹ ਵੀ ਜਦੋਂ ਦਿੱਲੀ ਪਹੁੰਚੇ ਸੀ, ਚੇਚਕ ਦੀ ਬਿਮਾਰੀ ਫੈਲੀ ਹੋਈ ਸੀ, ਤੇ ਮਹਾਰਾਜ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਵੀ ਮੇਰੀ ਉਮਰ ਛੋਟੀ ਆ, ਵੀ ਇਹ ਚੇਚਕ ਦੀ ਬਿਮਾਰੀ, ਛੂਤ ਦੀ ਬਿਮਾਰੀ, ਜਿਵੇਂ ਅੱਜ ਕਰੋਨਾ ਲਿਆ ਹੋਇਆ, ਵੀ ਮੈਨੂੰ ਲੱਗ ਜਾਏਗੀ ਤੇ ਮੈਨੂੰ ਜੇ ਲੱਗ ਗਈ ਤਾਂ ਮੇਰੀ ਜਿਹੜੀ ਜਾਨ ਆ ਉਹ ਜਿਹੜੀ ਖਤਰੇ 'ਚ ਪੈ ਜਾਏਗੀ। ਪਰ ਨਹੀਂ, ਗੁਰੂ ਸਾਹਿਬ ਨੇ ਜਾਣ ਤੋਂ ਜ਼ਿਆਦਾ ਵੀ ਮਹਾਰਾਜ ਦੇ ਮਨ ਦੇ ਵਿੱਚ ਸੀ ਵੀ ਮੈਂ ਮਨੁੱਖਤਾ ਦੀ ਸੇਵਾ ਕਰਨੀ ਆ, ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੀ। ਇਸ ਕਰਕੇ ਗੁਰੂ ਸਾਹਿਬ ਕਦੀ ਵੀ ਜਾਨ ਬਾਰੇ ਨਹੀਂ ਸੀ ਉਹ ਪਰਵਾਹ ਕਰਦੇ, ਜਾਨ ਨੂੰ ਪਿਆਰ ਨਹੀਂ ਸੀ ਕਰਦੇ। ਪਰ ਇਹ ਦੁਨਿਆਵੀ ਬਾਦਸ਼ਾਹ ਇਹ ਤੇ ਆਪਣੀਆਂ ਜਾਨਾਂ ਨੂੰ ਪ੍ਰੋਟੈਕਟ ਪਹਿਲਾਂ ਕਰਦੇ ਸੀ ਤੇ ਬਾਅਦ ਵਿੱਚ ਲੋਕਾਂ ਦੀ ਗੱਲ ਕਰਦੇ ਸੀ। ਤੇ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਹੈ, ਉਸ ਵੇਲੇ ਸ਼ਾਹਜਹਾਨ ਸੀਗਾ। ਨਹੀਂ ਜੀ, ਜਹਾਂਗੀਰ ਸੌਰੀ ਮਾਈ ਮਿਸਟੇਕ। ਹਾਂਜੀ, ਜਹਾਂਗੀਰ ਸੀਗਾ ਉਦੋਂ। ਹਾਂ, ਠੀਕ ਹੈ ਭੈਣ ਜੀ, ਥੈਂਕ ਯੂ ਜੀ ਬਹੁਤ ਬਹੁਤ। ਤੇ ਮੈਂ ਆਪਣੇ ਪ੍ਰਧਾਨ ਉਹਨਾਂ ਨੂੰ ਕਹੂੰਗਾ ਜੀ ਕਿ ਤੁਸੀਂ ਵੀ ਕੋਈ ਦੋ ਸ਼ਬਦ ਬੋਲੋ। ਪ੍ਰਧਾਨ ਜੀ। ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇਹਨਾਂ ਦੇ ਹੈਗਾ ਸੁਖਵਿੰਦਰ ਸਿੰਘ ਨੇ ਜੋ ਵੀ ਹੈਗਾ ਆਪਣੇ ਅਰਜਨ ਦੇਵ ਜੀ ਹੈਗਾ ਪ੍ਰਕਾਸ਼ ਪੁਰਬ ਤੇ ਜਾਂ ਉਹਨਾਂ ਦੇ ਜਿਹੜੇ ਗੁਣ ਸੀ ਉਹਨਾਂ ਬਾਰੇ ਜੋ ਵੀ ਇਹਨਾਂ ਨੇ ਦੱਸਿਆ ਇਹਨਾਂ ਵਿਸਥਾਰ ਰੂਪ ਦੇ ਨਾਲ, ਮੈਂ ਇਹਨਾਂ ਦੇ ਨਾਲ 100% ਮੁਤਫਿਕ ਹੈ। ਬਹੁਤ ਚੰਗੇ ਤਰੀਕੇ ਦੇ ਨਾਲ ਕਿ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਕਿ ਸੁਭਾਵਾਂ ਬਾਰੇ, ਉਹਨਾਂ ਦੇ ਭਰਾਵਾਂ ਬਾਰੇ ਕਲੀਅਰ ਕੀਤਾ। ਤੇ ਬਾਕੀ ਜੋ ਵੀ ਉਹਨਾਂ ਨੇ ਆਪਣੇ ਜੀਵਨ ਵਿੱਚ ਚੰਗੇ ਕੰਮ ਕੀਤੇ ਨੇ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਇਹਨਾਂ ਬਾਰੇ ਵੀ ਭਾਵੇਂ ਟਾਈਮ ਥੋੜਾ ਸੀਗਾ, ਥੋੜ੍ਹੇ ਤੇ ਲਗਾ, ਕਿਉਂਕਿ ਇਹ ਗੁਰੂ ਅਰਜਨ ਦੇਵ ਦਾ ਜਿਹੜਾ ਇਤਿਹਾਸ ਹੈ, ਜੀਵਨ ਇਤਿਹਾਸ ਹੈ, ਬਹੁਤ ਹੀ ਲੰਬਾ ਹੈ। ਇੱਕ ਸਮੁੰਦਰ ਜਿੰਨਾ ਆ, ਇਹਨੂੰ ਉਹਦਾ ਫੋਲਦਿਆਂ ਨੂੰ ਦੱਸਣ ਲੱਗਿਆ ਨੂੰ ਵੀ ਕਈ ਦਿਨ ਲੱਗ ਸਕਦੇ ਆ, ਪਰ ਇਹਨਾਂ ਨੇ ਥੋੜੇ ਸਮੇਂ ਦੇ ਵਿੱਚ, ਘੰਟੇ ਦੇ ਵਿੱਚ ਜਿੰਨਾ ਵੀ ਹੋ ਸਕਿਆ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ। ਸਤਨਾਮ ਸਿੰਘ ਨਾਗਰ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ। ਥੈਂਕ ਯੂ। ਜਿੱਦਾਂ ਆਪਨੇ ਬਹੁਤ ਹੀ ਸੁਚੱਜੇ ਢੰਗ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਾ ਉਸਤਤ ਕੀਤਾ, ਜਿੱਥੇ ਆਪਨੇ ਦੱਸਿਆ ਵੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਉਸਤਤ 2 ਵਿਸਾਖ ਨੂੰ ਵੀ ਮਨਾਇਆ ਗਿਆ, ਇੱਕ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ 19 ਵਿਸਾਖ ਨੂੰ ਵੀ ਮਨਾਇਆ ਗਿਆ। ਕਿ ਇਹ ਜਿਹੜਾ ਨਾਨਕਸ਼ਾਹੀ ਕੈਲੰਡਰ ਆ, ਅਕਾਲ ਤਖਤ ਨੇ ਪ੍ਰਮਾਣਿਤ ਕੀਤਾ ਤੇ ਬਾਅਦ ਚ ਇਹਨੇ ਵਾਪਸ ਕਰਤੇ, ਉਹਨੇ ਵਾਪਸ ਲੈ ਲਿਆ ਨਹੀਂ, ਤੇ ਇਹਨੂੰ ਸੀ ਕਿਹਨਾਂ ਕਰਕੇ ਇਹ ਵਾਪਸ ਮੁੜ ਕੇ ਇਹਨੂੰ ਕਾਫੀ ਨਹੀਂ ਅਪਣਾਇਆ ਗਿਆ।
ਇਹ ਚਾਨਣਾ ਜੀ ਇਸ ਬਾਰੇ ਇਹ ਹੈ ਜੀ, ਜਿਹੜਾ ਅੱਜ ਕੱਲ ਨਾਨਕਸ਼ਾਹੀ ਕੈਲੰਡਰ ਆ ਜੀ, ਉਹ ਜਿਹੜਾ ਵਾ ਬਣਿਆ ਹੋਇਆ ਚੰਦਰਮਾ ਨੂੰ ਮੁੱਖ ਰੱਖ ਕੇ, ਠੀਕ ਹੈ ਨਾ ਜੀ। ਜਿਹੜਾ ਹਿੰਦੂਇਜ਼ਮ ਦਾ ਕੈਲੰਡਰ ਆਪਾਂ ਦੇਖਦੇ ਆ, ਉਹਦੇ ਵਿੱਚ ਜਿਸ ਢੰਗ ਨਾਲ ਸੰਗਰਾਂਦ, ਮੱਸਿਆ, ਪੂਰਨਮਾਸ਼ੀ ਆਦਿਕ ਇਹ ਹੁੰਦੇ ਆ, ਦਿਨ ਹੁੰਦੇ ਆ, ਸੇਮ ਉਸੇ ਹੀ ਢੰਗ ਨਾਲ ਸਾਡੇ ਨਾਨਕਸ਼ਾਹੀ ਕੈਲੰਡਰ ਜਿਹੜਾ ਅਜੋਕੇ ਟਾਈਮ ਦੇ ਵਿੱਚ ਅੱਜ ਕੱਲ ਚੱਲ ਰਿਹਾ ਨਾਨਕਸ਼ਾਹੀ ਕੈਲੰਡਰ, ਉਹਦੇ ਨਾਲ ਆ ਹਨਾ। ਇਹ ਬਿਕਰਮੀ ਸੰਵਤ ਦੇ ਨਾਲ ਜੁੜਿਆ ਹੋਇਆ ਵਾ। ਹੁਣ ਜਿੰਨੇ ਸੰਪਰਦਾਵਾਂ ਵਾ, ਚਾਹੇ ਉਹ ਟਕਸਾਲ ਆ, ਚਾਹੇ ਉਹ ਨਾਨਕਸਰ ਆ, ਚਾਹੇ ਉਹ ਹੋਰ ਸੰਪਰਦਾਵਾਂ ਵਾ, ਜਿੰਨੀਆਂ ਸੰਪਰਦਾਵਾਂ ਵਾ, ਟਕਸਾਲਾਂ, ਡੇਰੇ ਆ, ਉਹ ਸਾਰੇ ਬਿਕਰਮੀ ਸੰਮਤ ਨੂੰ ਜਿਹੜਾ ਵਾ ਜ਼ਿਆਦਾ ਉਹ ਅਹਿਮੀਅਤ ਦਿੰਦੇ ਆ। ਤੇ ਇਹ ਸਾਰੇ ਸੰਪਰਦਾਵਾਂ ਨੇ ਜਿਹੜਾ ਇਕੱਠੇ ਹੋ ਕੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਆਪਣਾ ਜਥੇਦਾਰ ਗੁਰਬਚਨ ਸਿੰਘ ਸੀ, ਇਹਨਾਂ ਦੇ ਕੋਲ ਜਾ ਕੇ ਜਦੋਂ ਉਹਨਾਂ ਨੇ ਰਿਕੁਐਸਟ ਕੀਤੀ ਵੀ ਇਹ ਜਿਹੜਾ ਕੈਲੰਡਰ ਆ ਇਹ ਸਾਡੀ ਬਿਕਰਮੀ ਸੰਮਤ ਮੁਤਾਬਕ ਨਹੀਂ ਹੈਗਾ, ਕਿਉਂਕਿ ਹਿੰਦੂਆਂ ਦੀ ਜੇ ਮੱਸਿਆ, ਪੂਰਨਮਾਸ਼ੀ ਕਿਸੇ ਹੋਰ ਦਿਨ ਆ ਜਾਂਦੀ ਹੈ, ਸਾਡੀ ਹੋਰ ਕਿਸੇ ਦਿਨ ਆ ਜਾਂਦੀ ਹੈ। ਤੇ ਹੁਣ ਸਾਡੇ ਜਿਹੜੇ ਡੇਆਂ ਦੇ ਵਿੱਚ ਜਿਹੜੇ ਆ ਉਹ ਲੋਕ ਹੁੰਦੇ ਆ ਤੇ ਉਹ ਠੀਕ ਟਾਈਮ ਤੇ ਨਹੀਂ ਆ ਪਾਉਂਦੇ। ਸੋ ਉਹਨਾਂ ਨੇ ਜਾ ਕੇ ਉੱਥੇ ਇਹ ਗੱਲਾਂ ਕੀਤੀਆਂ ਤੇ ਉਹਨਾਂ ਨੇ ਫਿਰ ਤੇ ਇਹਨਾਂ ਨੂੰ ਮੁੱਖ ਰੱਖ ਕੇ ਉਹ ਕੈਲੰਡਰ ਵਿੱਚ ਜਿਹੜਾ ਵਾ ਉਹਨੂੰ ਖਾਰਜ ਕਰਤਾ ਤੇ ਬਿਕਰਮੀ ਸੰਮਤ ਵਾਲਾ ਜਿਹੜਾ ਕੈਲੰਡਰ, ਜਿਹੜਾ ਪਹਿਲਾਂ ਮੂਲ ਨਾਨਕਸ਼ਾਹੀ ਕੈਲੰਡਰ ਸੀ, ਉਹ ਤਾਂ ਤੁਸੀਂ ਸਾਰੇ ਜਾਣਦੇ ਵੀ ਭਾਈ ਪੂਰੇਵਾਲ ਸਿੰਘ ਜੀ ਉਹਨਾਂ ਨੇ ਜਿਹੜਾ ਬਣਾਇਆ ਸੀ। ਪਰ ਉਹਨਾਂ ਦਾ ਜਿਹੜਾ ਕੈਲੰਡਰ ਸੀ, ਉਹ ਕੈਲੰਡਰ ਦੀ ਵਿਸ਼ੇਸ਼ਤਾ ਇਹ ਸੀ ਵੀ ਉਹਨਾਂ ਨੇ ਜਿਹੜੇ ਗੁਰੂ ਸਾਹਿਬਾਨਾਂ ਦੇ ਦਿਹਾੜੇ ਸੀ ਉਹ ਫਿਕਸ ਕਰ ਦਿੱਤੇ ਸੀ ਵੀ ਹਰ ਸਾਲ ਇੱਕੋ ਹੀ ਡੇਟ ਦੇ ਉੱਤੇ ਜਿਹੜਾ ਵਾ ਗੁਰੂ ਸਾਹਿਬਾਨਾਂ ਦੇ ਜਿਹੜੇ ਪ੍ਰਕਾਸ਼ ਦਿਹਾੜੇ ਆ, ਸ਼ਹੀਦੀ ਦਿਹਾੜੇ ਆ, ਉਹ ਹੋਣਗੇ। ਇਹਨਾਂ ਦੀਆਂ ਤਰੀਕਾ ਚੇਂਜ ਨਹੀਂ ਹੋਣਗੀਆਂ। ਪਰ ਬਿਕਰਮੀ ਸੰਮਤ ਮੁਤਾਬਕ ਜਿਹੜਾ ਹਰ ਵਾਰੀ ਜਿਹੜਾ ਵਾ ਗੁਰੂ ਸਾਹਿਬਾਨਾਂ ਦੇ ਜਿਹੜੇ ਪ੍ਰਕਾਸ਼ ਦੀਆਂ ਤਰੀਕਾਂ ਵਾ, ਸ਼ਹੀਦੀ ਦਿਹਾੜੇ ਦੀਆਂ ਜਿਹੜੀਆਂ ਤਰੀਕਾਂ ਵਾ, ਉਹ ਜਿਹੜੀਆਂ ਚੇਂਜ ਹੁੰਦੀਆਂ ਰਹਿੰਦੀਆਂ ਵਾ। ਤੇ ਇਸ ਕਰਕੇ ਜਿਹੜਾ ਵਾ ਇਹਨਾਂ ਦਾ ਜ਼ੋਰ ਸੀ ਕੱਲ ਦਾ, ਅੱਜ ਵੀ ਸੰਪਰਦਾਵਾਂ ਦਾ, ਟਕਸਾਲ ਵਾਲਿਆਂ ਦਾ ਅੱਜ ਵੀ ਜ਼ੋਰ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਤੁਸੀਂ ਦੇਖ ਸਕਦੇ ਹੋ। ਤੇ ਇਹਨਾਂ ਦਾ ਜ਼ੋਰ ਕਰਕੇ ਉਹਨਾਂ ਨੇ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਸੀ ਉਹਨੂੰ ਖਾਰਜ ਕਰਕੇ ਕੈਲੰਡਰ ਨੂੰ ਜਾਰੀ ਕਰਾ ਦਿੱਤਾ। ਅੱਜ ਜਿਹੜਾ ਪੰਥ ਦੇ ਵਿੱਚ ਜਿਹੜਾ ਵਾ ਇਹ ਜਿਹੜਾ ਕੰਮ ਚੱਲਦਾ ਪਿਆ, ਜਿਹੜੇ ਮੂਲ ਨਾਨਕਸ਼ਾਹੀ ਪੈਰੋਵਾਲ ਦੇ ਪੂਰੇਵਾਲ ਜੀ ਉਹਨਾਂ ਦੇ ਕੈਲੰਡਰ ਨੂੰ ਮੰਨਦੇ ਆ, ਉਹ ਇਸ ਦਿਨ ਜਿਹੜਾ ਵਾ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਂਦੇ ਆ ਤੇ ਇਸ ਦਿਨ ਦੀਵਾਨ ਵੀ ਰੱਖਦੇ ਆ ਪੰਜਾਬ ਜਾਂ ਪੰਜਾਬ ਤੋਂ ਬਾਹਰ। ਤੇ ਜਿਹੜੇ ਅਜੋਕੇ ਕੈਲੰਡਰ ਦੇ ਨਾਲ ਜਿਹੜਾ ਬਿਕਰਮੀ ਸੰਮਤ ਵਾਲਾ ਕੈਲੰਡਰ ਆ, ਉਹ ਆਪਣਾ ਦਰਬਾਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਨਾਲ ਜਾਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਚੱਲਦੇ ਆ। ਉਹ ਗੁਰਦੁਆਰੇ ਸਾਹਿਬਾਨ ਜਿਹੜੇ ਆ ਇਹਨਾਂ ਤਰੀਕਾਂ ਦੇ ਉੱਤੇ ਜਿਹੜੇ ਪ੍ਰਕਾਸ਼ ਦਿਹਾੜੇ ਮਨਾਈ ਜਾਂਦੇ ਆ। ਥੈਂਕ ਯੂ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਸਤਿੰਦਰ ਸਿੰਘ ਜੀ, ਸਤਿੰਦਰ ਸਿੰਘ ਜੀ ਬੰਬੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬਹੁਤ ਅੱਛੀ ਤਰ੍ਹਾਂ ਨਾਲ ਸਭ ਕੁਝ ਸਮਝਾਇਆ। ਐਕਚੁਅਲੀ ਕਈ ਵਾਰ ਨਾ ਇਧਰ ਬੱਚੇ ਵੀ ਕਨਫਿਊਜ਼ ਹੋ ਜਾਂਦੇ ਨੇ ਕਿ ਵੀ ਸਾਲੇ ਦੋ ਵਾਰ ਕਿਸ ਤਰ੍ਹਾਂ ਬਰਥ ਡੇਟਸ ਔਰ ਜੋਤ ਦੇ ਦਿਨ ਆਉਂਦੇ ਨੇ, ਜਿਸ ਤਰ੍ਹਾਂ ਕਈ ਵਾਰ ਗੁਰੂ ਨਾਨਕ ਦੇਵ ਜੀ ਦੇ ਇੱਕ ਵਾਰ। ਉਹ ਅੱਜ ਕੱਲ੍ਹ ਕੀ ਹੈ ਕਿ ਉਹ ਕਿਉਂਕਿ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹਦੇ ਨੇ ਤਾਂ ਉਹਨਾਂ ਕਨਫਿਊਜ਼ ਹੋ ਜਾਂਦੇ ਨੇ ਬਹੁਤ। ਲੇਕਿਨ ਜੋ ਤੁਸੀਂ ਸਮਝਾਇਆ ਬਹੁਤ ਅੱਛਾ ਸੀਗਾ ਵੀ ਸਾਨੂੰ ਉਸ ਚੀਜ਼ 'ਤੇ ਵੀ ਆਪਣਾ ਧਿਆਨ ਦੇਣਾ ਚਾਹੀਦਾ ਹੈ। ਔਰ ਜੋ ਗੁਰੂ ਸਾਹਿਬ ਜੀ ਦੀ ਲਾਈਫ ਤੋਂ ਸਿੱਖ ਰਹੇ ਹੋ ਵਹੀ ਹੈ ਕਿ ਸਬਰ, ਸੰਤੋਖ ਔਰ ਹਮੇਸ਼ਾ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਤੇ ਆਪਣਾ ਜੀਵਨ ਉਸ ਹਿਸਾਬ ਨਾਲ ਜੀਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਦਵਿੰਦਰ ਸਿੰਘ ਤੂਰ, ਕੁਛ ਕਹਿਣਾ? ਬਹੁਤ ਧੰਨਵਾਦ, ਤੁਸੀਂ ਬਹੁਤ ਹੀ ਚੰਗੇ ਤਰੀਕੇ ਨਾਲ ਪੰਜਵੀਂ ਪਾਤਸ਼ਾਹੀ ਦੀ ਸਾਰੀ ਜੀਵਨ ਕਥਾ ਸਾਡੇ ਲਈ ਕੀ ਕੀਤਾ ਉਹਦੇ ਬਾਰੇ ਦੱਸਿਆ। ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਥੈਂਕ ਯੂ ਜੀ ਦਵਿੰਦਰ ਸਿੰਘ ਜੀ। ਤੇ ਸੰਤੋਖ ਸਿੰਘ ਜੀ, ਤੁਸੀਂ ਅੱਜ ਪਹਿਲੀ ਵਾਰ ਜੁੜੇ ਹੋ, ਕਿੰਨੇ ਚਿਰ ਬਾਅਦ, ਤੁਸੀਂ ਕੁਝ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ ਆਪ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਸਾਰੀ ਗੱਲਬਾਤ ਸਾਨੂੰ ਗੁਰੂ ਮਹਾਰਾਜ ਦੇ ਜੀਵਨੀ ਬਾਰੇ ਦੱਸੀ। ਮਗਰ ਇੱਕ ਬਹੁਤ ਆਪ ਜੀ ਨੇ ਮਹੱਤਵ ਕੀਤੀ ਹੈ ਭਈ ਜੋ ਜਦ ਅਸੀਂ ਬੱਚਿਆਂ ਦੀ ਸ਼ਾਦੀ ਬਾਰੇ ਗੱਲ ਕਰਦੇ ਹਾਂ ਤੇ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀ ਯੋਗਤਾ ਨੂੰ ਦੇਖ ਕੇ ਆਪਣੀ ਲੜਕੀ ਦੀ ਸ਼ਾਦੀ ਕਰਦੇ ਨੇ ਕਿ ਉਸ ਤਰ੍ਹਾਂ ਉਸ ਨਹੀਂ ਹਨ। ਆਪਣੇ ਸਾਡੇ ਸਮਾਜ ਦੇ ਵਿੱਚ ਅਸੀਂ ਆਮ ਤੌਰ ਤੇ ਬੱਚਿਆਂ ਦੀ ਪੜ੍ਹਾਈ ਦੇ ਪੈਸੇ ਬਾਰੇ ਜਾਂ ਉਹਨਾਂ ਦੇ ਪਰਿਵਾਰ ਦੇ ਬੜੇਪਣ ਹੋਣ ਦੇ ਬਾਰੇ ਅਸੀਂ ਸੋਚਦੇ ਹਾਂ, ਜਦ ਕਿ ਸਾਨੂੰ ਸੋਚਣਾ ਚਾਹੀਦਾ ਬੱਚਿਆਂ ਦੀ ਯੋਗਤਾ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ ਜੀ। ਕੁਝ ਇੰਟਰਨੈਟ 'ਚ ਵੀ ਸਾਰਿਆਂ ਦੀ ਪ੍ਰੋਬਲਮ ਪਹਿਲੇ ਵੀ ਮੈਨੂੰ ਲੱਗਦਾ ਕਰੋਨਾ ਵਾਇਰਸ ਕਰਕੇ ਸਾਰੀ ਦੁਨੀਆ ਅੰਦਰ ਹੀ ਬੈਠੀ ਹੈ ਤੇ ਬਹੁਤ ਇੰਟਰਨੈਟ ਯੂਜ਼ ਕਰਦੇ ਆ। ਇਸ ਕਰਕੇ ਹਰ ਇੱਕ ਟਾਈਮ ਤੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਉਹਦੇ ਵਿੱਚ ਇੰਟਰਫੀਅਰੈਂਸ ਜ਼ਰੂਰ ਹੁੰਦੀ ਆ ਤੇ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਜੀ। ਤੇ ਹੁਣ ਤਾਂ ਮੇਰਾ ਖਿਆਲ ਹੈ ਨਹੀਂ ਕੋਈ। ਗੁਰਮੁਖ ਸਿੰਘ ਜੀ ਤੁਸੀਂ ਆ ਜਾਓ। ਹਾਂਜੀ, ਪਹਿਲਾਂ ਆਪਣੇ ਸੁਖਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਦੂਜੀ ਮੈਨੂੰ ਜੀ ਸੁਨੇਹਾ ਆਇਆ ਸੀ ਆਪਣੀ ਬੀਬੀ ਰਿਸ਼ਪਾਲ ਕੌਰ ਦਾ। ਹਾਂਜੀ, ਰਿਸ਼ਪਾਲ ਕੌਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੀ ਆ। ਉਹਦਾ ਸਿਰਫ ਇਹਨਾਂ ਸੀ ਵੀ ਉਹ ਆਪਣੇ ਟੈਲੀਫੋਨ ਨਵਾਂ ਲਿਆ ਤੇ ਟੈਲੀਫੋਨ ਦੀ ਸੈਟਅਪ ਉਹਨਾਂ ਤੋਂ ਠੀਕ ਨਹੀਂ ਹੋਈ, ਤਾਂ ਉਹ ਕਹਿੰਦੀ ਸੀ ਵੀ ਸੋਸਲਾਂ ਦੀ ਆਵਾਜ਼ ਵੀ ਆਈ ਹੋਵੇ ਉਹ ਫਿਰ ਆਪਣੇ ਨੈਕਸਟ ਟਾਈਮ ਜੁੜੂਗੇ। ਬਸ ਆਹੀ ਸੁਨੇਹਾ ਸੀ ਜੀ। ਠੀਕ ਹੈ ਜੀ, ਵਾਹਿਗੁਰੂ ਖਾਲਸਾ। ਵਧੀਆ ਵਧੀਆ ਕੀਤਾ ਜੀ, ਦੱਸ ਦਿੱਤਾ ਤੁਸੀਂ ਕਿ ਪਹਿਲੀ ਸ਼ੁਰੂ ਦੇ ਵਿੱਚ ਉਹ ਜੁੜੇ ਹੋ ਸੀਗੇ ਪਰ ਉਹ ਸ਼ਾਇਦ ਉਹਨਾਂ ਨੂੰ ਰੀਅਲਾਈਜ਼ ਨਹੀਂ ਹੋਇਆ ਕਿ ਇੱਧਰ ਉਹ ਮਿਊਟ ਨਹੀਂ ਹੋਏ ਸੀਗੇ ਤੇ ਇਸ ਕਰਕੇ ਚਲੋ ਕੋਈ ਗੱਲ ਨਹੀਂ ਜੀ। ਆਪਾਂ ਕੱਲ ਨੂੰ ਫਿਰ ਉਹਨਾਂ ਦੇ ਨਾਲ ਗੱਲ ਕੱਲ ਨੂੰ ਨਹੀਂ ਪਰਸੋਂ ਨੂੰ ਅਸੀਂ ਕਰਾਂਗੇ। ਤੇ ਹੋਰ ਤਾਂ ਇੱਥੇ ਮੇਰਾ ਖਿਆਲ ਹੋਰ ਕੋਈ ਅਨਮਿਊਟ ਨਹੀਂ ਹੈਗਾ। ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ। ਪਰ ਹਾਂਜੀ ਸੌਰੀ ਤਲੋਚਨ ਸਿੰਘ ਜੀ, ਤਲੋਚਨ ਸਿੰਘ ਸੌਰੀ ਜੀ, ਮੈਨੂੰ ਆਪਣੇ ਇੱਕ ਗੱਲ ਭੁੱਲ ਗਈ ਸੀ ਵੀ ਆਪਣੇ ਜਿਹੜਾ ਕੱਲ ਨੂੰ ਦੀਵਾਨ ਲੱਗਣਾ ਹੈ ਜੀ। ਹਾਂਜੀ, ਤਾਂ ਕੱਲ ਨੂੰ ਦੀਵਾਨ ਆਪਣੇ ਥੋੜਾ ਪਹਿਲਾਂ ਸ਼ੁਰੂ ਹੋ ਜਾਣਾ। ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਹੈ ਜੀ, ਜਿਹੜਾ ਪੌਣੇ 9 ਵਜੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਊਗਾ। ਤਾਂ ਫਿਰ 10 ਵਜੇ ਕੀਰਤਨ ਦੀਵਾਨ, ਜਿਹੜੀ ਆਪਣੇ 11 ਵਜੇ ਸਮਾਪਤੀ। ਇੰਨਾ ਹੀ ਥੋੜਾ ਸੁਨੇਹਾ ਦੇਣਾ ਸੀ ਜੀ। ਥੈਂਕ ਯੂ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ। ਹਾਂਜੀ, ਕੱਲ ਨੂੰ ਟਿਊਨ ਇਨ ਕਰਨਾ ਭੁੱਲਣਾ ਨਹੀਂ ਜੀ। ਲੌਗਇਨ ਕਰਿਓ ਜ਼ਰੂਰ ਹਮੇਸ਼ਾ ਦੀ ਤਰ੍ਹਾਂ। ਤਾਂ ਅਸੀਂ ਸੋਮਵਾਰ ਨੂੰ ਵੀ ਇਸੇ ਤਰ੍ਹਾਂ 2 ਵਜੇ ਆ ਕੇ ਜੁੜਾਂਗੇ। ਤੇ ਮੈਂ ਸਾਰੀਆਂ ਸੰਗਤਾਂ ਨੂੰ ਇਹ ਦੱਸਦਾ ਜਾਵਾਂ ਕਿ ਸੋਮਵਾਰ ਨੂੰ ਅਸੀਂ ਕੋਸ਼ਿਸ਼ ਕਰਨੀ ਆ ਕਿ ਸ੍ਰੀ ਆਸਾ ਜੀ ਦੀ ਵਾਰ ਦੇ ਕਥਾ ਸ਼ੁਰੂ ਕਰਨੀ ਆ। ਤੇ ਕਾਫੀ ਸਾਨੂੰ ਰਿਕੁਐਸਟ ਆਈਆਂ ਸੀਗੀਆਂ ਇੱਦਾਂ, ਤੇ ਅਸੀਂ ਆਉਂਦੇ ਸੋਮਵਾਰ ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ ਜੀ। ਤੇ ਆਪਾਂ ਸੋਮਵਾਰ ਨੂੰ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ। ਇੱਥੇ ਸਮਾਪਤੀ ਕਰਦੇ ਹਾਂ। ਹਾਂਜੀ, ਕੋਈ ਨਹੀਂ ਜੀ, ਉਹ ਡਿਸਾਈਡ ਕਰਾਂਗੇ ਜੀ ਸੋਮਵਾਰ ਨੂੰ, ਮੰਡੇ ਨੂੰ ਕਰਾਂਗੇ, ਤੁਹਾਨੂੰ ਲੱਗ ਜਾਊ ਪਤਾ ਜੀ। ਤੁਸੀਂ ਜੁੜੇ ਹੋ ਇਸੇ ਤਰ੍ਹਾਂ, ਠੀਕ ਹੈ ਜੀ। ਸੁਖਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਤੇ ਅਸੀਂ ਫਿਰ ਵੀ ਤੁਹਾਡੇ ਕੋਲ ਆਉਂਦੇ ਹਾਂ, ਫਿਰ ਆਪਾਂ ਗੱਲ ਕਰਾਂਗੇ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਠੀਕ ਹੈ, ਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।